ਸ੍ਰੀ ਰਾਗ ਮਹੱਲਾ ਪੰਜਵਾ। ਨਾਮ ਧਿਆਏ ਸੋ ਸੁਖੀ, ਤਿਸ ਮੁਖ ਊਜਲ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੀਏ, ਕਰੀਏ ਨਿਵਾਜ। ਜਿਵੇਂ ਆਪ ਦੀ ਕਿਰਪਾ ਦੇ ਨਾਲ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ, ਹੇ ਗੁਰੂ ਪਰਮੇਸ਼ਰ ਜੀਓ, ਇਹਨੂੰ ਸਫਲਿਆਂ ਕਰਨ ਵਾਸਤੇ ਜੋ ਆਪ ਜੀ ਨੇ ਬਾਣੀ ਉਚਾਰਨ ਕੀਤੀ ਹੈ, ਸਾਡਾ ਭਲਾ ਕਰਨ ਵਾਸਤੇ ਉਹ ਬਾਣੀ ਦਾ ਸਾਨੂੰ ਬੋਧ ਹੋਵੇ, ਉਹਦਾ ਸੁੱਧ ਉਚਾਰਨ ਹੋਵੇ, ਸੁੱਧ ਅਰਥ ਹੋਣ, ਸੁੱਧ ਸਿੱਖਿਆ ਹੋਵੇ, ਜਿਹਦੇ ਨਾਲ ਸਾਡੀ ਜੀਵਨ ਦੀ ਕਲਿਆਣ ਹੋ ਸਕੇ। ਇਉਂ ਬੇਨਤੀ ਕਰੀਏ। ਆਓ ਲੜੀਵਾਰ ਕਥਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਬਚਨ ਹਨ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ। ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਸ੍ਰੀ ਰਾਗ ਦੇ ਵਿੱਚ ਬਾਣੀ ਇਸ ਵੇਲੇ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਨਾਮ ਦੀ ਮਹਿਮਾ ਦੱਸਦੇ ਹੋਏ ਸਤਿਗੁਰੂ ਜੀ ਕਿਰਪਾ ਕਰਦੇ ਹਨ। ਨਾਮ ਧਿਆਏ ਸੋ ਸੁਖੀ। ਹੇ ਭਾਈ ਗੁਰਸਿੱਖੋ, ਜਿਹੜਾ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਂ ਨੂੰ ਧਿਆਕਾਰ ਬਿਰਤੀ ਦੁਆਰਾ ਧਿਆਉਂਦਾ ਹੈ ਤੇ ਉਹਨਾਂ ਨੂੰ ਪ੍ਰਾਪਤ ਕੀ ਹੁੰਦਾ ਹੈ? ਉਹ ਸੁਖੀ ਹੋ ਜਾਂਦੇ ਹੈ। ਇਸ ਕਰਕੇ ਜੇ ਸੁਖ ਚਾਹੁੰਦੇ ਹੋ, ਤਿੰਨਾਂ ਕਾਲਾਂ 'ਚ ਭੂਤ ਕਾਲ, ਭਵਿੱਖਤ ਕਾਲ, ਵਰਤਮਾਨ, ਤਿੰਨਾਂ ਸਮਿਆਂ ਜਾਣੀ ਹਮੇਸ਼ਾ ਵਾਸਤੇ ਜੇ ਸੁਖ ਚਾਹੁੰਦੇ ਹੋ ਤਾਂ ਫਿਰ ਨਾਮ ਦਾ ਧਿਆਉਣਾ ਕਰੋ। ਉਹੀ ਸੁਖੀ ਹੋਏ ਨੇ ਜਿਨ੍ਹਾਂ ਨੇ ਨਾਮ ਧਿਆਇਆ ਹੈ। ਤਿਸ ਮੁਖ ਊਜਲ ਹੋਏ। ਤੇ ਫਿਰ ਉਹਨਾਂ ਦਾ ਮੁਖ ਜਿਹੜਾ ਹੈ ਪਰਲੋਕ ਦੇ ਵਿੱਚ ਉਜਾਲੇ ਵਾਲਾ, ਜਸ ਰੂਪ ਉਜਾਲਾ ਹੋਏਗਾ। ਉਜਲਾ ਨਾਮ ਪਵਿੱਤਰ ਦਾ ਵੀ ਹੁੰਦਾ ਹੈ। ਉਹਨੂੰ ਪਾਪਾਂ ਦੀ ਮੈਲ ਨਹੀਂ ਹੋਏਗੀ, ਪਾਪਾਂ ਦੀ ਮੈਲ ਲੈ ਜਾਏਗੀ। ਇਹ ਮੈਲਾ ਉਜਲ ਤਾਥੀ ਹੈ, ਜਿਹੜਾ ਮੈਲ ਲੱਗੀ ਹੋਵੇ ਉਹਨੂੰ ਮੈਲਾ ਕਹਿੰਦੇ, ਜਿਹਦੀ ਮੈਲ ਨਿਕਲ ਜਾਏ ਉਹਨੂੰ ਉਜਲ ਕਹਿੰਦੇ। ਇਸ ਕਰਕੇ ਉਜਲ ਹੋ ਕਰਕੇ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਇਹ ਤੇ ਛੋਟੀ ਨਾਲ ਇਸ ਪ੍ਰਕਾਰ ਉਜਾਲਾ, ਜਸ ਦਾ ਨਾਮ ਵੀ ਉਜਾਲਾ ਜਿਹੜਾ ਮੈਲ ਤੋਂ ਰਹਿਤ ਪਵਿੱਤਰ ਦਾ ਨਾਮ ਵੀ ਹੈ। ਉਹਨਾਂ ਦੇ ਮੁਖ ਉਜਲ ਹੋਏ ਹਨ, ਪਵਿੱਤਰ ਹੋਏ ਨੇ। ਪੂਰੇ ਗੁਰ ਤੇ ਪਾਈਐ। ਫਿਰ ਨਾਮ ਜਿਹੜਾ ਹੈ ਅਧੂਰੇ ਗੁਰੂ ਤੋਂ ਲਓਗੇ। ਅਧੂਰੇ ਗੁਰੂ ਦੀ ਸਿੱਖਿਆ ਅਧੂਰੀ, ਪੂਰੇ ਗੁਰੂ ਦੀ ਸਿੱਖਿਆ ਪੂਰੀ ਹੈ। ਇਸ ਕਰਕੇ ਪੂਰਾ ਗੁਰੂ ਕੌਣ ਹੈ? ਕਲਯੁਗ ਦੇ ਗੁਰੂ ਨਾਨਕ ਸਾਹਿਬ। ਇਹ ਪੂਰਿਆਂ ਦੀ ਗੱਦੀ ਹੈ। ਅੱਜ 11ਵੇਂ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵਾਈਮਾਨ ਸ਼ਬਦ ਰੂਪ ਹੋ ਕਰਕੇ ਗੁਰੂ ਸਾਡੇ ਕੋਲ ਹੈ। ਇਸ ਕਰਕੇ ਇਹ ਅੰਮ੍ਰਿਤ ਦੀ ਦਾਤ ਜਿਹੜੀ ਹੈ, ਨਾਮ ਰੂਪੀ ਅੰਮ੍ਰਿਤ ਦੀ ਦਾਤ ਪੂਰੇ ਸਤਿਗੁਰੂ ਤੋਂ ਪਾਈ ਹੈ ਕਿ ਇਹ ਪ੍ਰਾਪਤ ਕਰੀ ਜਾਂਦੀ ਹੈ। ਪੂਰਾ ਸਤਿਗੁਰੂ ਕਿਰਪਾ ਕਰਦਾ ਹੈ। ਪ੍ਰਗਟ ਸਭਨੀ ਲੋਏ। ਜੋ ਨਾਮ ਦੀ ਦਾਤ ਲੈ ਲੈਂਦਾ ਉਹ ਲੋਏ ਨਾਮ ਹੈ ਲੋਕਾਂ ਦਾ। ਜਿਵੇਂ ਤਿੰਨੇ ਲੋਕ ਨੇ, ਆਹ ਲੋਕ ਹੈ, ਸਾਰਿਆਂ ਲੋਕਾਂ ਦੇ ਵਿੱਚ, ਸਾਰਿਆਂ ਥਾਵਾਂ ਤੇ, ਦੇਵਤਿਆਂ ਦੇ ਵਿੱਚ ਵੀ, ਧਰਮਰਾਜ ਦੀ ਕਚਹਿਰੀ ਆਦਿ ਦੇ ਵਿੱਚ ਵੀ, ਲੋਕ ਪਰਲੋਕ ਦੇ ਵਿੱਚ ਫਿਰ ਉਹ ਪ੍ਰਗਟ ਹੋ ਜਾਂਦਾ ਹੈ। 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹਿ ਛਪੈ। ਉਹ ਛੁਪਦਾ ਨਹੀਂ ਹੈ। ਸਾਧ ਸੰਗਤ ਕੈ ਘਰ ਵਸੈ। ਉਹ ਗੁਰਮੁਖ ਸਾਧ ਸੰਗਤ ਰੂਪੀ ਘਰ ਵਿੱਚ ਸਖਿਆਤਾ ਹੋ ਕਰਕੇ ਰਹਿੰਦੇ ਆ। ਭਾਵ ਉਹਨਾਂ ਨੂੰ ਗਿਆਨ ਹੋ ਗਿਆ, ਉਹਨਾਂ ਦੇ ਅੰਦਰੋਂ ਨਾਮ ਦੇ ਰਸਤੇ ਝਰਨੇ ਚੱਲਣ ਲੱਗ ਜਾਂਦੇ ਆ। ਤੇ ਇਸ ਕਰਕੇ ਉਹ ਝਰਨੇ ਅਨੰਤ ਰੂਪ ਹੋ ਕਰਕੇ ਬਹਿਦੇ ਆ। ਆਨੰਦ ਆਉਂਦਾ ਉਹਨਾਂ ਨੂੰ। ਸਾਧ ਸੰਗਤ ਦੇ ਵਿੱਚੋਂ ਹੀ ਆਨੰਦ ਪ੍ਰਾਪਤ ਕੀਤਾ ਹੈ। ਸਾਧ ਸੰਗਤ ਕਰਕੇ ਆਪਣੇ ਨਿਜ ਸਰੂਪ ਦੇ ਘਰ ਦੇ ਵਿੱਚ ਵਸੇ ਹੈ। ਐਸਾ ਵੀ ਇਹਦਾ ਜਾਣਨਾ। ਏਕੋ ਸੱਚਾ ਸੋਏ। ਕਿਉਂਕਿ ਉਹਨਾਂ ਦੇ ਹਿਰਦੇ ਸੋਏ ਉਹੋ ਹੀ ਇੱਕੋ ਅਦਵੈਤ ਸਰੂਪ ਪਰਮੇਸ਼ਰ ਵਸਿਆ ਹੈ। ਉਹ ਸਾਖਸ਼ਾਤ ਹੋ ਗਿਆ ਹੈ। ਮੇਰੇ ਮਨ ਹਰ ਹਰ ਨਾਮ ਧਿਆਏ। ਹੇ ਮੇਰੇ ਮਨਾ,
ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹਰੀ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਨਾਮ ਨੂੰ ਧਿਆਉਣਾ ਕਰ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ 'ਚ ਉਪਦੇਸ਼ ਦਿੰਦਿਆਂ ਅਰਜਨ ਨੂੰ ਕਿਹਾ ਸੀ। ਅਰਜਨ ਨੇ ਪੁੱਛਿਆ ਸੀ, ਭਗਵਾਨ ਜੀ ਨਾਮ ਦੀ ਕੀ ਸ਼ਕਤੀ ਹੈ? ਕਹਿਣ ਲੱਗੇ ਪਾਪਾਂ ਨੂੰ ਹਰ ਲੈਂਦਾ ਹੈ। ਕਹਿੰਦਾ ਜੀ ਕਿਸਕੇ ਪਾਪਾਂ ਕੋ ਹਰਤਾ ਹੈ? ਜੋ ਪੁੰਨੀ ਪੁਰਸ਼ ਹਨ, ਜੋ ਭਗਤ ਉਹਨਾਂ ਦੇ ਪਾਪਾਂ ਨੂੰ ਹਰਦਾ ਹੈ। ਕਹਿੰਦੇ ਨਹੀਂ ਅਰਜਨ, ਇਹ ਦੱਸ ਕਿ ਅੱਗ ਦਾ ਕੋਲਾ ਹੱਥ ਤੇ ਰੱਖ ਦਈਏ ਤਾਂ ਕਿਹਨੂੰ ਫੂਕੇਗਾ, ਕਿਹਨੂੰ ਨਹੀਂ ਫੂਕੇਗਾ? ਕਹਿੰਦੇ ਜੀ ਉਹ ਤਾਂ ਹਰੇਕ ਨੂੰ ਫੂਕ ਦੂਗਾ। ਕਹਿੰਦੇ ਫਿਰ ਇੱਥੇ ਪਾਪੀ ਪੁੰਨੀ ਦੀ ਬਾਤ ਨਹੀਂ ਹੈ। ਜਿਹੜਾ ਵੀ ਨਾਮ ਜਪਦਾ ਹੈ, ਹਰੀ ਹਰਤੀ ਪਾਪਾਂ ਨੇ ਦੁਸ਼ਟ ਚਿਤਰਪੀ ਸਿਮਰਤਾ, ਉਹ ਪਾਪਾਂ ਨੂੰ ਹਰ ਲੈਂਦਾ, ਨਾਸ ਕਰ ਦਿੰਦਾ। ਦੁਸ਼ਟ ਚਿੱਤ ਵਾਲਿਆਂ ਦੇ, ਅਜਾਮਲ ਵਰਗੇ, ਗਨਕਾ ਵਰਗਿਆਂ ਦੇ ਸਾਹਮਣੇ ਮਿਸਾਲਾਂ ਹਨ। ਇਸ ਕਰਕੇ ਉਹਦਾ ਨਾਮ ਹਰੀ ਹੈ, ਜੋ ਪਾਪਾਂ ਕੋ ਹਰ ਲੇਤਾ ਹੈ। ਹਰੀ ਹਰਤੀ ਪਾਪਾਂ ਨਹੀਂ, ਜੋ ਪਾਪਾਂ ਨੂੰ ਹਰਦਾ ਹੈ। ਤੇ ਦੁਆਪਰ ਦੇ ਵਿੱਚ ਵੀ ਐਸਾ ਇਹ ਸਿਧਾਂਤ, ਤੇ ਧੰਨ ਗੁਰੂ ਸਾਹਿਬ ਜੀ ਉਹ ਸੌਖੇ ਤਰੀਕੇ ਦੇ ਨਾਲ ਸਾਨੂੰ ਸੌਖਿਆਂ ਸ਼ਬਦਾਂ 'ਚ ਕਹਿੰਦੇ ਆ। ਤੇ ਐਸਾ ਪਰਮੇਸ਼ਰ ਦਾ ਜੋ ਪਾਪਾਂ ਨੂੰ ਹਰਨ ਵਾਲਾ ਹਰੀ ਪਰਮੇਸ਼ਰ ਦਾ ਨਾਮ ਹੈ, ਉਹਨੂੰ ਧਿਆਨ ਕਰਕੇ ਸਾਰੇ ਪਾਪ ਨਿਵਰਤ ਹੋ ਜਾਂਦੇ ਨੇ। ਨਾਮ ਸਹਾਈ ਸਦਾ ਸੰਗ, ਇਹ ਨਾਮ ਜਿਹੜਾ ਹੈ ਉਹ ਸਦਾ ਹੀ ਸਹਾਇਤਾ ਕਰਨ ਵਾਲਾ ਹੈ। ਇਸ ਕਰਕੇ ਉਹਨੇ ਸਦਾ ਸਹਾਇਤਾ ਕੀਤੀ ਹੈ। ਮਾਤਾ ਦੇ ਗਰਭ ਦੇ ਵਿੱਚ ਨਹੀਂ ਸਹਾਇਤਾ ਕੀਤੀ ਤੇਰੀ, ਉੱਥੇ ਕਿਹੜਾ ਕੋਈ ਹੋਰ ਮਾਂ ਵੀ ਨਹੀਂ ਸੀ ਤੇਰੀ ਸਹਾਇਤਾ ਕਰ ਸਕਦੀ, ਜਿਹੜੀ ਪੇਟ ਦੇ ਵਿੱਚ ਲਈ ਫਿਰਦੀ ਸੀ ਤੈਨੂੰ। ਸਦਾ ਸੰਗ ਇਸ ਸੰਸਾਰ ਦੇ ਵਿੱਚ ਹਮੇਸ਼ਾ ਤੇਰੇ ਨਾਲ ਹੈ। ਚੇਤਨ ਸੱਤਾ ਰੂਪ ਹੋ ਕਰਕੇ ਉਹ ਤੇਰੇ ਵਿੱਚ ਹੁਣ ਵੀ ਹੈ। ਅੱਗੇ ਲੈ ਛੁਡਾਏ, ਅੱਗੇ ਪਰਲੋਕ ਦੇ ਵਿੱਚ ਵੀ ਯਾਦ ਰੱਖੀ, ਉਹਨੇ ਹੀ ਛਡਾਉਣਾ ਤੈਨੂੰ। ਮਾਤਾ ਪਿਤਾ ਮਿੱਤਰ ਜਿੰਨੇ ਮਰਜ਼ੀ ਕਰ ਲੈ, ਵੀ ਇਹਨਾਂ ਨੇ ਕਿਸੇ ਨੇ ਨਹੀਂ ਛਡਾਉਣਾ, ਉਹਨੇ ਛਡਾਉਣਾ। ਵਾਹਿਗੁਰੂ ਨੇ ਜਿਹਨੇ ਛਡਾਉਣਾ ਉਹਨੂੰ ਹੀ ਚੇਤੇ ਰੱਖਿਆ ਕਰ। ਰਹਾਉ ਅਸਾਈ ਦੇ ਕੇ ਫਰਮਾਉਂਦੇ ਨੇ, ਦੁਨੀਆ ਕੀਆ ਵਡਿਆਈਆ, ਇਹ ਦੁਨੀਆ ਜਿਹਦੀਆਂ ਦੋ ਨੀਹਾਂ ਹਨ ਜੰਮਣ ਤੇ ਮਰਨ ਦੀਆਂ, ਦੋ ਨੀਹਾਂ ਵਾਲੀ ਇਹਨੂੰ ਦੁਨੀਆ ਕਿਹਾ ਜਾਂਦਾ ਹੈ। ਇਹ ਸੰਸਾਰ ਦੀ ਬਾਤ ਹੈ। ਇਸ ਦੀਆਂ ਜਿਹੜੀਆਂ ਮਾਇਕੀ ਵਡਿਆਈਆਂ ਹਨ, ਜਸ ਹੈ, ਹਰ ਇੱਕ ਨੂੰ ਚੰਗਾ ਲੱਗਦਾ ਜਸ ਮੇਰਾ ਜਸ ਹੋਵੇ। ਪਰ ਇਹ ਪਰਲੋਕ ਦੇ ਵਿੱਚ ਦੱਸਦੇ ਹਨ, ਕਬਨ ਆਵਹਿ ਕਾਮ, ਇਹ ਦੱਸ ਕੀ ਕੰਮ ਆਏਗਾ ਪਰਲੋਕ ਵਿੱਚ। ਆਉਣਗੀਆਂ ਤੇਰੀ ਵਡਿਆਈਆਂ ਕੰਮ, ਚਾਰ ਕਿਰਿਆਂ ਦੀ ਵਡਿਆਈ ਹੈ। ਮਾਇਆ ਕੀ ਸ਼ੋਭਾ ਚਾਰ ਦਿਹਾੜੇ, ਤੇ ਇਹ ਜਾਂਦੇ ਬਿਲਵਨ ਦੇਰ ਨਹੀਂ ਲੱਗਦੀ ਇਹਨੂੰ ਜਾਣ ਨੂੰ। ਸੰਸਾਰ ਦੇ ਮਾਣ ਮਹੱਤ ਇੱਥੇ ਰਹਿ ਜਾਂਦੇ ਆ। ਤੇ ਇਸ ਕਰਕੇ ਦੁਆਰੇ ਬੋਲੇ ਜੀ, ਕਬਨ ਆਵਹਿ ਕਾਮ, ਇਹ ਕਿਹਦੇ ਕੰਮ ਆਈਆਂ ਨੇ ਪਿੱਛੇ, ਹੁਣ ਕਿਹਦੇ ਕੰਮ ਆਉਣਗੀਆਂ? ਬੜੇ ਬੜੇ ਧਨਾੜ ਹੋਏ, ਵਜ਼ੀਰ ਹੋਏ, ਰਾਜੇ ਮਹਾਰਾਜੇ ਹੋਏ, ਬੜੇ ਬੜੇ ਆਪਣੇ ਆਪ ਦਾ ਸਤਿਕਾਰ ਕਰਾਉਣ ਵਾਲੇ ਪਖੰਡੀ ਲੋਕ ਵੀ ਹੋਏ, ਦੂਸਰੇ ਵੀ ਹੋਏ, ਰਾਜਨੀਤਿਕ ਤੇ ਧਾਰਮਿਕ ਹੋਏ। ਕਿਹਦੇ ਕੰਮ ਆਈਆਂ ਵਡਿਆਈਆਂ? ਇਹ ਪਰਲੋਕ ਦੇ ਵਿੱਚ ਕਿਸੇ ਦੇ ਕੰਮ ਨਹੀਂ ਆਈਆਂ ਹੈ। ਇਹਨਾਂ ਨੇ ਸਹਾਇਤਾ ਨਹੀਂ ਕਰਨੀ। ਨਾਨਕ ਦੁਨੀਆ ਕਿਆਂ ਵਡਿਆਈਆਂ, ਅੱਗੀ ਛੇਤੀ ਜਾਲ ਫੂਕ ਦੇ ਅੱਗ ਵਿੱਚ, ਗਿਆਨ ਦੀ ਅੱਗ 'ਚ ਫੂਕਦੇ ਨੂੰ ਵਡਿਆਈ ਦੀ ਇੱਛਾ ਨਾ ਰੱਖ। ਇਹ ਨਹੀਂ ਜਲੀ ਨਾਮ ਵਿਸਾਰਿਆ, ਕਿਉਂ ਤਿਆਗਣ ਨੂੰ ਕਿਹਾ? ਇਹ ਵਡਿਆਈਆਂ ਨੇ ਤਾਂ ਨਾਮ ਨੂੰ ਭੁਲਾਇਆ। ਇੱਕ ਨਾ ਚੱਲੀਆਂ ਨਾਲ, ਇਹ ਨਾਲ ਨਹੀਂ ਗਈਆਂ ਹਨ। ਮਾਇਆ ਕਾ ਰੰਗ ਸਭ ਫਿੱਕਾ, ਇਹ ਵੈਸੇ ਤਾਂ ਸੌਖਾ ਹੀ ਆ ਪਾਠ, ਪਰ ਫਿਰ ਵੀ ਦੱਸਣਾ ਫਰਜ਼ ਹੈ। ਇਹਨੂੰ ਅਧਿਕ ਸਹਿਤ ਪਾਠ ਬੋਲਣਾ, ਫਿੱਕਾ ਕਹਿਣਾ, ਫਿਕਾ ਨਾ ਬਣ ਜਾਵੇ। ਕਈਆਂ ਨੂੰ ਭੁਲੇਖਾ ਜਿਹਦੀ ਸੰਥਿਆ ਨੇ ਹੋਈ, ਉਹਨੇ ਕਹਿਣਾ ਵੀ ਫਿਕਾ ਹੈ ਪਾਠ, ਇਹ ਫਿੱਕਾ ਹੁੰਦਾ, ਫਿਕੇ ਦਾ ਕੋਈ ਅਰਥ ਨਹੀਂ ਹੁੰਦਾ। ਇਹ ਭਾਈ ਮਾਇਆ ਦਾ ਜਿਹੜਾ ਰੰਗ ਹੈ, ਰੰਗ ਦਾ ਅਰਥ ਹੈ ਆਨੰਦ। ਇਹ ਸਭ ਫਿੱਕਾ ਕੀ ਇਹ ਬੇਰਸਾ ਹੀ ਹੈ, ਇਹਦੇ 'ਚ ਕੋਈ ਰਸ ਨਹੀਂ ਹੈ, ਐਵੇਂ ਤੈਨੂੰ ਲੱਗ ਰਿਹਾ ਹੈ। ਜਾਤੋ ਬਿਨਸ ਨਿਦਾਨ, ਨਿਦਾਨ ਅੰਤ ਨੂੰ ਬਿਨਸ ਨਾਸ ਹੋ ਜਾਏਗਾ। ਇਹ ਜਿਹੜੇ ਕੁੱਤੇ ਹਡਾਰਾਂ ਦੇ ਵਿੱਚ ਹੱਡ ਖਾਂਦੇ ਆ, ਹੱਡਾਂ ਦੇ ਵਿੱਚ ਹੁੰਦਾ ਤਾਂ ਕੁਝ ਨਹੀਂ। ਉਹ ਜਿਉਂ-ਜਿਉਂ ਆਪਣੇ ਉਹਦੀਆਂ ਖਾਖਾਂ ਵਾਲੇ ਨਾਲ ਤੇ ਪਾੜ ਕੇ ਨਾ, ਕੁੱਤੇ ਦਾ ਇਹੋ ਜਿਹਾ ਸੁਭਾਅ ਹੈ, ਉਹ ਹੱਡ ਸਖਤ ਹੁੰਦਾ ਹੈ। ਜਦੋਂ ਖਾਈ ਜਾਂਦਾ ਉਹਦੇ ਮੂੰਹ 'ਚੋਂ ਹੀ ਲਹੂ ਵਗਣਾ ਸ਼ੁਰੂ ਹੋ ਜਾਂਦਾ। ਉਹ ਆਪਣਾ ਲਹੂ ਪੀ ਕੇ ਆਪ ਹੀ ਖੁਸ਼ ਹੋ ਜਾਂਦਾ ਵੀ ਮੈਨੂੰ ਹੱਡ 'ਚੋਂ ਰਸ ਆਉਂਦਾ। ਇਹ ਜਿਹੜੇ ਪਦਾਰਥਾਂ ਦੇ ਰਸ ਨੇ, ਇਸ ਤਰ੍ਹਾਂ ਹੱਡ ਚੂਸਣ ਵਾਲਾ ਹੀ ਰਸ ਹੈ ਇਹ। ਤੇ ਇਸ ਕਰਕੇ ਇਹ ਫਿੱਕੇ ਨੇ, ਇਹਨਾਂ ਦੇ ਕੋਈ ਰਸ ਨਹੀਂ ਹੈ। ਤੇ ਜਾਤੋ ਬੋਲਦੇ ਜੀ, ਜਾਤੋ ਬਿਨਸ, ਜਾਤੋ ਬਿਨਸ ਨਿਦਾਨ। ਤੇ ਇਹ ਫਿਰ ਸਾਰਾ ਐਸਾ ਹੈ, ਨਿਦਾਨ ਅੰਤ ਨੂੰ,
ਜਦੋਂ ਅੰਤ ਹੋਏਗਾ ਤੇਰਾ। ਤੇ ਜਾਤੋ ਚਲਾ ਜਾਏਗਾ, ਨਾਸ ਹੋ ਜਾਏਗਾ, ਅੰਤ ਨੂੰ ਨਾਸ ਹੋ ਜਾਣੇ, ਰਸ ਨੇ ਨਾਲ ਨਹੀਂ ਜਾਣਾ। ਜਾ ਕੈ ਹਿਰਦੈ ਹਰਿ ਵਸੈ, ਇਹਨਾਂ ਦੇ ਹਿਰਦੇ ਦੇ ਵਿੱਚ ਅੰਤਿਸ਼ਕਰਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਇੱਕ ਸ਼ਬਦ ਦੀ ਧੁਨੀ ਹੋ ਕਰਕੇ ਵਸ ਗਿਆ। ਨਾਮ ਇਹ ਹਿਰਦੇ ਦੇ ਵਿੱਚ ਵਸਣਾ ਹੈ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਕਰਿਆ। ਪਰ ਨਾਮ ਪਹਿਲਾਂ ਰਸਨਾ ਤੇ ਆਏਗਾ, ਫਿਰ ਕੰਠ ਵਿੱਚ ਜਾਏਗਾ, ਫਿਰ ਹਿਰਦੇ 'ਚ ਵਸਦਾ ਹੈ। ਫਿਰ ਪਰਾਬਾਣੀ ਵਿੱਚ ਜਾਂਦਾ ਹੈ। ਨਾਮ ਦੇ ਟਿਕਾਣੇ ਨੇ 4, 6 ਟਿਕਾਣੇ ਹੋਰ ਨੂੰ ਤੋਂ ਬਾਅਦ ਅਖੀਰ ਦੀਆਂ ਅਵਸਥਾ ਮਨ ਅਭੇਦ ਹੋਣ ਦੀਆਂ। ਮਾਇਆ ਦਾ ਰੰਗ ਜਿਹੜਾ ਇਹ ਬੜਾ ਫਿੱਕਾ ਹੈ, ਅੰਤ ਨੂੰ ਨਾਸ ਹੋ ਜਾਣ ਵਾਲਾ ਹੈ। ਸੋ ਪੂਰਾ ਪ੍ਰਧਾਨ, ਜਿਹਦੇ ਹਿਰਦੇ 'ਚ ਵਾਹਿਗੁਰੂ ਵਸਿਆ ਸੋ ਪੂਰਾ ਪ੍ਰਧਾਨ। ਉਹ ਪੂਰਾ ਪ੍ਰਧਾਨ ਨਾਮ ਮੁਖੀ ਦਾ ਹੁੰਦਾ ਹੈ। ਉਹ ਸਾਰਿਆਂ ਦੇ ਵਿੱਚ ਮੁਖੀ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਉਹ ਸਾਰੀ ਦੁਨੀਆ 'ਚ ਪ੍ਰਗਟ ਹੁੰਦਾ ਹੈ। ਸਾਧੂ ਕੀ ਹੋ ਰੇਨਕਾ, ਭਾਈ ਕੱਲਾ ਨਾਮ ਜਪਿਆ ਵਾ ਸਫਲਾ ਨਹੀਂ ਹੋਣਾ। ਜਿਹੜੇ ਨਾਮ ਜਪਣ ਵਾਲੇ ਮਹਾਂਪੁਰਸ਼ ਬੰਦਗੀ ਵਾਲੇ ਨੇ ਗੁਰਮੁਖ, ਉਹਨਾਂ ਦੀ ਚਰਨ ਧੂੜ ਬਣਿਆ ਰਹਿ। ਉਹਨਾਂ ਦੀ ਕਦੇ ਬੇਅਦਬੀ ਨਾ ਕਰੀ, ਉਹਨਾਂ ਦੀ ਕਦੇ ਨਿੰਦਿਆ ਨਾ ਕਰੀ, ਉਹਨਾਂ ਦਾ ਕਦੇ ਅਪਮਾਨ ਨਾ ਕਰੀ। ਉਹਨਾਂ ਦੀ ਚਰਨ ਧੂੜ ਬਣ ਕੇ ਰਹਿ। ਸਾਧੂ ਕੀ ਹੋ ਰੇਣਕਾ, ਉਹਨਾਂ ਦੀ ਚਰਨ ਧੂੜ ਬਣਿਆ ਰਹਿ। ਆਪਣਾ ਆਪ ਤਿਆਗ, ਤੇ ਆਪਣੀ ਜਿਹੜੀ ਸੁੰਦਰਤਾ, ਆਪਣੇ ਗੁਣ, ਆਪਣਾ ਧਨ, ਇਹ ਜਿਹੜਾ ਆਪਣੇ ਆਪ ਦਾ ਅਹੰ ਭਾਵ ਹੈ, ਇਹ ਹੰਕਾਰ ਹੀ ਹੈ ਨਾ, ਮੇਰਾ ਧਨ, ਮੇਰਾ ਸੁੰਦਰ ਰੂਪ, ਇਹਨੂੰ ਤਿਆਗਣਾ ਕਰ ਤਿਆਗਣ ਯੋਗ ਹੈ। ਉਪਾਵ ਸਿਆਣਪ ਸਗਲ ਛੱਡ, ਸਗਲ ਸਾਰੇ ਉਪਾਵ ਸਰੀਰ ਦੇ ਯਤਨ ਤੇ ਬੁੱਧੀ ਦੀਆਂ ਸਿਆਣਪਾਂ। ਇਸ ਕਰਕੇ ਉਪਾਵ ਤੇ ਸਿਆਣਪ ਦਾ ਅਰਥ ਹੈ ਇਹ। ਉਪਾਵ ਸਰੀਰ ਦਾ ਯਤਨ ਤੇ ਬੁੱਧੀ ਦੀਆਂ ਹੋ ਗਈਆਂ ਸਿਆਣਪਾਂ। ਚਤਰਾਈਆਂ ਛੱਡ ਦੇ, ਤਿਆਗ ਦੇ ਇਹਨਾਂ ਨੂੰ। ਗੁਰ ਕੀ ਚਰਣੀ ਲਾਗ, ਇੱਕੋ ਹੀ ਗੱਲ ਹੈ ਵੀ ਗੁਰੂ ਨਾਨਕ ਦੇ ਚਰਨੀ ਲੱਗਿਆ ਰਹਿ। ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾ। ਤਿਸੈ ਪ੍ਰਾਪਤ ਰਤਨ ਹੋਏ, ਇਹ ਸ਼ਬਦ ਰੂਪੀ ਰਤਨ ਗੁਰ ਕਾ ਸ਼ਬਦ ਰਤਨ ਹੈ। ਹੀਰੇ ਜਿਤ ਜੜਾਓ ਕਬੀਰ ਹਰ ਹੀਰਾ ਜਨ ਜੌਹਰੀ। ਇਹ ਜਿਹੜਾ ਹੈ ਇਹ ਮਾਨਕ ਦੀ ਨਿਆਈ ਅਮੋਲਕ ਹੈ। ਪ੍ਰਾਪਤ ਕਿਹਨੂੰ ਹੁੰਦਾ ਹੈ? ਸਤਿਗੁਰਾਂ ਪਾਸੋਂ ਮਿਲਦਾ ਭਾਈ, ਉਸੇ ਨੂੰ ਪ੍ਰਾਪਤ ਹੋਏਗਾ। ਸ਼ਬਦ ਰੂਪੀ ਰਤਨ ਸਤਿਗੁਰਾਂ ਪਾਸੋਂ ਉਹਨੂੰ ਮਿਲਦਾ ਹੈ। ਜਿਸ ਮਸਤਕ ਹੋਵੇ ਭਾਗ, ਜਿਹਦੇ ਮੱਥੇ ਦੇ ਉੱਤੇ ਸ੍ਰੇਸ਼ਟ ਭਾਗ, ਉਹ ਮਨੁੱਖਾਂ ਗੁਰੂਆਂ ਦੇ ਪਾਸੋਂ ਗੁਰਮਤਿ ਧਾਰਨ ਕਰਦਾ ਹੈ। ਪਿਛਲੇ ਪੂਰਵਲੇ ਕਰਮ ਸਾਥ ਦੇਣ, ਆਪਣੀ ਮਨ ਦੀ ਮਤ ਤਿਆਗ ਦੇਵੇ। ਪਰ ਇਹ ਗੱਲ ਹੈ ਬੜੀ ਕਠਿਨ। ਕਹਿਣਾ ਹੀ ਸੌਖਾ ਹੈ, ਮਨ ਦੀ ਮਤ ਤਿਆਗਣੀ ਬਹੁਤ ਔਖੀ ਹੈ। ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਣੀ, ਇਹ ਕਠਿਨ ਬਾਤ ਹੈ। ਤਿਸੈ ਪ੍ਰਾਪਤ ਭਾਈ ਹੋ, हे ਭਰਾਵੋ ਸਤਿਗੁਰੂ ਦੀ ਪ੍ਰਾਪਤੀ ਉਸੇ ਨੂੰ ਹੁੰਦੀ ਹੈ ਜਿਸ ਦੇਵੈ ਪ੍ਰਭ ਆਪ। ਬਈ ਜਿਹਨੂੰ ਪ੍ਰਭੂ ਇਹ ਆਪ ਕਿਰਪਾ ਕਰਕੇ ਸਤਿਗੁਰੂ ਦੀ ਚਰਨ ਸ਼ਰਨ ਦੇ ਦੇਵੇ, ਸਤਿਗੁਰੂ ਤੋਂ ਹੀ ਨਾਮ ਮਿਲਣਾ ਹੈ। ਸਤਿਗੁਰ ਕੀ ਸੇਵਾ ਸੋ ਕਰੇ, ਸਤਿਗੁਰੂ ਦੀ ਸੇਵਾ ਭਾਈ ਉਹ ਕਰਦੇ ਹਨ ਜਿਸ ਵਿਨਸੈ ਹਉਮੈ ਤਾਪ। ਸਤਿਗੁਰੂ ਦੀ ਸੇਵਾ ਨਾਮ ਹੈ ਟਹਿਲ ਦਾ। ਟਹਿਰ ਕੌਣ ਕਰਦਾ ਹੈ? ਤੇ ਜਿਹਦੇ ਅੰਦਰ ਹਉਮੈ ਦੀ ਜਿਹੜੀ ਅੰਦਰ ਇੱਕ ਬਿਮਾਰੀ ਹੈ, ਇਹ ਹਉਮੈ ਦੀ, ਉਹਨੂੰ ਤਾਪ ਦੇ ਨਾਲ ਤੁਲਨਾ ਦਿੱਤੀ ਗਈ ਹੈ। ਜਿਹਦੇ ਅੰਦਰ ਹਉਮੈ ਦਾ ਤਾਪ ਹੈ, ਚੜਿਆ ਹੋਇਆ ਹਉਮੈ ਦਾ ਤਾਪ, ਉਹ ਸੇਵਾ ਕਿਵੇਂ ਕਰ ਲੂਗਾ? ਜਿਹਨੂੰ ਬੁਖਾਰ ਚੜਿਆ ਹੋਵੇ ਮੰਜੇ ਤੇ ਨਹੀਂ ਉੱਠਦਾ ਉਹ ਤਾਂ। ਜਿਹਨੂੰ ਹਉਮੈ ਦਾ ਤਾਪ ਚੜਿਆ ਉਹ ਕਿਹੜਾ ਉੱਠੂਗਾ ਫਿਰ ਮੰਜੇ ਤੇ? ਉਹਨੂੰ ਜਿੰਨਾ ਮਰਜ਼ੀ ਕਹੋ ਵੀ ਸੇਵਾ ਕਰ ਲੈ, ਉਹ ਉੱਠਦਾ ਹੀ ਨਹੀਂ, ਕਿਉਂਕਿ ਬਿਮਾਰ ਹੈ। ਸਰੀਰ ਤੰਦਰੁਸਤ ਹੈ ਪਰ ਮਨ ਬਿਮਾਰ ਹੈ, ਉਹਨੂੰ ਹਉਮੈ ਦਾ ਤਾਪ ਚੜਿਆ, ਕਹਿੰਦਾ ਮੈਂ ਕਿਉਂ ਕਰਾਂ? ਤੇ ਮੂਹਰੇ ਤੋਂ ਇਹ ਵੀ ਕਹਿ ਸਕਦਾ ਵੀ ਮੈਂ ਇੱਥੇ ਕੋਈ ਕੰਮ ਕਰਨ ਥੋੜ੍ਹੀ ਆਇਆ, ਮੈਂ ਤਾਂ ਆਪਣਾ ਪੜ੍ਹਨ ਪੜ੍ਹਾਉਣ ਵਾਸਤੇ ਆਇਆ। ਤੇ ਇਹ ਹੰਕਾਰ ਬੋਲੇਗਾ ਉਹਦਾ। ਗੁਰਮੁਖ ਨਹੀਂ ਐਸਾ ਕਹਿ ਸਕਦਾ, ਸਿੱਖੀ ਤੋਂ ਪਰੇ ਜਾ ਕੇ ਐਸਾ ਕਹਿ ਸਕਦਾ ਹੈ। ਇਹ ਹਉਮੈ ਦਾ ਜਿਹਨੂੰ ਤਾਪ ਚੜਿਆ, ਜਿਹਨੂੰ ਤਾਪ ਚੜਿਆ ਹੈ ਕਰਦਾ ਹੀ ਹੁੰਦਾ ਉਹ। ਉਹਨੇ ਮੈਂ ਕਰਨਾ ਹੀ ਹੈ ਕਿਉਂਕਿ ਹਉਮੈ ਦਾ ਤਾਪ ਚੜਿਆ। ਜਿਨ੍ਹਾਂ ਦਾ ਬਿਨਸ ਗਿਆ ਉਹ ਸਤਿਗੁਰ ਕੀ ਸੇਵਾ ਕਰੇ, ਉਹ ਚਾਅ ਨਾਲ ਸੇਵਾ ਕਰਨਗੇ। ਤੋ ਇਸ ਕਰਕੇ ਉਹ ਹੀ ਸੇਵਾ ਕਰਦਾ, ਨਹੀਂ ਤਾਂ ਹੰਕਾਰ ਚ ਆਫਰਿਆ ਫਿਰਦਾ ਹੈ ਤੇ ਆਪਣੇ ਆਪ ਨੂੰ ਵੱਡਾ ਸਮਝ ਕੇ ਆਪ ਵਿਗੜਿਆ ਦੂਜਿਆਂ ਨੂੰ ਵਿਗਾੜਦਾ ਰਹੂਗਾ ਵੀ ਤੈਨੂੰ ਕੀ ਲੋੜ ਹੈ ਕੰਮ ਕਰਨ ਦੀ, ਤੂੰ ਆਹ ਕਰ, ਤੂੰ ਆਹ ਕਰ, ਮਗਰ ਲਾ ਲੂ ਆਪਣੇ। ਚਤਰਾਈ ਜਿਨ੍ਹਾਂ ਦੇ ਕੋਲ ਹੈ ਉਹ ਦੂਜਿਆਂ ਨੂੰ, ਜਿਨ੍ਹਾਂ ਦਾ ਦਿਮਾਗ ਘੱਟ, ਆਪਣੇ ਮਗਰ ਲਾ ਲੈਣਗੇ ਉਹਨੂੰ। ਉਹ ਨਾ ਉਹਦਾ ਭਲਾ ਨਾ ਉਹਦਾ ਭਲਾ, ਦੋਨੇ ਦੇਣਦਾਰ ਬਣ ਜਾਣਗੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜੋ ਹਉਮੈ ਦਾ ਤਾਪ, ਪਹਿਲਾਂ ਇਹਦਾ ਇਲਾਜ ਕਰਾਓ। ਤੀਨੇ ਤਾਪ ਨਿਵਾਰਨ ਹਾਰਾ,
ਦੁਖੰਤਾ ਸੁਖਰਾਜ ਤਾਂ ਕੋ ਵਿਗੜ ਨਾ ਕੋ ਲਾਗੈ ਜਾਂ ਕੀ ਪ੍ਰਭਾ ਅਗੇ ਅਰਦਾਸ ਕਰੀਏ ਮਹਾਰਾਜ ਸਾਡਾ ਜੀਵਨ ਸਵੱਛ ਬਣਾ ਦਿਓ। ਨਾਨਕ ਕੋ ਗੁਰ ਭੇਟਿਆ। ਜਿਨ੍ਹਾਂ ਨੂੰ ਭਾਈ ਗੁਰੂ ਭੇਟਿਆ ਦਾ ਅਰਥ ਹੈ ਪ੍ਰਾਪਤ ਹੋਣਾ, ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ। ਬਿਨਸੇ ਸਗਲ ਸੰਤਾਪ। ਸੰਗ ਭਰੀ ਪ੍ਰਕਾਰ ਤਪਾਉਣ ਵਾਲੇ ਵਿਸ਼ੇ ਵੀ ਤੇ ਹੰਗਤਾ ਆਦਿਰੋ ਬਿਨਸ ਗਏ, ਨਾਸ ਹੋ ਗਏ ਉਹਨਾਂ ਦੇ। ਸ੍ਰੀ ਰਾਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਅਗਲੇ ਸ਼ਬਦ ਵੀ ਸ੍ਰੀ ਰਾਗ ਚ ਉਤਾਰਨ ਕਰਦੇ ਹਨ ਜੀ। ਇੱਕ ਪਛਾਣੂ ਜੀ ਕਾ। ਹੇ ਭਾਈ ਇੱਕ ਨੂੰ ਹਿਰਦੇ ਚ ਪਛਾਣਨਾ ਕਰ। ਇੱਕ ਪਛਾਣ ਜੀ ਕਾ ਕਿ ਇੱਕ ਪਰਮਾਤਮਾ ਜਿਹੜਾ ਹੈ ਉਸ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਨਾ, ਤੇ ਇੱਕ ਪਰਮਾਤਮਾ ਹੀ ਇਸ ਜੀਵ ਦੀ ਪਛਾਣਦਾ ਹੈ, ਪਛਾਣਨਹਾਰ ਹੈ। ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਐਸਾ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਦੀ ਸਭ ਦੀ ਜਾਣਦਾ ਹੈ। ਇੱਕੋ ਰੱਖਣਹਾਰ। ਭਾਈ ਜਿਹੜਾ ਅੰਤਰਜਾਮੀ ਹੈ ਫਿਰ ਰੱਖਿਆ ਵੀ ਉਹੀ ਕਰੂਗਾ, ਰੱਖਣ ਵਾਲਾ ਵੀ ਉਹੀ ਹੈ। ਤੇ ਜਿਸ ਨੇ ਮਾਤਾ ਦੇ ਗਰਭ ਦੇ ਵਿੱਚ ਰੱਖਿਆ ਸੰਸਾਰ ਦੇ ਵਿੱਚ ਵੀ ਉਹੀ ਰੱਖੂ, ਪਰਲੋਕ 'ਚ ਵੀ ਉਹੀ ਰੱਖੂਗਾ। ਜੀਵ ਦਾ ਰਾਖਾ ਹੀ ਉਹੀ ਹੈ, ਹੋਰ ਨਹੀਂ ਕੋਈ ਹੋ ਸਕਦਾ ਰਾਖਾ। ਇੱਕ ਸਕਾ ਮਨ ਆਸਰਾ। ਤੇ ਇੱਕ ਵਾਹਿਗੁਰੂ ਦੇ ਹੀ ਮਨ ਦੇ ਵਿੱਚ ਆਸਰਾ ਰੱਖੋ ਭਾਈ। ਮਾਨੂ ਕੀ ਟੇਕ ਬਿਰਥੀ ਸਭ ਜਾਨ, ਮਨੁੱਖ ਦੀ ਟੇਕ ਬਿਰਥੀ ਹੈ, ਉਹਦਾ ਆਸਰਾ ਲਓ। ਇੱਕੋ ਪ੍ਰਾਣ ਆਧਾਰ। ਉਹੀ ਪ੍ਰਾਣਾਂ ਦਾ ਆਧਾਰ ਨਾਮ ਆਸਰਾ। ਚੇਤਨ ਸੱਤਾ ਅੰਦਰ ਨਾ ਹੋਵੇ ਪ੍ਰਾਣ ਚੱਲੇ ਨਹੀਂ ਸਕਦੇ। ਇਹ ਪ੍ਰਾਣਾਂ ਦਾ ਆਸਰਾ, ਪ੍ਰਾਣ ਦੀ ਗਤੀ ਸਵਾਸ ਆਉਣਾ ਜਾਣਾ ਇਹ ਉਹਦੀ ਕਿਰਪਾ ਦੇ ਨਾਲ ਚੱਲਦਾ ਹੈ। ਜਿਸ ਸਰਣਾਈ ਸਦਾ ਸੁਖ। ਬਈ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਸਦਾ ਸੁਖ ਹੈ। ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਫਿਰ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਸੁਖ ਹੈ, ਆਤਮਿਕ ਸੁਖ ਉੱਥੇ ਹੀ ਮਿਲਦਾ ਹੈ। ਪਰ ਬ੍ਰਹਮ ਕਰਤਾਰ। ਜਿਹੜਾ ਪਾਪਾਂ ਪੁੰਨਾਂ ਤੋਂ ਪਰੇ ਹੈ, ਬ੍ਰਹਮ ਵਿਆਪਕ ਹੈ, ਉਹ ਸਭ ਦਾ ਸਾਰਿਆਂ ਜਗ੍ਹਾ ਤੇ ਕਰਤਾਰ ਕਰਤਾ ਹੈ ਸੰਸਾਰ ਦਾ, ਜਿਹਦੇ ਕਰ ਹੱਥਾਂ ਦੇ ਵਿੱਚ ਤਾਰ ਡੋਰ ਪਕੜੀ ਹੋਈ ਹੈ ਸਾਰਿਆਂ ਜੀਵਾਂ ਨੂੰ ਰੋਜੀ ਦੇਣ ਦੀ। ਚੇਤਨ ਸੱਤਾ ਰੂਪ ਉਹ ਸੋ ਕਹੀਏ ਕਰਤਾਰ, ਐਸਾ ਉਹ ਪਾਰਵੈਮ ਪਰਮੇਸ਼ਰ ਵਾਹਿਗੁਰੂ ਹੈ। ਮਨ ਮੇਰੇ ਸਗਲ ਉਪਾਵ ਤਿਆਗ। ਇਹ ਮੇਰੇ ਮਨ ਸਗਲ ਸਾਰੇ। ਉਪਾਵ ਨਾਮ ਹੁੰਦਾ ਯਤਨ ਦਾ। ਤੂੰ ਆਪਣੇ ਸਾਰੇ ਯਤਨ ਛੱਡ ਦੇ। ਤੇ ਯਤਨ ਕਿਹੜੇ ਛੱਡ ਦੇ? ਤੂੰ ਆਪਣੀ ਹੰਗਤਾ ਤਿਆਗ ਦੇ ਕਿ ਵਾਹਿਗੁਰੂ ਤੇ ਉਹੀ ਮੈਂ ਕਰਾਂ ਜਿਹੜਾ ਤੂੰ ਕਰਾਵੇਂ। ਕਰਨ ਕਾਰਨ ਤੂੰ ਆਪ ਹੀ ਹੈ। ਤੇ ਇਸ ਕਰਕੇ ਇਹ ਹੰਗਤਾ ਤਿਆਗ ਦੇ ਤੋਂ ਗੁਰ ਪੂਰਾ ਆਰਾਧ ਨਿਤ। ਨਿਤ ਹਮੇਸ਼ਾ ਹੀ ਪੂਰੇ ਗੁਰੂ ਦੁਆਰਾ ਨਾਮ ਦਾ ਆਰਾਧਨ ਕਰ। ਗੁਰ ਪੂਰਾ ਆਰਾਧ ਨਿਤ, ਉਹਦੀ ਆਰਾਧਨ ਚੇਤੇ ਕਰ, ਭਾਵ ਸਿਮਰਨ ਕਰ ਪੂਰੇ ਗੁਰੂ ਦੀ ਓਟ ਆਸਰਾ ਲੈ ਕੇ। ਇੱਕ ਸਕੀ ਲਿਵ ਲਾਗ। ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਦੇ ਨਾਲ ਲਿਵ ਨਾਮ ਬਿਰਤੀ ਦਾ ਹੁੰਦਾ ਹੈ। ਪ੍ਰੀਤੀ ਦੇ ਨਾਲ ਬਿਰਤੀ ਲਾ, ਉਹਦੇ ਵਿੱਚ ਲਾਉਣਾ ਕਰ। ਜਿਹੜੀ ਬਿਰਤੀ ਗੱਲਾਂ ਵਿੱਚ ਲਾਉਣਾ ਹੈ, ਨਿੰਦਿਆ ਵਿੱਚ ਲਾਉਣਾ ਹੈ, ਜਾਂ ਵਿਸ਼ੇ ਵਿਕਾਰਾਂ ਦੀ ਚਿਤਵਣੀ ਵਿੱਚ ਲਾਉਣਾ ਹੈ, ਇਹ ਤੇਰੀ ਲਿਵਤਾ ਪਹਿਲਾਂ ਹੀ ਲੱਗੀ ਹੋਈ ਹੈ। ਇਹਨੂੰ ਬਦਲ ਲੈ, ਇੱਥੋਂ ਬਦਲ ਕੇ ਨਾਮ ਦੇ ਵਿੱਚ ਲਾਉਣਾ ਕਰ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ। ਇੱਕੋ ਭਾਈ ਮਿੱਤ ਇੱਕ। ਇਹ ਭਾਈ ਵਿਸਰਾਮ ਦਾ ਧਿਆਨ ਰੱਖੋ। ਇੱਥੇ ਵਿਸਰਾਮ ਹੈ ਤੇ ਥੋੜਾ ਜਿਹਾ ਔਖਾ ਹੈ ਦੂਸਰੇ ਵਿਸਰਾਮਾਂ ਨਾਲੋਂ। ਇੱਕੋ ਭਾਈ ਮਿੱਤ ਇੱਕ। ਤੇ ਇਸ ਤਰ੍ਹਾਂ ਇੱਕ ਅਕਾਲ ਪੁਰਖ ਹੀ ਭਾਈ ਭਰਾਤਾ ਸਮਝ ਕੇ, ਤੇ ਉਹ ਇੱਕੋ ਹੀ ਪ੍ਰਲੋਕ ਦਾ ਮਿੱਤਰ ਵੀ ਹੈ, ਭਰਾਤਾ ਦੀ ਨਿਆਈ ਵੀ ਹੈ। ਭਰਾ ਜਿਵੇਂ ਬਾਹਾਂ ਹੁੰਦੀਆਂ ਨੇ, ਸਹਾਇਤਾ ਕਰਦੇ ਹੈ। ਜੈਸੇ ਰਣ ਮੈਂ ਸਖਾ ਭਰਾਤ, ਉਹ ਛੱਡ ਕੇ ਨਹੀਂ ਜਾਂਦਾ ਹੁੰਦਾ, ਰੱਬ ਵੀ ਨਹੀਂ ਛੱਡ ਕੇ ਜਾਂਦਾ। ਇੱਕੋ ਹੀ ਪਰਮਾਤਮਾ ਹੈ। ਇੱਕੋ ਭਾਈ ਮਿੱਤ ਇੱਕ। ਐਸਾ ਵਾਹਿਗੁਰੂ ਜੋ ਹੈ। ਇੱਕੋ ਮਾਤ ਪਿਤਾ। ਉਹ ਮਾਤਾ ਦੀ ਨਿਆਈ ਬਹੁਤ ਪਿਆਰ ਕਰਦਾ ਹੈ, ਪਿਤਾ ਦੀ ਨਿਆਈ ਰੱਖਿਆ ਕਰਦਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, तुम मात पिता हम बारक तेरे। इਉਂ सभना का मां प्यो आप है। हर आपे माता आपे पिता जिन जियो पाए जगत दिखाया। है ही माता पिता वो अपना। ये तो नकली माता पिता समझो, ये नकली पुत्र धीआं समझो। वाहिगुरू ही है भाई सब कुछ अपने आप, वो तो बिना कोई नहीं है। एक सकी मन टेक है। देवी देवतियां ते पखंडियां दी टेक आसरा छड़ दे। ਇੱਕ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਧਾਰਨ ਕਰ। ਬਹੁਤ ਸਾਰੇ ਲੋਕ ਇੱਟਾਂ ਦਾ ਆਸਰਾ ਹੀ ਫਿਰਦੇ ਨੇ। ਇੱਟਾਂ ਨੂੰ ਦੇਵਤੇ ਬਣਾਇਆ ਹੋਇਆ, ਪੱਥਰਾਂ ਨੂੰ ਦੇਵਤੇ ਬਣਾਇਆ, ਪਖੰਡੀਆਂ ਨੂੰ ਰੱਬ ਬਣਾਇਆ। ਇਹ ਇੱਕ ਦਾ ਆਸਰਾ ਨਹੀਂ। ਇਸ ਕਰਕੇ ਇੱਕ ਪਰਮੇਸ਼ਰ ਦੀ ਮਨ ਦੇ ਹਿਰਦੇ ਦੇ ਅੰਦਰ ਇੱਕ ਸਕੀ ਮਨ ਟੇਕ ਹੈ।
ਇਹ ਗੁਰਮੁਖਾਂ ਦੀ ਆਵਾਜ਼। ਸਤਿਪੁਰਖ ਕਹਿੰਦੇ ਸਾਨੂੰ ਤਾਂ ਇੱਕ ਦਾ ਹੀ ਆਸਰਾ ਹੈ ਵਾਹਿਗੁਰੂ ਦਾ। ਜਿਨ ਜੀਉ ਪਿੰਡ ਦਿੱਤਾ, ਜਿਸ ਵਾਹਿਗੁਰੂ ਨੇ ਜੀਉ ਨਾਮ ਹੈ ਸੂਖਮ ਸਰੀਰ ਦਾ, ਤੇ ਪਿੰਡ ਨਾਮ ਹੈ ਅਸਥੂਲ ਸਰੀਰ ਦਾ। ਜਿਹਨੇ ਸੂਖਮ ਸਰੀਰ ਜਿਹੜਾ 17 ਤੱਤਾਂ ਦਾ ਬਣਿਆ ਹੈ, ਪੰਜੇ ਗਿਆਨ ਇੰਦਰੀ, ਪੰਜ ਕਰਮ ਇੰਦਰੀ, ਪੰਜ ਪ੍ਰਾਣ, ਮਨ ਤੇ ਬੁੱਧ 17 ਹੋ ਗਏ, ਇਹਨਾਂ ਦਾ ਸੂਖਮ ਸਰੀਰ ਹੈ। ਸੂਖਮ ਸਰੀਰ ਸੂਖਮ ਤੱਤਾਂ ਦਾ ਹੈ। ਅਸਥੂਲ ਸਰੀਰ ਅਸਥੂਲ ਤੱਤਾਂ ਦਾ। 25 ਪ੍ਰਕਿਰਤੀਆਂ ਇਹਦੇ ਵਿੱਚੋਂ ਹੀ ਬਣਦੀਆਂ। ਜੀਓ ਸੂਖਮ ਸਰੀਰ ਤੇ ਪਿੰਡ ਅਸਥੂਲ ਸਰੀਰ। ਦਿੱਤਾ ਕਿਸੇ ਨੇ ਦਿੱਤਾ? ਵਾਹਿਗੁਰੂ ਨੇ ਦਿੱਤਾ, ਉਹਨੇ ਬਣਾਇਆ ਹੈ। ਸੋ ਪ੍ਰਭ ਮਨੋ ਨ ਵਿਸਰੈ, ਉਹ ਨਹੀਂ ਕਦੋਂ ਮਨ ਵਿਸਰਿਆ। ਕਹੀਏ ਭੁੱਲਣਾ ਨਹੀਂ ਚਾਹੀਦਾ ਕਦੇ ਵੀ, ਬਲਕਿ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ। ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚੋ। ਇਹ ਚਾਹ ਚੜ ਜਾਏ ਕਿ ਮਹਾਰਾਜ ਕਦੇ ਤੂੰ ਸਾਨੂੰ ਵਿਸਰਨਾ। ਜਿਨ ਸਭ ਕੁਛ ਵਸ ਕੀਤਾ, ਜਿਸ ਵਾਹਿਗੁਰੂ ਨੇ ਸਭ ਕਿਸੇ ਨੂੰ, ਦੇਵੀ ਦੈਤ ਜਿੰਨੇ ਮਨੁੱਖ, ਰਾਜੇ ਮਹਾਰਾਜੇ, ਇੱਕ ਕੀੜੀ ਤੋਂ ਹਾਥੀ ਤੱਕ ਆਪਣੇ ਵਸ ਕੀਏ ਅਧੀਨ ਕਰਿਆ ਹੋਇਆ। ਉਹਦੇ ਵਾਹਿਗੁਰੂ ਦੇ ਵਸ ਵਿੱਚ ਹੈ, ਅਧੀਨ ਹੈ। ਘਰ ਇੱਕੋ ਬਾਹਰ ਇੱਕੋ, ਉਹ ਘਰਾਂ ਵਿੱਚ ਗ੍ਰਸਤੀਆਂ 'ਚ ਵੀ ਇੱਕੋ ਹੀ ਹੈ, ਬਾਹਰ ਬਾਣ ਪ੍ਰਸਤੀਆਂ 'ਚ ਵੀ, ਸਾਧੂਆਂ 'ਚ ਵੀ ਇੱਕੋ ਹੀ ਹੈ, ਤੇ ਘਰ ਅੰਤਸ਼ਕਰਨ ਦੇ ਵਿੱਚ ਇੱਕੋ ਹੀ ਹੈ, ਬਾਹਰ ਸੰਸਾਰ ਦੇ ਵਿੱਚ ਵੀ ਇੱਕੋ ਹੀ ਹੈ। ਥਾਨ ਥਨੰਤਰ ਆਪ, ਸਾਰੇ ਥਾਨ ਮਕਾਨਾਂ ਵਿੱਚ ਵੀ। ਥਨੰਤਰ ਮਕਾਨੀਆਂ ਦਾ ਨਾ ਮਤਲਬ ਹੈ ਜੀਵਾਂ ਦੇ ਵਿੱਚ, ਜਿਹੜੇ ਮਕਾਨ 'ਚ ਰਹਿਣ ਵਾਲੇ, ਇਹ ਵੀ ਅਰਥ ਹੈ। ਜਾਂ ਫਿਰ ਥਾਨਾਂ ਦੇ ਅੰਦਰ ਹੋਰ ਥਾਨ, ਥਾਨ ਜਮਾ ਥਾਨ, ਥਨੰਤਰ ਅੰਤਰ, ਉਹਦੇ ਵਿੱਚ ਹੋਰ ਥਾਨ, ਮਕਾਨਾਂ 'ਚ ਹੋਰ ਮਕਾਨ, ਤੇ ਉਹ ਸਾਰਿਆਂ 'ਚ ਵਾਹਿਗੁਰੂ ਹੈ। ਜੀ ਜੰਤ ਸਭ ਜਿਨ ਕੀਏ, ਇਹ ਭਾਈ ਜਿਸ ਵਾਹਿਗੁਰੂ ਨੇ ਸਭ ਸਾਰੇ ਜੀਵ ਹੁੰਦੇ ਨੇ ਜਿਨ੍ਹਾਂ 'ਚ ਹੱਡੀਆਂ ਹੋਣ, ਤੇ ਉਹਨਾਂ ਨੂੰ ਜੰਤ ਕਹਿੰਦੇ ਨੇ ਜਿਨ੍ਹਾਂ 'ਚ ਹੱਡੀਆਂ ਨਾ ਹੋਣ। ਜੰਤ ਸੂਖਮ ਹੁੰਦੇ ਨੇ, ਜੀਵ ਅਸਥੂਲ ਹੁੰਦੇ ਨੇ। ਅਸਥੂਲਾਂ ਵਿੱਚ, ਅਸਥੂਲ ਜੀਵਾਂ ਵਿੱਚ, ਸੂਖਮ ਜੀਵਾਂ 'ਚ ਸਾਰੇ ਉਸ ਜੀ ਜੰਤ ਸਭ ਜਿਨ ਕੀਏ, ਜਿਸ ਵਾਹਿਗੁਰੂ ਨੇ ਕੀਏ, ਕੀਤੇ ਨੇ, ਪੈਦਾ ਕੀਤੇ। 8 ਪਹਿਰ ਤਿਸ ਜਾਪ, ਲੋਹਣ ਮਹਾਰਾਜ ਤਾਂ ਕਹਿੰਦੇ 8 ਪਹਿਰ ਜਪੋ, ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਇਹ ਕਹਿਣਾ ਹੀ ਪਊਗਾ ਵੀ ਮਹਾਰਾਜ ਸਾਡੇ ਤਾਂ 8 ਪਹਿਰ ਨਹੀਂ ਜਪ ਹੁੰਦਾ। 8 ਪਹਿਰ ਗੱਲਾਂ ਤਾਂ ਅਸੀਂ ਕਰ ਸਕਦੇ ਹਾਂ, ਪਰ ਤੇਰਾ ਨਾਮ ਹੀ ਜਦ ਮਾੜੀ ਕਿਸਮਤ ਹੈ ਇਹ। ਜਦੋਂ ਵੀ ਟਾਈਮ ਮਿਲਦਾ ਸਾਧ ਸੰਗਤ ਜੀ, ਦੇਖੋ ਕੈਸੀ ਕੜਾ ਕਈ ਵਾਰ ਐਸਾ ਵੀ ਅਗਿਆਨ ਕੀ ਕਰਨ ਕਰ ਜਾਏ। ਜਦੋਂ ਕਿਸੇ ਨੂੰ ਸਮਾਂ ਮਿਲ ਗਿਆ ਚੁਗਲੀਆਂ ਤਾਂ ਕਰਨ ਲੱਗ ਜੂਗਾ, ਨਿੰਦਿਆ ਕਰਨ ਲੱਗ ਜੂ ਕਿਸੇ ਦੀ, ਪਰ ਵਾਹਿਗੁਰੂ ਨਹੀਂ ਕਰ ਸਕਦਾ। ਜਿਨ੍ਹਾਂ ਦੀ ਲਿਵ ਲੱਗੀ, ਇਹੋ ਜਿਹੇ ਸੱਜਣ ਦੇਖਿਆ। ਕੁਰੜ ਛਾਪੇ ਦਾ ਇੱਕ ਲੰਬੜਦਾਰ ਕਹਿੰਦੇ ਧੋਤੀ ਜੀ ਬੰਨ੍ਹ ਕੇ ਰੱਖਦਾ ਹੁੰਦਾ ਸੀ, ਤੇ ਮੈਂ ਹੈਰਾਨ ਹੋ ਗਿਆ ਜਦੋਂ ਉਹ ਜ਼ਿੰਦਗੀ ਦੇ ਵਿੱਚ ਮੇਲ ਮਿਲਾਪ ਹੋਇਆ ਉਹਦੇ ਨਾਲ। ਮੈਂ ਉਹਨੂੰ ਕਿਹਾ, ਲੰਬੜਦਾਰ ਜੀ ਮੈਨੂੰ ਇੱਕ ਗੱਲ ਦੱਸੋ। ਕਹਿੰਦੇ ਮੈਂ ਕਿਹਾ ਵੀ ਤੇਰਾ ਜੀਵ ਦੇ ਉੱਤੇ ਇੰਨਾ ਕੰਟਰੋਲ ਕੀ ਹੈ ਵੀ ਤੂੰ ਕਦੇ ਕਿਸੇ ਦੀ ਨਿੰਦਿਆ ਹੀ ਨਹੀਂ ਕਰਦਾ? ਕਹਿੰਦਾ ਬਾਬਾ ਜੀ ਨਿੰਦਿਆ ਤਾਂ ਕਰਾਂ ਜੇ ਮੈਨੂੰ ਕੋਈ ਦੂਸਰਾ ਲੱਗੇ, ਮੈਨੂੰ ਤਾਂ ਦੂਸਰਾ ਲੱਗਦਾ ਹੀ ਕੋਈ ਨਹੀਂ। ਮੈਨੂੰ ਤਾਂ ਸ਼ਰਾਬੀ ਤੁਰਿਆ ਜਾਵੇ ਤਾਂ ਵੀ ਮੈਂ ਕਹਿੰਦਾ ਰੱਬਾ ਦੇਖ ਕਿਹੇ ਜਿਹੇ ਰੰਗ 'ਚ ਹੋਇਆ ਫਿਰਦਾ। ਮੈਂ ਤਾਂ ਅਮਲੀ ਨੂੰ ਵੀ ਰੱਬ ਹੀ ਸਮਝਦਾ, ਨਿੰਦਿਆ ਕਿਹਦੀ ਕਰਾਂ? ਕਹਿੰਦਾ ਮੈਂ ਜ਼ਿੰਦਗੀ 'ਚ ਅੱਜ ਤੱਕ ਨਿੰਦਿਆ ਦੇ ਨਾਲ ਆਪਣੇ ਜੀਵ, ਪਿੰਡ ਦਾ ਲੰਬੜਦਾਰ ਸੀ, ਕਹਿੰਦਾ ਜੀਵ ਝੂਠ ਦੇ ਨਾਲ, ਨਿੰਦਿਆ ਦੇ ਨਾਲ ਸਪਰਸ਼ ਨਹੀਂ ਕੀਤੇ। ਬਲਿਹਾਰ ਜਾਈਏ ਐਸਿਆਂ ਤੋਂ। ਨਹੀਂ ਤਾਂ ਜਦੋਂ ਵੀ ਮੌਕਾ ਮਿਲਦਾ ਹੈ, ਕਿਉਂਕਿ ਨਿੰਦਿਆ 'ਚ ਰਸ ਹੈ, ਨਿੰਦਿਆ ਰਸ ਮੰਨੇ ਇਹਦੇ 'ਚ। ਜੇ ਭਗਤੀ ਦਾ ਰਸ ਆਉਣ ਜੇ ਉਹ ਜਦੋਂ ਵੀ ਟਾਈਮ ਮਿਲਿਆ। ਆ ਭਾਈ ਦਰਸ਼ਨ ਸਿੰਘ ਦਾ ਹੀ ਭਰਾ ਰਹਿੰਦਾ ਹੁੰਦਾ ਸੀ, ਜਰਨੈਲ ਸਿੰਘ ਸੀ ਉਹਦਾ ਨਾਮ। ਜਥੇ ਦੇ ਵਿੱਚ ਕਈ ਤਰ੍ਹਾਂ ਦੇ ਰੰਗਾਂ ਦੇ ਹੁਣ ਵੀ ਹੈ, ਅੱਗੇ ਵੀ ਸੀ, ਅੱਗੇ ਨੂੰ ਵੀ ਰਹਿਣਗੇ ਤਾਂ ਰੰਗਨ। ਉਹ ਬਾਹਲੀ ਨਿੰਦਿਆ ਜੀ ਕਰਨ ਦਾ ਸੁਭਾਅ ਸੀ। ਇੱਕ ਸੀ ਤਾਂ ਸਿਆਣਾ ਉਹ ਹਰਜੀਤ ਸਿੰਘ, ਤੇ ਇਹਦੇ ਭਰਾ ਕੋਲ ਲੱਗਿਆ ਬਾਤ ਕਰ। ਕਹਿੰਦਾ ਬਾਬਾ ਜੀ ਰੁਕ। ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਰੁਕ ਜਾ। ਕਹਿੰਦਾ ਕੀ ਹੋ ਗਿਆ? ਉਹ ਕਹਿੰਦਾ ਵੀ ਜਿਹੜਾ ਤੂੰ ਸੌਦਾ ਵੇਚਣਾ ਹੈ, ਮੈਂ ਇਹਦਾ ਗਾਹਕ ਨਹੀਂ ਹੈ, ਜਾਂ ਤਾਂ ਤੂੰ ਉੱਠ ਕੇ ਚੱਲਿਆ ਜਾਂ ਨਹੀਂ ਮੈਂ ਚੱਲਿਆ, ਮੈਂ ਤਾਂ ਬਾਣੀ ਪੜ੍ਹਨੀ ਹੈ। ਸਾਧ ਸੰਗੀ ਉਹ ਗੁਰਮੁਖ ਚਲਿਆ ਗਿਆ ਸੰਸਾਰ ਤੋਂ। ਭਾਈ ਜਰਨੈਲ ਸਿੰਘ ਤਾਹਾਂ ਮਾਰ ਕੇ ਰੋਂਦਾ ਸੀ ਸਾਰਾ ਇਲਾਕਾ। ਇਹਨਾਂ ਦਾ ਭਰਾ ਜਦੋਂ ਚੜ੍ਹਾਈ ਕਰਿਆ, ਜਿੱਥੇ ਜਾਣਾ ਕਥਾ ਕਰਨੀ, ਜੇ 100 ਰੁਪਇਆ ਦੇਤਾ, ਕਹਿੰਦਾ ਨਾ ਭਾਈ ਮੇਰੇ ਤਾਂ 20 ਰੁਪਏ ਕਿਰਾਇਆ ਲੱਗਿਆ ਸੀ ਜਦੋਂ ਮੈਂ ਆਇਆ। ਐਂ ਜੀਵਨ ਬਣਾਇਆ ਜਿਹਨਾਂ ਨੇ ਬਣਾਉਣਾ। ਨਿੰਦੇ ਵਾਲੇ ਭਾਈ ਧੱਕੇ ਵੀ ਇੱਥੇ ਖਾਣਗੇ ਫਿਰ। ਤੇ ਇਸ ਕਰਕੇ ਉਹ ਫਿਰ ਹਰ ਵੇਲੇ ਦੁਬਾਰੇ ਤੁਕ ਬੋਲਿਓ ਜੀ 8 ਪਹਿਰ ਤਿਸ ਜਾਪ, ਉਹ ਫਿਰ 8 ਪਹਿਰ ਜਾਪ ਹੀ ਕਰਦੇ ਰਹਿੰਦੇ ਆ। ਕਹਿੰਦੇ ਮਨੁੱਖਾ ਸਰੀਰ ਮਿਲਿਆ ਨਿੰਦਿਆ ਚੁਗਲੀ ਵਾਸਤੇ ਥੋੜੀ ਮਿਲਿਆ। ਵਾਹਿਗੁਰੂ ਦਾ ਸਿਮਰਨ ਕਰੋ, ਜੀਵਨ ਉੱਚਾ ਕਰੋ, ਚੰਗੇ ਗੁਣ ਧਾਰਨ ਕਰੋ।
ਜਾਂ ਫਿਰ ਕੋਈ ਰੱਬ ਦੇ ਨਾਂ ਦੀ ਗੱਲ ਸੁਣਾਉਣ ਲੱਗ ਜਾਓ। ਲੈ ਰੱਬ ਦੇ ਨਾਂ ਦੀ ਗੱਲ ਸੁਣੋ, ਤੁਹਾਡੇ ਕੋਲ ਇੱਕ ਨੇ ਨਹੀਂ ਬੈਠਣਾ। ਹੁਣ ਤੁਹਾਡੇ ਕੋਲ ਜਿਵੇਂ ਮਖਿਆਲ ਦੀਆਂ ਮੱਖੀਆਂ ਚਿੰਬੜਦੀਆਂ ਨਾ, ਤੁਸੀਂ ਨਿੰਦਿਆ ਕਰਨ ਲੱਗ ਜਾਓ ਲੋਕਾਂ ਦੀ। ਨੱਠ ਕੇ ਹੁਣ ਕਿਹਦੀ ਗੱਲ ਕਰਦੇ ਤੂੰ? ਫਲਾਣੇ ਦੀ ਗੱਲ ਕਰਦਾ। ਫਿਰ ਆਪ ਵੀ ਉਹਦੀ ਤੁੱਕਾ ਲਾਊ ਉਹਦੇ ਨਾਲ, ਕਿਉਂਕਿ ਇਹ ਕੂੜ ਦਾ ਸੌਦਾ ਵਿਕਦਾ ਹੈ। ਗੰਦਗੀ ਖਾਣ ਵਾਲੀਆਂ ਮੱਖੀਆਂ ਦਾ ਕੱਟ ਹੋਊਗਾ, ਕਿਉਂਕਿ ਗੰਦਗੀ ਪਿਆਰੀ ਆ ਉਹਨਾਂ ਨੂੰ। ਜਿੰਨਾ ਚ ਮੱਖੀ ਵਾਲਾ ਸੁਭਾਅ ਹੈ, ਗੰਦਗੀ ਤੇ ਬੈਠੂਗੀ। ਨਿੰਦਿਆ ਚੁਗਲੀ ਸੂਰੀ ਚਾਹੇ ਮੈਂ ਚਾਹੇ ਤੁਹਾਡੇ ਤੋਂ ਕੋਈ। ਇਸ ਕਰਕੇ 8 ਪਹਿਰ ਜਿਨ੍ਹਾਂ ਦੀ ਅਵਸਥਾ ਬਣ ਗਈ, ਪਿੱਛੇ ਆ ਭਾਈ ਉਹਨਾਂ ਕੋਲ ਫਿਰ ਨਾਮ ਜਪਣ ਤੋਂ ਬਿਨਾਂ ਸਮਾਂ ਹੀ ਕਿੱਥੇ ਆ ਫਿਰ ਉਹਨਾਂ ਦੇ ਕੋਲ ਨਿੰਦਿਆ ਚੁਗਲੀ ਕਰਨ ਦਾ। ਇਕਸ ਛੇਤੀ ਰਤਿਆ, ਇੱਕ ਵਾਹਿਗੁਰੂ ਦੇ ਨਾਲ ਛੇਤੀ ਨਾਲ ਰਤਿਆਂ ਰੰਗਿਆ ਜਾਵੇ। ਜਦੋਂ ਨਾਮ ਦੇ ਨਾਲ ਮਨ ਰੰਗਿਆ ਜਾਵੇ, ਨਾ ਹੋਵੀ ਸੋਗ ਸੰਤਾਪ। ਫਿਰ ਉਹਨੂੰ ਭਾਈ ਪਦਾਰਥਾਂ ਦੇ ਵਿਛੜਨ ਦਾ ਕਦੇ ਸ਼ੋਕ ਗਮ ਨਹੀਂ ਹੋਊਗਾ, ਤੇ ਨਾ ਵੀ ਕਦੇ ਸੰਤਾਪ ਤਪਾਉਣ ਵਾਲੇ ਵਿਸ਼ੇ ਵਿਕਾਰ ਤਪਾਉਣਗੇ। ਮਨ ਸੁਖੀ ਹੋ ਜਾਏਗਾ, ਨਾਮ ਤੋਂ ਬਿਨਾਂ ਨਹੀਂ ਹੁੰਦਾ। ਔਰ ਬ੍ਰਹਮ ਪ੍ਰਭ ਏਕ ਹੈ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਇੱਕੋ ਹੀ ਹੈ ਵਾਹਿਗੁਰੂ। ਦੂਜਾ ਨਾਹੀ ਕੋਏ, ਦੂਸਰਾ ਤਾਂ ਹੈ ਹੀ ਕੋਈ ਨਹੀਂ ਤੇਰੀ ਰੱਖਿਆ ਕਰਨ ਵਾਲਾ। ਜੀਉ ਪਿੰਡ ਸਭ ਤਿਸ ਕਾ, ਇਹ ਜੀਉ ਜੀਵ ਆਤਮਾ ਵੀ, ਤੇਰਾ ਪਿੰਡ ਸਰੀਰ ਵੀ, ਅਸਤੂਲ ਇਹ ਉਸੇ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੈ। ਜੋ ਤਿਸ ਭਾਵੈ ਸੋ ਹੋਏ, ਤੇ ਉਹਦੀ ਹੀ ਬਖਸ਼ਿਸ਼ ਹੈ ਇਹ। ਜਿਉ ਕੁਛ ਉਹਨੂੰ ਭਾਉਂਦਾ ਉਹੀ ਹੋਏਗਾ, ਤੇਰੇ ਕਹਿਆਂ ਕੁਛ ਨਹੀਂ ਹੋਣਾ ਹੈ। ਤਿੰਨਾਂ ਕਾਲਾਂ 'ਚ ਉਹੀ ਕੁਛ ਹੋ ਰਿਹਾ ਜੋ ਵਾਹਿਗੁਰੂ ਨੂੰ ਭਾਉਂਦਾ ਹੈ। ਗੁਰ ਪੂਰੈ ਪੂਰਾ ਭਇਆ, ਤੇ ਭਾਈ ਗੁਰੂ ਜੀ ਫਰਮਾਨ ਕਰਦੇ ਆ, ਜਿਨ੍ਹਾਂ ਨੂੰ ਸਾਰੀ ਪੰਕਤੀ ਬੋਲਦੇ ਹੋ ਜੀ। ਗੁਰ ਪੂਰੈ ਪੂਰਾ ਭਇਆ, ਜਪ ਨਾਨਕ ਸੱਚਾ ਸੋਏ। ਸਤਿਗੁਰੂ ਫਰਮਾਉਂਦੇ, ਜਿਨ੍ਹਾਂ ਨੂੰ ਸੋਏ ਉਸ ਪਰਮੇਸ਼ਰ ਦਾ ਸੱਚਾ ਨਾਮ ਜਪਿਆ ਜਿਨ੍ਹਾਂ ਨੇ, ਉਹ ਪੂਰਨ ਗੁਰੂ ਦੁਆਰਾ। ਪੂਰਾ ਕੌਣ ਹੈ? ਪੂਰਨ ਆਨੰਦ ਵਾਲਾ ਵਾਹਿਗੁਰੂ ਹੈ। ਉਹ ਪੂਰਨ ਪ੍ਰਭੂ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ। ਇਹ ਕਿਤੇ 99 ਅੱਖਰਾਂ ਦਾ ਅਰਥ ਹੁੰਦਾ ਹੈ, ਇਸ ਕਰਕੇ ਫਿਰ ਉੱਥੇ ਪੰਕਤੀ ਪੂਰੀ ਤੋਂ ਬਿਨਾਂ ਅਰਥ ਪੂਰਾ ਜੁੜਦਾ ਨਹੀਂ ਹੁੰਦਾ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਅੱਗੇ ਫਰਮਾਉਂਦੇ ਨੇ, ਸ੍ਰੀ ਰਾਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਅੱਗੇ ਸ੍ਰੀ ਰਾਗ ਵਿੱਚ ਕਿਰਪਾ ਕਰ ਰਹੇ ਨੇ, ਸ਼ਬਦ ਉਚਾਰਦੇ ਆ ਜੀ। ਜਿਨ੍ਹਾਂ ਸਤਿਗੁਰ ਸਿਓ ਚਿਤ ਲਾਇਆ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਸਿਓ ਨਾਲ ਚਿਤਵਣੀ ਲਾ ਲਈ ਆ, ਗੁਰੂ ਨਾਨਕ ਦੇ ਚਰਨਾਂ ਦੇ ਨਾਲ ਲਾ ਲਈ, ਚਿਤਵਣੀ ਜੋੜ ਲਈ। ਸੇ ਪੂਰੇ ਪ੍ਰਧਾਨ, ਉਹ ਤਾਂ ਭਾਈ ਸੰਸਾਰ ਦੇ ਗੁਣਾਂ ਕਰਕੇ ਪੂਰੇ ਹੋ ਗਏ, ਪਰਲੋਕ ਦੇ ਵਿੱਚ ਵੀ ਮੁਖੀ ਹੋਣਗੇ। ਉਹਨਾਂ ਦਾ ਸਤਿਕਾਰ ਹੋਏਗਾ ਜਿਵੇਂ ਮੁਖੀ ਦਾ ਸਤਿਕਾਰ ਹੁੰਦਾ ਹੈ। ਜਿਨ ਕੋ ਆਪ ਦਇਆਲ ਹੋਏ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਆਪ ਕਿਰਪਾਲੂ ਹੋ ਜਾਂਦਾ ਹੈ। ਜਿਨ ਉਪਜੈ ਮਨ ਗਿਆਨ, ਉਹਨਾਂ ਦੇ ਹਿਰਦੇ ਦੇ ਵਿੱਚ ਫਿਰ ਤਤ ਗਿਆਨ ਜਿਹੜਾ ਆਤਮਿਕ ਗਿਆਨ ਪੈਦਾ ਹੋ ਜਾਂਦਾ ਹੈ। ਜਿਨ ਕੋ ਮਸਤਕ ਲਿਖਿਆ, ਜਿਨ੍ਹਾਂ ਨੂੰ ਹਾਂਜੀ ਜਿਨ ਕੋ ਮਸਤਕ ਲਿਖਿਆ, ਜਿਨ੍ਹਾਂ ਨੂੰ ਮੱਥੇ ਦੇ ਉੱਤੇ ਸ਼ੁਭ ਕਰਮਾਂ ਦਾ ਲੇਖ ਲਿਖ ਦਿੱਤਾ ਹੈ ਵਿਧਾਤੇ ਨੇ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਤਿਨ ਪਾਇਆ ਹਰ ਨਾਮ, ਵਾਹਿਗੁਰੂ ਦਾ ਭਾਈ ਨਾਮ ਫਿਰ ਉਹਨਾਂ ਨੇ ਪ੍ਰਾਪਤ ਕੀਤਾ ਹੈ, ਉਹ ਕਰਨਗੇ। ਮਨ ਮੇਰੇ ਏਕੋ ਨਾਮ ਧਿਆਏ, ਇਹ ਮੇਰੇ ਮਨ ਇੱਕ ਅਦਵੈਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ, ਤੂੰ ਵੀ ਅਦਵੈਤ ਸਰੂਪ ਹੋ ਜਾਏਗਾ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ। ਮਨ ਤਨ ਜਾਪ ਏਕ ਭਗਵੰਤ, ਇੱਕੋ ਵਾਹਿਗੁਰੂ ਨੂੰ ਜਪਣਾ ਕਰ। ਸਰਬ ਸੁਖਾ ਸੁਖ ਉਪਜੈ, ਸਰਬ ਸੁਖਾ, ਜੋ ਸਾਰੇ ਸੁਖਾਂ ਦਾ ਸੁਖ ਆਤਮ ਸੁਖ ਹੈ, ਉਹ ਤੇਰੇ ਅੰਦਰੋਂ ਪੈਦਾ ਹੋਏਗਾ। ਅੰਦਰ ਤੋਂ ਪੈਦਾ ਹੋਣਾ ਉਹ ਜਿਹੜਾ ਸੁਖ ਹੈ। ਦਰਗਾਹ ਪੈਦਾ ਜਾਏ, ਦਰਗਾਹ ਪਰਮਾਤਮਾ ਦਾ ਨਿਆਂ, ਜਿੱਥੇ ਵਾਹਿਗੁਰੂ ਆਪ ਸੱਚਖੰਡ ਵਸੇ ਨਿਰੰਕਾਰ। ਦਰਗਾਹ ਦੇ ਵਿੱਚ ਜਿੱਥੇ ਨਿਆਂ ਹੁੰਦਾ ਹੈ ਤੇ ਉੱਥੇ ਫਿਰ ਤੋਂ ਦਰਗਾਹ ਪੈਦਾ ਨਾਮ ਪਹਿਨਣ ਦਾ ਹੁੰਦਾ ਹੈ। ਕੀ ਪਹਿਨਣਾ? ਜਸ ਰੂਪ ਪੋਸ਼ਾਕ ਪਹਿਨੇਗਾ। ਜਸ ਰੂਪ ਪੋਸ਼ਾਕ ਪਹਿਨ ਕੇ ਜਾਈਦਾ ਫਿਰ ਪਰਲੋਕ ਦੇ ਅੰਦਰ। ਅਸਾਈ ਦੇ ਕੇ ਫਰਮਾਉਂਦੇ ਨੇ, ਜਨਮ ਮਰਨ ਕਾ ਭਉ ਗਿਆ, ਉਹਨਾਂ ਦੇ ਅੰਦਰੋਂ ਜਿਨ੍ਹਾਂ ਨੇ ਨਾਮ ਜਪਿਆ ਹੈ, ਜੰਮਣ ਤੇ ਮਰਨ ਦਾ ਭਉ ਨਾਮ ਹੈ ਡਰ ਦਾ, ਉਹ ਚਲਾ ਗਿਆ, ਨਾਸ ਹੋ ਗਿਆ ਹੈ। ਭਾਵ ਭਗਤ ਗੋਪਾਲ, ਗੋ ਪ੍ਰਿਥਵੀ ਦਾ ਜਿਹੜਾ ਪਾਲਣਾ ਕਰਨ ਵਾਲਾ ਹੋਵੇ ਉਹਨੂੰ ਕਹਿੰਦੇ ਨੇ ਗੋਪਾਲ। ਗੋ ਇੰਦਰੀਆਂ ਦੀ ਪਾਲ ਕਰਨ ਵਾਲਾ, ਇਹ ਵੀ ਇਹਦਾ ਅਰਥ ਹੈ। ਉਹ ਵਾਹਿਗੁਰੂ ਪਰਮੇਸ਼ਰ ਦਾ ਭਾਉ ਭਗਤ, ਪ੍ਰੇਮਾ ਭਗਤੀ ਜਿਹੜੇ ਕਰਦੇ ਹਨ। ਸਾਧੂ ਸੰਗਤ ਨਿਰਮਲਾ, ਸਾਧੂਆਂ ਦੀ ਸੰਗਤ ਕਰਕੇ ਮਨ ਉਜਲਾ ਹੋ ਜਾਏਗਾ, ਤੇਰਾ ਸੁੱਧ ਹੋ ਜਾਊਗਾ ਭਾਈ। ਆਪ ਕਰੇ ਪ੍ਰਤਪਾਲ, ਤੂੰ ਆਪਣੀ ਰੋਜੀ ਰੋਟੀ ਦਾ ਫਿਕਰ ਨਾ ਕਰ। ਪ੍ਰਤਪਾਲਨਾ ਜਿਹੜਾ ਪੱਥਰਾਂ ਕੀੜਿਆਂ ਨੂੰ ਕਰਦਾ, ਉਹ ਤੇਰੀ ਪ੍ਰਤਪਾਲਨਾ ਕਰੇਗਾ, ਆਪ ਹੀ ਉਹ ਕਰੇਗਾ। ਪਰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ,
ਜਦੋਂ ਪਰਮੇਸ਼ਰ ਵਾਹਿਗੁਰੂ ਸਾਰਿਆਂ ਜੀਵਾਂ ਦੀ ਤਾਂ ਹੀ ਪ੍ਰਤਪਾਲਨਾ ਕਰਦਾ ਹੈ। ਜਨਮ ਮਰਨ ਕੀ ਮਲ ਕੱਟੀਐ, ਜੰਮਣ ਮਰਨ ਦੀ ਹਉਮੈ ਦੀ ਮੈਲ ਤੇਰੀ ਨਾਸ ਹੋ ਜਾਏ, ਕੱਟੀ ਜਾਏਗੀ, ਮੈਲ ਕੱਟੀ ਜਾਏਗੀ। ਗੁਰ ਦਰਸ਼ਨ ਦੇਖ ਨਿਹਾਲ, ਤੇ ਗੁਰੂ ਦਾ ਦਰਸ਼ਨ ਦੇ ਕੇ ਨਿਹਾਲ ਦੁੱਖ ਰਹਿਤ ਪਦਵੀ ਦਾ ਨਾਮ ਹੈ, ਦੁੱਖਾਂ ਰਹਿਤ ਪਦਵੀ ਮਿਲ ਜਾਏਗੀ। ਥਾਨ ਥਨੰਤਰ ਰਵ ਰਹਿਆ, ਸਾਰਿਆਂ ਥਾਨਾਂ ਤੇ ਮਕਾਨਾਂ, ਥਨੰਤਰ ਜੀਵਾਂ ਦੇ ਅੰਦਰ, ਮਕਾਨੀਆਂ ਦੇ ਅੰਦਰ ਜਾਂ ਥਾਨਾਂ ਦੇ ਅੰਦਰ ਹੋਰ ਥਾਨ ਜਿਹੜੇ ਉਹਨਾਂ ਦੇ ਵਿੱਚ ਵੀ ਰਵ ਰਿਹਾ, ਮਿਲ ਰਿਹਾ ਹੈ ਵਾਹਿਗੁਰੂ। ਪਾਰ ਬ੍ਰਹਮ ਪ੍ਰਭ ਸੋਏ, ਉਹ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਜਿਹੜਾ ਵਿਆਪਕ ਅਗੰਮੀ ਹੈ ਪਰਮੇਸ਼ਰ ਵਾਹਿਗੁਰੂ, ਉਹ ਸਾਰੀ ਜਗ੍ਹਾ ਮਿਲਿਆ। ਸਭਨਾ ਦਾਤਾ ਏਕ ਹੈ, ਸਭਨਾ ਜੀਵਾਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈਏ। ਸਾਰਿਆਂ ਜੀਵਾਂ ਦਾ ਇੱਕੋ ਹੀ ਪਰਮਾਤਮਾ ਦਾਤਾ ਹੈ, ਹੋਰ ਦੂਸਰਾ ਕੋਈ ਨਹੀਂ। ਸਭਨਾ ਜੀਵਾਂ ਕਾ ਇੱਕ ਦਾਤਾ, ਇੱਕ ਵਾਹਿਗੁਰੂ ਦਾਤਾ ਹੈ, ਦੂਜਾ ਨਾਹੀ ਕੋਏ। ਬੋਲਦੇ ਜੀ, ਦੂਜਾ ਨਾਹੀ ਕੋਏ, ਦੂਸਰਾ ਨਹੀਂ ਕੋਈ। ਜੇ ਕੋਈ ਦਾਵਾ ਕਰੇ ਵੀ ਮੈਂ ਤੇਰੀ ਪਾਲਣਾ ਕਰਦਾ, ਮੈਂ ਕਰ ਰਿਹਾ, ਕੌਣ ਆ ਤੂੰ ਕਰਨ ਵਾਲਾ? ਤਾਂ ਵਾਹਿਗੁਰੂ ਕਰਨ ਵਾਲਾ ਹੈ। ਤਿਸ ਸ਼ਰਨ ਆਈ ਛੁੱਟੀ ਹੈ, ਉਹਦੀ ਸ਼ਰਨ ਦੇ ਛੁਟਕਾਰਾ ਹੋਊਗਾ। ਕਾਹ ਤੋਂ? ਜੰਮਣ ਮਰਨ ਤੋਂ, ਜਮਾਂ ਤੋਂ ਛੁਟਕਾਰਾ ਹੋਊਗਾ ਤਾਂ ਹੋਣਾ ਜੇ ਉਹਦੀ ਸ਼ਰਨ ਵਿੱਚ ਆ ਜਾਓਗੇ। ਕੀਤਾ ਲੋੜੇ ਸੋ ਹੋਏ, ਜੋ ਵਾਹਿਗੁਰੂ ਕੀਤਾ ਕਰਨਾ ਚਾਹੁੰਦਾ ਹੈ, ਜੋ ਲੋੜਾ ਚਾਹੁੰਦਾ ਹੈ, ਉਹ ਉਹਦਾ ਕੀਤਾ ਹੀ ਹੋ ਰਿਹਾ ਸਭ ਕੁਝ, ਉਹ ਹੀ ਕਰਦਾ ਸਭ ਕੁਝ। ਜੋ ਕਰ ਰਿਹਾ ਹੈ ਉਹਦੇ ਚਾਹਣ ਤੋਂ ਹੋ ਰਿਹਾ ਜੋ ਹੋ ਰਿਹਾ ਹੈ। ਜਿਨ ਮਨ ਵਸਿਆ ਪਾਰ ਬ੍ਰਹਮ, ਜਿਨ੍ਹਾਂ ਦੇ ਮਨ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਵਸ ਗਿਆ ਹਿਰਦੇ ਵਿੱਚ, ਇਹ ਪੂਰੇ ਪ੍ਰਧਾਨ। ਭਾਈ ਉਹੀ ਪ੍ਰਧਾਨ ਮੁਖੀ ਨੇ ਸਾਰਿਆਂ ਦੇ ਵਿੱਚ, ਮਨੁੱਖਾਂ 'ਚ ਵੀ ਦੇਵਤਿਆਂ ਦੇ ਵਿੱਚ ਵੀ। ਤਿਨ ਕੀ ਸੋਭਾ ਨਿਰਮਲੀ, ਉਹਨਾਂ ਦੀ ਸੋਭਾ ਜਿਹੜੀ ਵਡਿਆਈ ਹੈ ਨਾ, ਉਹ ਉਜਲੀ ਹੈ, ਪਵਿੱਤਰ ਹੈ। ਪ੍ਰਗਟ ਪਈ ਜਹਾਨ, ਜਹਾਨ ਸੰਸਾਰ ਨੂੰ ਕਹਿੰਦੇ ਨੇ, ਦੁਨੀਆ ਨੂੰ, ਉਹਦੇ ਵਿੱਚ ਪ੍ਰਗਟ ਹੋ ਜਾਂਦੀ ਹੈ। ਜਿਨੀ ਮੇਰਾ ਪ੍ਰਭ ਧਿਆਇਆ, ਜਿਨ੍ਹਾਂ ਨੇ ਮੇਰੇ ਪ੍ਰਭੂ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ। ਨਾਨਕ ਤਨ ਕੁਰਬਾਨ, ਸਤਿਗੁਰੂ ਜੀ ਫਰਮਾਉਂਦੇ, ਅਸੀਂ ਤਾਂ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ, ਗੁਰਸਿੱਖਾਂ ਤੋਂ ਜਿਹੜੇ ਨਾਮ ਜਪਦੇ ਨੇ। ਸ੍ਰੀ ਰਾਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਅੱਗੇ ਸ੍ਰੀ ਰਾਗ ਵਿੱਚ ਹੋਰ ਸ਼ਬਦ ਉਚਾਰਨ ਕਰਦੇ ਹਨ। ਮਿਲ ਸਤਿਗੁਰ ਸਭ ਦੁੱਖ ਗਿਆ, ਸਤਿਗੁਰੂ ਨੂੰ ਮਿਲਣ ਕਰਕੇ ਸਭ ਕਹੀਏ ਸਾਰਾ। ਸਾਰਾ ਕਿਹੜਾ ਸੀ? ਜੰਮਣ ਮਰਨ ਦਾ ਸੀ, ਵਿੱਚ ਅਨੇਕਾਂ ਪ੍ਰਕਾਰ ਦੇ ਜਿਹੜੇ ਦੁੱਖ ਨੇ, ਸਰੀਰਕ ਮਾਨਸਿਕ ਸਾਰੇ ਤਰ੍ਹਾਂ ਦੇ ਦੁੱਖ। ਮਿਲ ਸਤਿਗੁਰ ਸਭ ਦੁੱਖ ਗਿਆ, ਉਹ ਚਲਿਆ ਜਾਂਦਾ ਹੈ ਦੁੱਖ ਸਾਰਾ। ਹਰ ਸੁਖ ਬਸਿਆ ਮਨ ਆਏ, ਉਹਨਾਂ ਦੇ ਮਨ 'ਚ ਸੁਖ ਸਰੂਪ ਵਾਹਿਗੁਰੂ ਆ ਕੇ ਬਸ ਜਾਂਦਾ ਹੈ। ਹਰ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ, ਉਹਦੇ ਕਰਕੇ ਆਤਮ ਸੁਖ ਉਹਨਾਂ ਦੇ ਮਨਾਂ 'ਚ ਆ ਕੇ ਬਸਿਆ, ਕਿਉਂਕਿ ਉਹਦੀ ਪ੍ਰਾਪਤੀ ਦਾ ਜਿਹੜਾ ਆਤਮ ਸੁਖ ਹੈ, ਜਦੋਂ ਉਹ ਬਸ ਗਿਆ ਆ ਕੇ ਨਾਮ ਦੁਆਰਾ, ਉਹ ਫਿਰ ਦਿਲੋਂ ਮਿਲੇ ਰਹਿੰਦੇ ਪਰਮੇਸ਼ਰ ਦੇ ਨਾਲ। ਇਸ ਕਰਕੇ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਉਂਦੇ ਆ ਆਤਮ ਸੁਖਾਂ ਦੀ ਪ੍ਰਾਪਤੀ ਕਰਕੇ, ਤੇ ਲੋਕ ਪਰਲੋਕ ਸਵਾਰ ਲੈਂਦੇ। ਗੁਰੂ ਘਰ ਦੇ ਵਿੱਚ ਬੜੇ ਮਹਾਨ ਕਰਨੀ ਵਾਲੇ ਗੁਰਸਿੱਖ ਹੋਏ ਆ, ਜਿਵੇਂ ਬਾਬਾ ਬੁੱਢਾ ਸਾਹਿਬ ਜੀ, ਤੇ ਉਹ ਆਪ ਤਰੇ ਤੇ ਹੋਰਨਾਂ ਨੂੰ ਤਾਰਿਆ ਤੇ ਗੁਰੂ ਨਾਲ ਜੋੜਦੇ ਰਹੇ ਤੇ ਗੁਰੂ ਦੀ ਚਰਨੀ ਪਾਉਂਦੇ ਰਹੇ। ਭਾਈ ਗੁਰਦਾਸ ਸਾਹਿਬ ਜੀ ਬ੍ਰਹਮ ਗਿਆਨੀ ਤਤਵੇ ਤੇ, ਜੇ ਕੋਈ ਕਹਿੰਦਾ ਮੇਰਾ ਆਪਣਾ ਸਿੱਖ ਬਣਾ ਲਓ, ਕਹਿੰਦੇ ਨਾ ਭਾਈ, ਗੁਰੂ ਕਾ ਸਿੱਖ ਬਣ, ਮੈਂ ਤਾਂ ਆਪ ਸਿੱਖ ਹਾਂ, ਗੁਰੂ ਨਹੀਂ। ਤੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਘਰ ਦੇ ਨਾਲ ਭਾਈ ਫੇਰੂ ਵਰਗੇ ਸਤਵੇਂ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੋੜਦਾ ਰਿਹਾ ਸਾਰੀ ਉਮਰ। ਭਾਈ ਭਗਤੂ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ, ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਅਨੇਕਾਂ ਗੁਰਸਿੱਖ ਇਤਿਹਾਸ ਦੇ ਵਿੱਚ ਪੜ੍ਹ ਕੇ ਦੇਖੋ, ਉਹ ਆਪਣੇ ਚਰਨਾਂ ਨਾਲ ਨਹੀਂ ਸੀ ਜੋੜਦੇ, ਗੁਰੂ ਦੇ ਚਰਨਾਂ ਨਾਲ ਜੋੜਦੇ ਸੀ। ਉਹਨਾਂ ਨੇ ਆਪ ਵੀ ਆਨੰਦ ਮਾਣਿਆ ਤੇ ਹੋਰਨਾਂ ਨੇ ਵੀ। ਤੇ ਹੁਣ ਭਾਈ ਪਖੰਡ ਦਾ ਬੋਲ ਬਾਲਾ ਹੈ ਤੇ ਗੁਰੂ ਨਾਨਕ ਦੀ ਸਿੱਖੀ ਨੂੰ ਵੰਡਣ ਤੇ ਜ਼ੋਰ ਲਾਇਆ ਵੈ ਵੀ ਇੰਨੇ ਕੁ ਮੇਰੇ ਚੇਲੇ ਚੇਲੀਆਂ ਨੇ ਸਿੱਖ, ਜੇ ਉਧਰ ਚਲਿਆ ਗਿਆ ਉੱਥੇ ਕਿਉਂ ਗਿਆ ਸੀ ਤੂੰ, ਜਾਂ ਉਹ ਉੱਥੇ ਜਾਇਆ ਕਰ, ਸਾਡੇ ਕੋਲ ਕੀ ਆਉਣਾ ਹੈ। ਇਹ ਗੁਰੂ ਨਾਨਕ ਦੀ ਸਿੱਖੀ ਹੈ। ਸਾਰਾ ਪੰਥ ਇੱਕੋ ਹੀ ਪਰਿਵਾਰ ਤਾਂ ਹੈ, ਪਰਿਵਾਰ 'ਚ ਇੱਕ ਦੂਜੇ ਦੇ ਨਾਲ ਕਦੇ ਰਾਗ ਦਵੈਸ਼ ਨਹੀਂ ਕਰਨੀ ਚਾਹੀਦੀ। ਅੰਤਰ ਜੋਤ ਪ੍ਰਗਾਸੀਆ, ਉਹਨਾਂ ਗੁਰਸਿੱਖਾਂ ਦੇ ਅੰਦਰ ਹਿਰਦੇ ਵਿੱਚ ਜੋਤ ਗਿਆਨ ਦੀ ਪ੍ਰਕਾਸ਼ ਚਾਨਣਾ ਹੋ ਗਿਆ ਹੈ। ਇੱਕ ਸਸਿਓ ਲਿਵ ਲਾਏ, ਜਿਨ੍ਹਾਂ ਨੇ ਇੱਕ ਵਾਹਿਗੁਰੂ ਨਾਲ ਲਿਵਰਤੀ ਲਾਈ ਹੈ। ਜੋਤਾਂ ਖੜ ਜੋਤੀਆਂ ਵੀ ਹੈ, ਚੰਦ ਸੂਰਜ ਅਗਨੀ ਹੈ, ਤਾਰੇ ਨੇ, ਬੁੱਧੀ ਹੈ, ਬਿਜਲੀ ਹੈ, ਸਾਰੇ ਹੈਗੇ ਹੈ, ਖੜ ਜੋਤੀਆਂ ਹੀ ਮੰਨੀਆਂ ਨੇ। ਪਰ ਇਹ ਸਾਰੀਆਂ ਜੀਵਾਂ ਦੇ ਵਿੱਚ ਜਿਹੜਾ ਵਿਆਪਕ ਹੈ, ਉਹ ਅੰਤਰ ਜੋਤ ਪ੍ਰਗਾਸੀਆ। ਸਭ ਮੈਂ ਜੋਤ ਜੋਤ ਹੈ, ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ। ਇਹਨਾਂ ਖੱਟ ਜੋਤੀਆਂ 'ਚ ਵੀ ਉਹਦੇ ਪ੍ਰਕਾਸ਼।
ਸਾਡੇ ਹਿਰਦੇ 'ਚ ਉਹਦੇ ਪ੍ਰਕਾਸ਼ ਹੈ ਤੇ ਇਹ ਉਹਦੇ ਚਾਨਣੇ ਕਰਕੇ ਸਾਡੀਆਂ ਅੱਖਾਂ ਦੇਖਦੀਆਂ, ਕੰਨ ਸੁਣਦੇ ਨੇ। ਇਸ ਕਰਕੇ ਅੰਤਰ ਜੋਤ ਪ੍ਰਕਾਸ਼ਿਆ, ਜੋਤ ਪ੍ਰਕਾਸ਼ ਇੱਕ ਕਿਸਮ ਬੋਲੇ ਦੁਆਰੇ ਇੱਕ ਸਸਿਓ ਲਿਵ ਲਾਏ, ਉਹ ਇੱਕ ਵਾਹਿਗੁਰੂ ਨਾਲ ਲਿਵ ਬਿਰਤੀ ਲਾ ਕੇ ਰੱਖਦੇ ਹਨ। ਮਿਲ ਸਾਧੂ ਮੁਖ ਊਜਲਾ, ਤੇ ਭਾਈ ਫਿਰ ਉਹਨਾਂ ਦਾ ਸਾਧੂ ਕੌਣ? ਸਾਧੂ ਸ੍ਰੇਸ਼ਟ ਗੁਣਾਂ ਵਾਲੇ ਸਤਿਗੁਰੂ ਜੀ ਜਾਂ ਨਾਮ ਜਪਣ ਵਾਲੇ ਤਤਵੇ ਤੇ ਮਹਾਪੁਰਸ਼, ਉਹਨਾਂ ਦੀ ਸੰਗਤ ਮਹਾਤਮਾ ਦੀ ਉਹਦੇ 'ਚ ਮਿਲ ਕਰਕੇ ਉਹਨਾਂ ਦਾ ਮੁਖ ਫਿਰ ਉਜਲਾ ਪਵਿੱਤਰ ਹੋ ਜਾਂਦਾ ਹੈ, ਜਸ ਵਾਲਾ ਹੋ ਜਾਂਦਾ ਹੈ। ਪੂਰਬ ਲਿਖਿਆ ਪਾਏ, ਪਰ ਸਤਿਗੁਰਾਂ ਦੀ ਸਾਧ ਸੰਗਤ ਦੀ ਪ੍ਰਾਪਤੀ ਪੂਰਵਲੇ ਨਿਸ਼ਕਾਮ ਕਰਮਾਂ ਦਾ ਲਿਖਤ ਪਈ ਹੋਵੇ ਲੇਖ ਤਾਂ ਕਿ ਪ੍ਰਾਪਤ ਹੁੰਦੀ ਹੈ। ਇਹ ਤੁਹਾਡਾ ਕੋਈ ਕਰਮ ਜਾਗਿਆ ਹੋਇਆ ਇਸ ਵੇਲੇ ਆਪਣਾ ਸਾਰਿਆਂ ਦਾ, ਜਿਹੜਾ ਸਤਿਗੁਰੂ ਦੀ ਸੰਗਤ ਮਿਲੀ ਹੈ ਹਰ ਰੋਜ਼ ਅੰਮ੍ਰਿਤ ਵੇਲੇ ਤੇ ਗੁਰਬਾਣੀ ਦੇ ਅਰਥ ਪ੍ਰਾਪਤ ਹੋਏ ਨੇ। ਇਹ ਕਰਮਾਂ ਦੀ ਬਾਤ ਹੈ ਸਾਰੇ। ਗੁਣ ਗੋਵਿੰਦ ਨਿਤ ਗਾਵਣੇ, ਤੇ ਗੋ ਵੇਦਾਂ ਕਰਕੇ ਬਿੰਦ ਜਾਣਨ ਜੋ ਪਰਮਾਤਮਾ ਦੇ ਗੁਣ ਹੁੰਦਾ ਖੂਬੀ ਦਾ ਨਾਮ, ਸ੍ਰੇਸ਼ਟ ਖੂਬੀ ਜਿਹੜੀ ਆ ਉਹਨੂੰ ਗੁਣ ਕਹਿੰਦੇ ਆ। ਉਹ ਗੁਣ ਗਾਉਣੇ ਚਾਹੀਦੇ। ਹੁਣ ਗੁਣ ਗਾਵਤ ਤੇਰੀ ਉਤਰ ਸਮੈਲ, ਤਾਂ ਗੁਣ ਗਾਉਣੇ ਆ। ਰੱਬ ਨੂੰ ਕੋਈ ਸ਼ੌਕ ਨਹੀਂ ਕਿਸੇ ਕੋਲੋਂ ਗੁਣ ਗਵਾਉਣ ਦਾ, ਉਹਨੂੰ ਕੋਈ ਲੋੜ ਨਹੀਂ। ਜੀਵਾਂ ਨੂੰ ਗੁਣ ਇਸ ਕਰਕੇ ਗਾਉਣੇ ਪੈਂਦੇ ਵੀ ਮੈਲ ਉਤਰਦੀ ਹੈ। ਤੋ ਇਸ ਕਰਕੇ ਸਾਬਣ ਤਾਂ ਕੋਈ ਲੋੜ ਨਹੀਂ ਵੀ ਕੱਪੜੇ ਤੇ ਜ਼ਰੂਰ ਘਸਾਓ ਤੁਸੀਂ, ਉਹਦਾ ਜਿਹਦੀ ਲੋੜ ਆ ਉਹ ਘਸਾਊਗਾ ਕੱਪੜੇ ਤੇ, ਵੀ ਮੈਲਾ ਉਜਲ ਹੋ ਜਾਵੇ ਜਿਹੜਾ ਮੇਰਾ ਵਸਤਰ ਮੈਲਾ ਹੈ। ਇਸ ਕਰਕੇ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਤੇ ਨਿਰਮਲ ਹੋ ਜਾਂਦਾ ਹੈ। ਇਸ ਕਰਕੇ ਗੁਣ ਗੋਬਿੰਦ ਨਿਤ ਗਾਵਣੇ, ਨਿਤ ਹੀ ਹਮੇਸ਼ਾ ਗਾਉਣੇ ਚਾਹੀਦੇ ਨੇ। ਨਿਰਮਲ ਸਾਚੈ ਨਾਏ, ਉਹ ਪਵਿੱਤਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਨਿਰਮਲ ਕਰਨ ਵਾਲਾ, ਉਜਲ ਕਰਨ ਵਾਲਾ, ਉਹਦਾ ਜਪ ਕਰਨਾ ਚਾਹੀਦਾ ਹੈ। ਉਹਨੂੰ ਜਪ ਕੇ ਨਿਰਮਲ ਉਜਲ ਹੋ ਜਾਈਦਾ ਹੈ। ਮਲ ਵਖੇਪ ਵਿਦਿਆ ਅਵਰਨ ਆਦਿ ਜਿਹੜੀ ਇਹ ਮੈਲ ਲੱਗੀ ਇਹਨਾਂ ਤੋਂ ਪਵਿੱਤਰ ਹੋ ਜਾਈਦਾ ਹੈ। ਰਾਗ ਦਵੈਸ਼ ਦੀ ਮੈਲ ਹੈ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ, ਇਹ ਮੇਰੇ ਮਨ ਸਤਿਗੁਰਾਂ ਦੀ ਸ਼ਬਦ ਦੀ ਕਮਾਈ ਕਰ ਤੇ ਆਤਮ ਸੁਖ ਦੀ ਪ੍ਰਾਪਤੀ ਤੈਨੂੰ ਹੋ ਜਾਏਗੀ। ਗੁਰਪੂਰੇ ਕੀ ਚਾਕਰੀ, ਇਹ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ। ਗੁਰ ਸ਼ਬਦੀਆਂ ਨੂੰ ਇਹ ਸੁਖ ਹੋਇਆ ਹੈ, ਗੁਰਮੁਖਾਂ ਨੂੰ ਇਹ ਆਤਮਿਕ ਸੁਖ ਜਿਹੜਾ ਪ੍ਰਾਪਤ ਹੋਇਆ ਸੰਗਤ ਕਰਕੇ। ਇਸ ਕਰਕੇ ਉਹਨਾਂ ਨੇ ਫਿਰ ਗੁਰਪੂਰੇ ਕੀ ਚਾਕਰੀ, ਜੋ ਪੂਰੇ ਗੁਰੂ ਦੀ ਚਾਕਰੀ ਚਾਅ ਨਾਲ ਜਿਹੜੀ ਸੇਵਾ ਕਰਨੀ ਉਹਨੂੰ ਕਹਿੰਦੇ ਚਾਕਰੀ। ਮਨ ਨੂੰ ਚੁੱਕ ਕੇ ਜਿਹੜੇ ਸੰਸਾਰ ਵੱਲੋਂ ਗੁਰੂ ਦੇ ਚਰਨਾਂ ਨਾਲ ਜੋੜ ਕੇ ਜਿਹੜੀ ਸੇਵਾ ਕਰਨੀ ਉਹਨੂੰ ਕਹਿੰਦੇ ਨੇ ਚਾਕਰੀ। ਜਿਹੜੇ ਪੈਸੇ ਲੈ ਕੇ ਕਰਨੀ ਉਹਨੂੰ ਨੌਕਰੀ ਕਹਿੰਦੇ ਆ। ਐ ਦੋ ਅਰਥ ਬਣ ਜਾਂਦੇ ਨੇ ਇਸ ਦੇ। ਪੂਰੇ ਗੁਰੂ ਦੀ ਚਾਕਰੀ ਕਰ ਤੋਂ ਹਮ ਚਾਕਰ ਗੋਬਿੰਦ ਕੇ ਇਹ ਕਹਿ, ਵਿਰਥਾ ਜਾਏ ਨਾ ਕੋਏ, ਫਿਰ ਖਾਲੀ ਨਹੀਂ ਜਾਊਗਾ ਕੋਈ। ਵਿਅਰਥਾ ਨਾ, ਵਿਅਰਥ ਭਾਵ ਬੇਅਰਥ ਨਹੀਂ ਜਾਊਗਾ, ਤੈਨੂੰ ਮਿਲੂਗਾ ਕੁਛ। ਕੋਈ ਵੀ ਨਹੀਂ ਗਿਆ ਖਾਲੀ, ਇੱਕ ਤਿਲ ਨਹੀਂ ਭੰਨੇ ਕਾਲੇ। ਜਾਂ ਫਿਰ ਦੂਸਰਾ ਅਰਥ ਹੈ ਬਿਰਥਾ ਨਾਮ ਪੀੜਾ ਦਾ ਹੁੰਦਾ ਹੈ। ਬਿਰਥਾ ਜਿਹੜੀ ਪੀੜਾ ਹੈ ਕੋਈ ਵੀ ਉਹਨੂੰ ਜਗ੍ਹਾ ਹੀ ਨਹੀਂ ਰਹੂਗੀ ਅੰਦਰ, ਪੀੜਾ ਤੈਨੂੰ ਵਿਆਪੇਗੀ ਨਹੀਂ। ਅਸਥਾਈ ਦੇ ਕੇ ਫਰਮਾਉਂਦੇ ਆ ਜੀ, ਮਨ ਕੀਆ ਇੱਛਾ ਪੂਰੀਆ। ਇਹ ਭਾਈ ਉਹਨਾਂ ਦੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ, ਭਾਵ ਲੋੜ ਹੀ ਨਹੀਂ ਰਹਿੰਦੀ ਕੋਈ। ਪੂਰੇ ਜਾਂਦੇ ਕਹਿੰਦੇ ਆਹ ਜਗ੍ਹਾ ਨੂੰ ਖੂਹ ਨੂੰ ਪੂਰ ਦਿਓ ਆਖੇ, ਬੰਦ ਕਰਨ ਦੀ ਇਉਂ ਬੰਦ ਹੋ ਜਾਂਦੀਆਂ ਨੇ ਸਾਰੀਆਂ ਇੱਛਾ। ਪਾਇਆ ਨਾਮ ਨਿਧਾਨ, ਜਿਨ੍ਹਾਂ ਨੇ ਨਾਮ ਦਾ ਨਿਧਾਨ, ਨਾਮ ਖਜ਼ਾਨੇ ਦਾ, ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ ਵਾਹਿਗੁਰੂ ਦਾ। ਅੰਤਰਜਾਮੀ ਸਦਾ ਸੰਗ, ਉਹ ਵਾਹਿਗੁਰੂ ਅੰਤਰਜਾਮੀ ਹਿਰਦੇ ਦੀ ਜਾਣਨ ਵਾਲਾ। ਅੰਤਰਾ ਨਾਮ ਭੇਦ ਦਾ ਹੁੰਦਾ ਹੈ। ਹਿਰਦੇ ਦੇ ਅੰਦਰ ਇਹ ਭੇਦ ਹੈ ਨਾ, ਮੇਰੇ ਦਿਲ ਦੀ ਤੁਸੀਂ ਨਹੀਂ ਜਾਣ ਸਕਦੇ, ਕੀ ਉਹ ਤੁਹਾਡੇ ਦਿਲ ਦੀ ਮੈਂ ਨਹੀਂ ਜਾਣ ਸਕਦਾ, ਪਰ ਰੱਬ ਸਾਰਿਆਂ ਦੇ ਦਿਲਾਂ ਦੀ ਜਾਣਦਾ। ਇਸ ਕਰਕੇ ਉਹਨੂੰ ਅੰਤਰਜਾਮੀ ਨਾਲ ਜਾਣਨ ਦਾ, ਅੰਤਰ ਹਿਰਦੇ ਦੀ ਗੱਲ ਨੂੰ ਜਾਣਦਾ। ਸਦਾ ਸੰਗ ਸਾਰਿਆਂ ਦੇ ਹੈ ਨਾਲ, ਕਰਨਾ ਹਾਰ ਪਛਾਨ। ਉਹਨੂੰ ਬਸ ਇੰਨਾ ਹੀ ਆ ਵੀ ਤੂੰ ਅੰਗ ਸੰਗ ਸਮਝ ਲੈ। ਸਮਝਣਾ ਹੀ ਹੈ ਪਹਿਲਾਂ ਵੀ, ਜਿਹੜੇ ਸਮਝਦੇ ਨਹੀਂ ਹੈ ਉਹਨਾਂ ਦੇ ਵੀ ਉਹ ਲਾਭ ਨਹੀਂ ਉਠਾ ਸਕਦੇ। ਕਰਨੇ ਹਾਰ ਸੰਸਾਰ ਦੇ ਰਚਣ ਵਾਲੇ ਨੂੰ ਉਹਦੀ ਪਛਾਣ ਕਰ ਲੈ ਕਿ ਹੈ ਵਾਹਿਗੁਰੂ ਸਾਰੀ ਜਗ੍ਹਾ। ਗੁਰ ਪ੍ਰਸਾਦੀ ਮੁਖ ਊਜਲਾ, ਗੁਰੂ ਦੀ ਕਿਰਪਾ ਦੇ ਨਾਲ ਤੇਰਾ ਮੁਖ ਪਵਿੱਤਰ ਹੋ ਜਾਏਗਾ। ਜਪ ਨਾਮ ਦਾਨ ਇਸ਼ਨਾਨ, ਤੇ ਜਦੋਂ ਤੂੰ ਨਾਮ ਜਪੇਗਾ, ਜਥਾ ਜੋਗ ਦਾਨ ਕਰੇਗਾ, ਅੰਮ੍ਰਿਤ ਵੇਲੇ ਦਾ ਇਸ਼ਨਾਨ ਨਹੀਂ ਖੰਝਾਏਗਾ। ਜਪ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ। ਤੇ ਗੁਰਮੁਖਾਂ ਦੀ ਇਹ ਕਰਤੱਵ ਹੈ, ਪਿਛਲ ਰਾਤੀ ਜਾਗਣਾ, ਨਾਮਦਾਨ ਇਸ਼ਨਾਨ ਦਰਾਏ, ਮਿੱਠਾ ਬੋਲ ਨਿਵਚਨ ਹੱਥੋਂ ਦੇ ਕੇ ਭਲਾ ਮਨਾਏ। ਇਹ ਕਰਤੱਵ ਦੱਸਦੇ ਹਨ ਗੁਰਸਿੱਖਾਂ ਦੇ। ਕਾਮ ਕ੍ਰੋਧ ਲੋਭ ਵਿਨਸਿਆ, ਉਹਨਾਂ ਦੇ ਕਾਮ ਜਿਹੜੀ ਅੰਦਰ ਮੰਦ ਵਾਸ਼ਨਾ ਉੱਠਦੀ ਹੈ, ਕ੍ਰੋਧ ਜਿਹੜਾ ਤੀਕਸ਼ਣ ਬਿਰਤੀ ਹੋ ਜਾਂਦੀ ਹੈ,
ਲੋਭ ਜਿਹੜਾ ਖਾਣ ਦਾ ਪਹਿਨਣ ਦਾ ਹੁੰਦਾ, ਇਹ ਵਿਕਾਰ ਨਾਸ ਹੋ ਜਾਣਗੇ ਸਾਰੇ। ਕਾਮ ਵਾਸਨਾ ਆਦਿ ਦਾ ਬੇਗ ਜਿਹੜਾ ਇਹ ਦਮਨ ਹੋ ਜਾਏਗਾ। ਕ੍ਰੋਧ ਦੀ ਅੱਗ ਠੰਡੀ ਹੋ ਜਾਏਗੀ। ਲੋਭ ਦੀਆਂ ਲਹਿਰਾਂ ਟਿਕ ਜਾਣਗੀਆਂ ਜਿਹੜੀਆਂ ਤਪਾਉਂਦੀਆਂ ਤੈਨੂੰ। ਤਜਿਆ ਸਭ ਅਭਿਮਾਨ, ਤੇ ਜਿਨ੍ਹਾਂ ਨੇ ਹੰਕਾਰ ਤਿਆਗ ਦਿੱਤਾ ਭਾਈ, ਹੰਕਾਰ ਨੂੰ ਤਿਆਗਣਾ ਚਾਹੀਦਾ ਹੈ। ਇਹਨਾਂ 'ਚ ਕੋਈ ਵੀ ਘਟ ਨਹੀਂ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੁਕਸਾਨ ਸਾਰੇ ਇੱਕੋ ਜਿਹਾ ਕਰਦੇ ਹੈ। ਉਹ ਕਿਤੇ ਕੋਈ ਬਿੱਛੂ ਵਾਲਾ ਸੀ, ਬਿੱਛੂ ਸੀ, ਵੇਚਦਾ ਸੀ ਉਹ ਬਿੱਛੂ। ਉਹ ਕਹਿੰਦਾ ਇਹਦਾ ਕੀ ਮੁੱਲ ਹੈ? ਕਹਿੰਦਾ 1 ਰੁਪਿਆ। ਕਹਿੰਦਾ ਇਹਦਾ ਵੀ 1 ਰੁਪਿਆ। ਕਹਿੰਦਾ ਵੀ ਇਹ ਕੀ ਗੱਲ? ਕਹਿੰਦਾ ਤਾਂ ਛੋਟਾ ਜਿਹਾ, ਕਿੱਡਾ ਵੱਡਾ ਹੈ? ਕਹਿੰਦਾ ਡੰਗ ਇੱਕੋ ਜਿਹੀ ਹੈ, ਜ਼ਹਿਰ ਇੱਕੋ ਜਿਹੀ ਹੈ। ਇਹ ਜਿਹੜੇ ਪੰਜੇ ਨਾ ਬਿੱਛੂਆਂ ਦੀ ਨਿਆਈ ਨਹੀਂ, ਜ਼ਹਿਰ ਇੱਕੋ ਜਿਹੀ ਹੈ, ਕੋਈ ਫਰਕ ਬਹੁਤਾ ਹੈ ਨਹੀਂ। ਕਾਮ ਕ੍ਰੋਧ ਅਰ ਲੋਭ ਉਹ ਬਿਨਸਿਆਏ ਮੇਵ, ਨਾਨਕ ਪ੍ਰਭ ਸੁਨਾਤੀ ਕਰ ਪ੍ਰਸਾਦ ਗੁਰਦੇਵ। ਇਹ ਬਿਨਸਿਆਏਗਾ। ਇਹ ਸਾਰੇ ਹੰਕਾਰ ਆਦਿ ਤਿਆਗ, ਮਤਲਬ ਇਹ ਜਦੋਂ ਤਿਆਗ ਦਿੱਤੇ ਫਿਰ ਸ਼ਾਂਤੀ ਹੁੰਦੀ ਹੈ। ਪਾਇਆ ਲਾਹਾ ਲਾਭ ਨਾਮ, ਉਹਨਾਂ ਗੁਰਮੁਖਾਂ ਨੇ ਸੰਸਾਰ ਵਿੱਚ ਆ ਕੇ ਲਾਹਾ ਨਫਾ ਪਰਲੋਕ ਦਾ ਜਸ ਰੂਪ ਲਾਭ ਉਹਨਾਂ ਨੇ ਫਾਇਦਾ ਪਾਇਆ ਹੈ। ਪੂਰਨ ਹੋਏ ਕਾਮ, ਉਹਨਾਂ ਦੇ ਕਾਮ ਕੰਮ ਧਰਮ ਅਰਥ ਕਾਮ ਮੋਖ ਇਹ ਪਦਾਰਥ ਪੂਰੇ ਹੋਏ ਹੋ ਗਏ, ਭਾਵ ਮਿਲ ਗਏ। ਕਾਮਨਾਵਾਂ ਸੰਕਲਪ ਪੂਰੇ ਹੋ ਗਏ। ਭਾਵ ਕੀ ਹੈ? ਇਹ ਸਾਰੇ ਦੱਬ ਦਿੱਤੇ ਸੰਕਲਪ ਵਿਕਲਪ ਜਿਹੜੇ ਸੀ। ਨਾਮ ਦੇ ਪ੍ਰਵਾਹ ਨੇ ਅੰਦਰ ਜਦੋਂ ਪ੍ਰਵਾਹ ਚੱਲਿਆ ਇਹ ਅੰਦਰ ਹੀ ਦਬ ਜਾਂਦੇ ਹਨ। ਜਦੋਂ ਗਰਦ ਉੱਠੀ ਹੋਵੇ ਪਾਣੀ ਕਦੇ ਛਿੜਕਦੇ ਆ, ਗਰਦ ਦਬ ਜਾਂਦੀ ਹੈ ਉਸੇ ਵੇਲੇ। ਇਸੇ ਵੇਲੇ ਨਾਮ ਦਾ ਜਲ ਛਿੜਕੋ ਹਿਰਦੇ 'ਚ, ਆ ਗਰਦ ਗਵਾ ਰਹੀ ਹੈ ਵਾਸ਼ਨਾ ਦਾ, ਇਹ ਫਿਰ ਮਿਟ ਜਾਂਦਾ ਹੈ। ਕਰ ਕਿਰਪਾ ਪ੍ਰਭ ਮੇਲਿਆ, ਉਹਨਾਂ ਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਨਾਲ ਫਿਰ ਮੇਲਿਆ, ਅਭੇਦ ਕਰ ਲਿਆ ਹੈ। ਦੀਆ ਆਪਣਾ ਨਾਮ, ਜਿਨ੍ਹਾਂ ਨੂੰ ਆਪਣਾ ਨਾਮ ਗੁਰੂ ਦੁਆਰਾ ਬਖਸ਼ਿਸ਼ ਕਰ ਦਿੱਤਾ ਹੈ, ਦੀਆ ਦੇ ਦਿੱਤਾ ਹੈ ਆਪਣਾ ਨਾਮ ਜਪਣ ਵਾਸਤੇ। ਆਵਣ ਜਾਣਾ ਰਹਿ ਗਿਆ, ਉਹਨਾਂ ਦਾ ਵਾਰ-ਵਾਰ ਜਨਮ ਧਾਰ ਕੇ ਆਉਣਾ ਤੇ ਮਰ ਕੇ ਚਲੇ ਜਾਣਾ ਆਵਾਗਮਨ ਸੀ ਇਹ, ਤੇ ਉਹਨਾਂ ਦਾ ਗਿਆ ਖਤਮ ਹੋ ਗਿਆ ਹੈ। ਇਹ ਤੋਂ ਰਹਿਤ ਹੋ ਗਏ ਹਨ। ਆਪ ਹੋਆ ਮਿਹਰਬਾਨ, ਕਿਹਨਾਂ ਦਾ? ਜਿਨ੍ਹਾਂ ਦੇ ਉੱਤੇ ਆਪ ਮਿਹਰਬਾਨੀ ਕਰਨ ਵਾਲਾ, ਤਰਸ ਕਰਨ ਵਾਲਾ ਵਾਹਿਗੁਰੂ ਹੋਇਆ ਹੈ। ਸੱਚ ਮਹਿਲ ਘਰ ਪਾਇਆ, ਸੱਚ ਮਹੱਲ ਜਿਹੜਾ ਸੱਚ ਸਰੂਪ ਪਰਮੇਸ਼ਰ ਦੇ ਨਾਲ ਮਿਲ ਕੇ ਉਹਨੇ ਤੁਰਿਆ ਰੂਪੀ ਘਰ ਗ੍ਰਹਿ ਤੇ ਉਸ ਨੂੰ ਪਾ ਲਿਆ ਹੈ। ਉਹ ਸੱਚਾ ਮਹੱਲ ਸੀ ਤੇ ਤੁਰਿਆ ਰੂਪੀ ਘਰ ਦੇ ਵਿੱਚ ਸਖਿਆਤਾਕਾਰ ਰੂਪੀ ਉਹ ਪਾ ਲਿਆ ਹੈ। ਮਹੱਲ ਸੱਚੇ ਸਰੂਪ ਨੂੰ ਤੇ ਘਰ ਟੇਕ ਕੇ ਪਾ ਲਿਆ ਹੈ। ਹਿਰਦੇ ਵਿੱਚ ਟਿਕਾ ਆਇਆ ਨਾਮ ਦਾ ਤਾਂ ਹੀ ਪਾਇਆ ਹੈ। ਗੁਰ ਕਾ ਸ਼ਬਦ ਪਛਾਨ, ਪਰ ਪਹਿਲਾਂ ਗੁਰੂ ਦਾ ਸ਼ਬਦ ਪਛਾਣ। ਆ ਹੁਣ ਗੁਰੂ ਦੇ ਸ਼ਬਦ ਦੀ ਪਛਾਣ ਕਰ ਰਹੇ ਹੋ, ਅੱਖਰਾਂ ਵੱਲ ਵੇਖਦੇ ਹੋ, ਅਰਥ ਕਿੱਥੇ ਹੈ, ਵਿਸਰਾਮ ਕਿੱਥੇ ਹੈ, ਇਹ ਪਛਾਣ ਕਰ ਰਹੇ ਹੋ। ਕਹਿੰਦਾ ਹਾਂ ਵਿਸਰਾਮ ਦੀ ਪਛਾਣ ਆ ਗਈ, ਉਚਾਰਨ ਦੀ ਸਿਆਣ ਆ ਗਈ, ਅਰਥ ਦੀ ਸਿਆਣ ਆ ਗਈ। ਜਿਨ੍ਹਾਂ ਨੇ ਸ਼ਬਦ ਨੂੰ ਪਛਾਣਿਆ ਹੈ ਉਹੀ ਗੁਰੂ ਨੂੰ ਪਛਾਣਨਗੇ। ਭਗਤ ਜਨਾ ਕੋ ਰਾਖਦਾ, ਉਹ ਭਾਈ ਆਪਣੇ ਸੰਤਾਂ ਭਗਤਾਂ ਦੀ ਇੱਜ਼ਤ ਰੱਖਦਾ, ਉਹਨਾਂ ਦੇ ਰੱਖਦਾ ਆਇਆ ਹੈ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਰੱਖਦਾ ਆਇਆ ਹੈ। ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰਨ ਕਰਕੇ ਹਮੇਸ਼ਾ ਹੀ ਰੱਖਦਾ ਆਇਆ ਹੈ। ਹਲਤ ਪਲਤ ਮੁਖ ਊਜਲੇ, ਦੋਨਾਂ ਲੋਕਾਂ, ਹਲਤ ਹੈ ਲੋਕ ਦਾ ਨਾਮ ਹੈ, ਪਲਤ ਪਰਲੋਕ ਦਾ ਨਾਮ ਹੈ। ਉਹਨਾਂ ਦੇ ਮੁਖ ਪਵਿੱਤਰ ਹੋ ਗਏ, ਉਜਲੇ ਨਾਮ ਪਵਿੱਤਰ ਦਾ ਹੈ। ਕਿਹਨਾਂ ਦੇ ਹੋਏ ਦੱਸਦੇ ਹਨ? ਸੱਚੇ ਕੇ ਗੁਣ ਸਾਰ, ਜਿਹੜੇ ਸੱਚੇ ਪ੍ਰਭੂ ਦੇ ਗੁਣਾਂ ਨੂੰ ਸਾਰ ਨਾਮ ਸੰਭਾਲਣ ਦਾ ਹੈ। ਸੱਚੇ ਪ੍ਰਭੂ ਦੇ ਗੁਣਾਂ ਨੂੰ ਸੰਭਾਲ ਲਿਆ ਜਿਨ੍ਹਾਂ ਨੇ। 8 ਪਹਿਰ ਗੁਣ ਸਾਰ ਦੇ, 8 ਪਹਿਰ ਗੁਣ ਸਾਰ ਦੇ, ਉਹ ਜਿਹੜੇ 8 ਪਹਿਰ ਪ੍ਰਭੂ ਦੇ ਗੁਣਾਂ ਨੂੰ ਸਾਰ ਦੇ ਨਾਮ ਸੰਭਾਲਣ ਦਾ ਸੰਭਾਲਦੇ ਹਨ, ਉਚਾਰਦੇ ਹਨ। ਰਤੇ ਰੰਗ ਅਪਾਰ, ਉਹ ਅਪਾਰ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਪ੍ਰਭੂ ਦੇ ਰੰਗ ਚ ਰਤੇ ਰੰਗੇ ਜਾਂਦੇ ਹਨ। ਪਾਰ ਬ੍ਰਹਮ ਸੁਖ ਸਾਗਰੋ, ਇਹ ਭਾਈ ਉਹ ਪਾਰ ਬ੍ਰਹਮ ਪਰਮੇਸ਼ਰ ਸੁਖਾਂ ਦਾ ਸਾਗਰੋ, ਸਮੁੰਦਰੀ ਹੈ ਸੁਖਾਂ ਦਾ, ਐਸਾ ਵਾਹਿਗੁਰੂ ਹੈ। ਨਾਨਕ ਸਦ ਬਲਿਹਾਰ, ਸਤਿਗੁਰੂ ਜੀ ਫਰਮਾਉਂਦੇ ਆ ਅਸੀਂ ਤਾਂ ਉਹ ਤੋਂ ਸਦ ਹਮੇਸ਼ਾ ਤੇ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਹੀ ਜਾਣੇ ਆ, ਐਸਾ ਜੋ ਪਰਮੇਸ਼ਰ ਹੈ। ਸ੍ਰੀ ਰਾਗ ਮਹੱਲਾ ਪੰਜਵਾ, ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਸ਼ਬਦ ਉਚਾਰ ਕੇ। ਪੂਰਾ ਸਤਿਗੁਰ ਜੇ ਮਿਲੈ, ਇਹ ਭਾਈ ਜੇਕਰ ਪੂਰਾ ਸਤਿਗੁਰੂ ਮਿਲ ਜਾਵੇ, ਮਿਲਣ ਤੋਂ ਭਾਵ ਪ੍ਰਾਪਤ ਹੋ ਜਾਵੇ ਕਿਤੇ ਗੁਰੂ ਪੂਰਾ ਜਿਹੜਾ ਹੈ। ਪਾਈਐ ਸ਼ਬਦ ਨਿਧਾਨ, ਉਹਦੇ ਕੋਲੋਂ ਸ਼ਬਦ ਦਾ ਉਪਦੇਸ਼ ਨਿਧਾਨ ਨਾਮ ਖਜ਼ਾਨੇ ਦਾ ਹੈ।
ਪਰਮਾਤਮਾ ਦੀ ਪ੍ਰਾਪਤੀ ਰੂਪ ਖਜ਼ਾਨਾ, ਉਪਦੇਸ਼ ਰੂਪ ਖਜ਼ਾਨਾ, ਇਹ ਸ਼ਬਦ ਦੇ ਉਪਦੇਸ਼ ਰੂਪ ਖਜ਼ਾਨਾ ਦਾ ਨਿਧਾਨ ਖਜ਼ਾਨਾ ਉਹਦੇ ਕੋਲ ਹੀ ਮਿਲੂਗਾ। ਇਹ ਜਿਹੜਾ ਗੁਰੂ ਹੁੰਦਾ ਸਾਧ ਸੰਗਤ ਜੀ, ਇਹਦੇ ਵਿੱਚ ਵੀ ਕਈ ਪ੍ਰਕਾਰ ਦੇ ਗੁਰੂ ਲਿਖਿਆ ਹੈ। ਅਧਿਆਤਮ ਰਮਾਇਣ 'ਚ 3 ਪ੍ਰਕਾਰ ਦਾ ਲਿਖਿਆ ਹੈ। ਤੁਲਸੀ ਰਮਾਇਣ ਦੇ ਰਾਮ ਜੀ ਨੇ ਉਪਦੇਸ਼ ਦਿੰਦਿਆਂ ਤੇ ਲక్ష్మణ ਨੂੰ ਵੀ 3 ਪ੍ਰਕਾਰ ਦਾ ਦੱਸਿਆ ਹੈ। ਸਮੁੰਦਰੀਕ ਗ੍ਰੰਥ ਦੇ ਅੰਦਰ ਬਾਬਾ ਸੁੰਦਰ ਜੀ ਨੇ 8 ਪ੍ਰਕਾਰ ਦਾ ਗੁਰੂ ਲਿਖਿਆ ਹੈ। ਇੱਕ ਦੇ ਗੁਰੂ ਪ੍ਰਕਰਨ 'ਚ ਫੇਰ ਹੋ ਜਾਏਗਾ, ਤੇ ਇੱਥੇ ਸਿਰਫ ਇੰਨਾ ਹੀ ਹੈ ਜਿਹੜਾ ਪੂਰਾ ਗੁਰੂ ਹੈ। ਤੇ ਪੂਰਾ ਗੁਰੂ ਜਿਹੜਾ ਹੈ ਉਹ ਹੁੰਦਾ ਸਾਧ ਸੰਗਤ ਜੀ 3 ਪ੍ਰਕਾਰ ਦੇ। ਚਲੋ ਇੱਥੇ ਥੋੜਾ ਜਿਹਾ ਸਮਝ ਲਈਏ ਕਿ ਜਿਸ ਤਰ੍ਹਾਂ ਮਲਾਹ ਹੁੰਦਾ ਹੈ, ਇੱਕ ਮਲਾਹ ਉਹ ਹੈ ਜਿਹੜਾ ਅੱਖਾਂ ਤੋਂ ਅੰਨ੍ਹਾ ਹੈ। ਉਹਨੇ ਸੁਣਿਆ ਵੀ ਪਰਲਾ ਕਿਨਾਰਾ ਹੈ, ਪਰਲੇ ਕਿਨਾਰੇ ਇਉਂ ਬਿਰਛ ਕੜੇ ਨੇ, ਬੜੀ ਸੋਹਣੀ ਬਸਤੀ ਹੈ, ਸੁਣ ਲਿਆ, ਯਕੀਨ ਹੋ ਗਿਆ। ਜਿਹੜਾ ਆ ਗਿਆ ਪਾਰ ਲੰਘਣ, ਉਹਨੂੰ ਪਰਲੇ ਕਿਨਾਰੇ ਦੀਆਂ ਗੱਲਾਂ ਸੁਣੀਆਂ ਸੁਣੀਆਂ ਦੱਸੀ ਜਾਊਗਾ, ਪਰ ਉਹਨੇ ਦੇਖਿਆ ਕੋਈ ਨਹੀਂ। ਜੇ ਕਹੀਏ ਵੀ ਪਾਰ ਲੰਘਾ ਦੇ, ਉਹਦੇ ਆਪ ਅੱਖਾਂ ਨਹੀਂ, ਤਾਂ ਆਪ ਨਹੀਂ ਪਾਰ ਲੰਘ ਸਕਦਾ, ਦੂਸਰੇ ਨੂੰ ਕਿਵੇਂ ਲੰਘਾ ਦੂ। ਦੂਸਰਾ ਮਲਾਹ ਹੈ ਜਿਹਦੇ ਕੋਲ ਅੱਖਾਂ ਤਾਂ ਹੈਗੀਆਂ ਪਰ ਪੈਰ ਨਹੀਂ ਹੈਗੇ, ਲੱਤਾਂ ਨਹੀਂ ਹੈਗੀਆਂ, ਤੇ ਉਹ ਜਿਹੜਾ ਹੈ ਉਹ ਨਾ ਤਾਂ ਬੇੜੀ ਚਲਾ ਸਕਦਾ ਹੈ ਤੇ ਉਹ ਲੰਘਾ ਨਹੀਂ ਸਕਦਾ ਪਾਰ, ਕਿਉਂਕਿ ਉਹਨੂੰ ਪਤਾ ਨਹੀਂ ਵੀ ਪਾਣੀ ਕਿੰਨਾ ਕੱਢੂਗਾ। ਕਹਿੰਦਾ ਹਾਂ ਲੰਘ ਜਾ, ਗੋਡੇ ਗੋਡੇ ਹੀ ਪਾਣੀ ਹੈ। ਉਹਦਾ ਯਕੀਨ ਕਰਕੇ ਜਿਹੜਾ ਬੜਿਆ ਪਾਣੀ ਦੇ 'ਚ, ਪਾਣੀ ਉੱਥੇ ਹਾਥੀ ਡਬੋ ਸੀ, ਮਰ ਗਿਆ ਵਿੱਚ ਹੀ, ਪਾਰ ਨਹੀਂ ਲੰਘ ਸਕਿਆ। ਕਿਉਂਕਿ ਮਲਾਹ ਜਿਹੜਾ ਸੀ ਅਧੂਰਾ ਸੀ, ਅੱਖਾਂ ਹੈਗੀਆਂ ਸੀ, ਪਰ ਉਹ ਤੀਸਰਾ ਮਲਾਹ ਉਹ ਹੈ ਜਿਹਦੀ ਅੱਖਾਂ ਵੀ ਕਾਇਮ ਨੇ, ਹੱਥ ਪੈਰ ਵੀ ਕਾਇਮ ਨੇ, ਚੱਪੂ ਵੀ ਚਲਾ ਸਕਦਾ ਹੈ। ਬੇੜੀ 'ਚ ਉਹ ਕਹਿੰਦਾ ਬਹਿ ਜਾ ਬਈ, ਪੂਰਾਂ ਦੇ ਪੂਰ ਲੰਘਾਏ ਨੇ, ਮੈਂ ਤਾਂ ਬਹਿ ਜਾ, ਤੈਨੂੰ ਕਿਉਂ ਨਹੀਂ ਲੰਘਾਊਗਾ। ਉਹਦੇ ਬੈਠ ਕੇ ਪਾਰ ਲੰਘਾ ਦਿੰਦਾ ਹੈ। ਸੰਸਾਰ ਇੱਕ ਨਦੀ ਦੀ ਨਿਆਈ, ਦਰਿਆ ਦੀ ਨਿਆਈ ਹੈ। ਭਗਤੀ ਦੀ ਹੈ ਬੇੜੀ, ਬੈਰਾਗ ਵਿਵੇਕ ਦੇ ਚੱਪੂ, ਨੇਤਰਾਂ ਵਾਲਾ ਬ੍ਰਹਮ ਨਿਵਸਤੀ ਬ੍ਰਹਮ ਸਰੋਤਰੀ ਗੁਰੂ, ਸਾਧਨਾ 'ਚ ਪੱਕਾ ਹੈ। ਜਿਹੜਾ ਪਹਿਲਾ ਗੁਰੂ ਹੈ ਉਹ ਅੱਖਾਂ ਤੋਂ ਅੰਨ੍ਹਾ ਹੈ। ਭਾਵ ਕੀ ਹੈ, ਉਹਨੂੰ ਗਿਆਨ ਤਾਂ ਹੈ ਨਹੀਂ, ਸੁਣੀਆਂ ਸੁਣਾਈਆਂ ਗੱਲਾਂ ਕਰ ਰਿਹਾ, ਉਹ ਪਾਰ ਨਹੀਂ ਲੰਘਾ ਸਕਦਾ, ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਦੂਸਰਾ ਗੁਰੂ ਹੈ ਵੀ ਉਹਦੇ ਕੋਲ ਗਿਆਨ ਤਾਂ ਗ੍ਰੰਥਾਂ ਦਾ ਪੜ੍ਹਿਆ ਹੋਇਆ ਹੈਗਾ, ਪਰ ਉਹਦੇ ਕੋਲ ਸਾਧਨਾ ਦੇ ਪੈਰ ਹੀ ਨਹੀਂ ਹੈ, ਉਹ ਵੀ ਅਧੂਰਾ ਗੁਰੂ ਹੈ, ਪਾਰ ਨਹੀਂ ਲੰਘਾ ਸਕਦਾ। ਜਿਹੜਾ ਪੂਰਾ ਗੁਰੂ ਹੈ ਉਹਦੇ ਕੋਲ ਆਤਮਿਕ ਗਿਆਨ, ਸ਼ਾਸਤਰਾਂ ਦਾ ਗਿਆਨ ਵੀ ਹੈ, ਅੱਖਾਂ ਵੀ ਹੈਗੀਆਂ, ਵਿਰਾਗ ਵਿਵੇਕ ਦੇ ਨੇਤਰ ਨੇ, ਉਹਦੇ ਕੋਲ ਸਾਧਨ ਸੰਪੰਨ ਹੋਣ ਕਰਕੇ ਪੂਰਾ ਗੁਰੂ ਹੀ ਲੰਘਾ ਸਕਦਾ ਹੈ। ਪੂਰਾ ਸਤਿਗੁਰ ਜੇ ਮਿਲਿਆ, ਜੇ ਕਿਤੇ ਉਹ ਮਿਲ ਜਾਵੇ, ਉਹ ਫਿਰ ਪਾਈਏ ਸ਼ਬਦ ਨਿਧਾਨ, ਇਹ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ। ਕਰ ਕਿਰਪਾ ਪ੍ਰਭ ਆਪਣੀ, ਹੇ ਪ੍ਰਭੂ ਜੀ, ਹੇ ਮੇਰੇ ਮਾਲਕ ਵਾਹਿਗੁਰੂ ਜੀ, ਤੂੰ ਕਿਰਪਾ ਕਰੀਏ, ਦਇਆ ਹੀ ਕਰਦੇ ਸਾਡੇ ਤੇ, ਦਇਆ ਦ੍ਰਿਸ਼ ਕਿਰਪਾ ਠਾਕ ਅਵਲੋਕਨ ਕੀ, ਤੂੰ ਆਪ ਕਿਰਪਾ ਕਰ ਦਿਓ ਸਾਡੇ ਉੱਪਰ। ਜਪਿਐ ਅੰਮ੍ਰਿਤ ਨਾਮ। ਮਹਾਰਾਜ ਪੁੱਛਦੇ ਆ ਕੀ ਚਾਹੁੰਦਾ ਹੈ, ਕਹਿੰਦੇ ਤੇਰਾ ਨਾਮ ਜਪਣਾ ਚਾਹੁੰਦਾ ਹੈ। ਮਨ ਹੋਰ ਪਾਸੇ ਚਲਿਆ ਜਾਂਦਾ, ਇਸ ਕਰਕੇ ਤੇਰੀ ਕਿਰਪਾ ਤੋਂ ਬਿਨਾਂ ਜਪਿਆ ਨਹੀਂ ਜਾਣਾ, ਤੂੰ ਆਪਣੀ ਕਿਰਪਾ ਕਰ, ਤੇ ਆਪਣੀ ਕਿਰਪਾ ਕਰੇਗਾ। ਤੇਰਾ ਮਿਰਤੂ ਤੋਂ ਰਹਿਤ ਕਰਨ ਵਾਲਾ ਨਾਮ ਹੈ, ਉਹ ਅਸੀਂ ਜਪਾਂਗੇ ਹਰ ਵੇਲੇ। ਜਨਮ ਮਰਨ ਦੁੱਖ ਕਾਟੀਐ। ਭਾਵ ਕੀ ਹੈ ਵੀ ਜਿਹੜੇ ਜੰਮਣ ਤੇ ਮਰਨ ਦਾ ਦੁੱਖ ਉਹਨਾਂ ਦਾ ਕੱਟਿਆ ਜਾਂਦਾ ਹੈ। ਲਾਗੈ ਸਹਿਜ ਧਿਆਨ। ਜੰਮਣ ਮਰਨ ਦਾ ਦੁੱਖ ਕਾਟਿਆ, ਉਹ ਕੱਟਣਾ ਕਰੇ, ਕੱਟਣਾ ਕਰੋ ਤੁਸੀਂ ਵਾਹਿਗੁਰੂ ਜੀ, ਆਪ ਕਿਰਪਾ ਕਰੋਗੇ ਤਾਂ ਕੱਟਿਆ ਜਾਏਗਾ, ਤੇ ਗੁਰੂ ਕਿਰਪਾ ਕਰਦਾ ਉਹ ਕੱਟਦਾ ਹੈ। ਤੇ ਇਸ ਕਰਕੇ ਆਪ ਜੀ ਦੀ ਸ਼ਾਂਤ ਰੂਪ ਜਿਹੜਾ ਵਾਹਿਗੁਰੂ, ਉਹਦੇ 'ਚ ਧਿਆਨ ਲੱਗ ਜਾਵੇ, ਧਿਆਨ ਜੁੜ ਜਾਵੇ, ਸਹਿਜ ਸੁਭਾਵ ਕਹੀ ਸਰੂਪ ਦੇ 'ਚ ਧਿਆਨ ਜੁੜ ਜਾਵੇ, ਮਨ ਦੀ ਵਿਕਾਰਾਂ ਵਾਲੀ ਅਵਸਥਾ ਜਿਹੜੀ ਹੈ ਇਹ ਸਮਾਪਤ ਹੋ ਜਾਵੇ। ਮਨ ਐਂ ਖੜਿਆ ਹੋਇਆ ਜਿਵੇਂ ਰੇਤਾ ਹੁੰਦਾ ਨਾ, ਬਰੀਕ ਬਰੀਕ, ਕਿ ਲੋਹਾ ਰੇਤ ਕੇ ਕੋਈ ਰੇਤੇ 'ਚ ਛੱਡ ਦੇਵੇ, ਉਹਦੇ ਵਿੱਚ ਹੀ ਮਿਲ ਜਾਂਦਾ। ਜੇ ਇਕੱਠਾ ਕਰਨਾ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਓ, ਇਕੱਠਾ ਨਹੀਂ ਹੁੰਦਾ। ਤੇ ਇਸ ਤਰ੍ਹਾਂ ਫਿਰ ਉਹ ਇਕੱਠਾ ਕਿਵੇਂ ਹੁੰਦਾ, ਚੁੰਬਕ ਲੈ ਕੇ ਨਾ, ਜਿਹੜਾ ਮੈਗਨੇਟ ਹੈ ਐਂ, ਉਹਦੇ ਫਿਰ ਉਹ ਰੇਤਾ ਜੁੜਦਾ ਨਹੀਂ ਨਾਲ, ਲੋਹੇ ਦੇ ਕਣ ਜੁੜ ਜਾਂਦੇ ਨੇ, ਇਕੱਠਾ ਹੋ ਜਾਂਦਾ। ਇਹ ਜਿਹੜਾ ਸ਼ਬਦ ਹੈ ਇਹ ਮੈਗਨੇਟ ਦੀ ਨਿਆਈ ਹੈ। ਖਿੰਡੇ ਹੋਏ ਮਨ ਨੂੰ ਇਹ ਹੁਣ ਮਾਇਆ ਦੇ ਵਿੱਚ, ਮਾਇਆ ਦੇ ਰੇਤੇ ਦੇ ਵਿੱਚ ਰੇਤਿਆ ਗਿਆ, ਬਾਸ਼ਨਾ ਕਰਕੇ ਅਲੱਗ-ਅਲੱਗ ਹੋ ਗਿਆ ਹੈ, ਖਿੰਡਿਆ ਹੋਇਆ ਮਨ। ਉਹਨੂੰ ਚੁੰਬਕ ਸ਼ਕਤੀ ਜਿਹੜੀ ਆ ਗੁਰੂ ਦੇ ਸ਼ਬਦ ਦੀ ਹੈ, ਉਹਦੇ ਨਾਲ ਇਕੱਠਾ ਕੀਤਾ ਜਾ ਸਕਦਾ ਹੈ, ਇਕਾਗਰ ਹੋ ਸਕਦਾ ਹੈ। ਮੇਰੇ ਮਨ ਪ੍ਰਭ ਸਰਣਾਈ ਪਾਏ। ਇਹ ਮੇਰੇ ਮਨ ਆਪਣੇ ਪ੍ਰਭੂ ਦੀ ਸ਼ਰਨ ਵਿੱਚ, ਸ਼ਰਨ ਪਨਾਹ ਉਹਦੇ 'ਚ ਪਾਏ, ਪਾਉਣਾ ਕਰ ਤੋਂ ਆਪਣੇ ਮਨ ਨੂੰ। ਹਰ ਬਿਨ ਦੂਜਾ ਕੋ ਨਹੀਂ। ਕਿਉਂਕਿ ਹਰੀ ਪਰਮੇਸ਼ਰ ਤੋਂ ਬਿਨਾਂ ਹੋਰ ਦੂਜਾ
ਦੂਸਰਾ ਕੋਈ ਰੱਖਿਆ ਕਰਨ ਵਾਲਾ ਹੈ ਨਹੀਂ ਲੋਕ ਪਰਲੋਕ ਵਿੱਚ। ਇੱਕੋ ਨਾਮ ਧਿਆਏ, ਇੱਕ ਵਾਹਿਗੁਰੂ ਦਾ ਨਾਮ ਹੀ ਧਿਆਉਣਾ ਕਰ ਤੂੰ ਧਿਆ ਕਰ ਬਿਰਤੀ ਦੁਆਰਾ। ਅਸਥਾਈ ਦੇ ਕੇ ਫਰਮਾਉਂਦੇ ਨੇ ਕੀਮਤ ਕਹਿਣ ਨਾ ਜਾਈਏ। ਇਹ ਭਾਈ ਉਸ ਪ੍ਰਭੂ ਦੇ ਨਾਮ ਦੀ ਕੀਮਤ ਨਾਮ ਮੁੱਲ ਦਾ ਹੁੰਦਾ ਹੈ, ਮੁੱਲ ਨਹੀਂ ਕੋਈ ਪਾ ਸਕਦਾ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਉਹਦੀ ਕੋਈ ਕੀਮਤ ਨਹੀਂ ਜਾਣ ਸਕਦਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਜੋ ਹੈ ਸਾਗਰ ਗੁਣੀ ਅਥਾਹੋ, ਉਹ ਤਾਂ ਗੁਣਾਂ ਦਾ ਸਾਗਰ ਹੈ। ਤੂੰ ਗੁਣ ਸਾਗਰ, ਗੁਣਾਂ ਦਾ ਸਾਗਰ ਹੈ ਬੇਅੰਤ ਹੀ। ਉਹ ਸਾਗਰ ਸਮੁੰਦਰ ਦੀ ਨਿਆਈ ਹੈ ਵਾਹਿਗੁਰੂ ਪਰਮੇਸ਼ਰ। ਵੱਡ ਭਾਗੀ ਮਿਲ ਸੰਗਤੀ, ਜਿਹੜੇ ਵੱਡੇ ਭਾਗਾਂ ਵਾਲੇ ਹੈ ਨਾ, ਉਹ ਉਹਨਾਂ ਦੀ ਵੱਡੇ ਭਾਗਾਂ ਦੀ ਨਿਸ਼ਾਨੀ ਕੀ ਹੈ ਸਾਧ ਸੰਗਤ ਜੀ? ਬਾਰ-ਬਾਰ ਗੱਲ ਆਊਗੀ। ਵੱਡੇ ਭਾਗਾਂ ਦੀ ਨਿਸ਼ਾਨੀ ਹੈ ਵੀ ਉਹਨਾਂ ਨੂੰ ਸੰਗਤ ਪ੍ਰਾਪਤ ਹੋ ਜਾਂਦੀ ਹੈ, ਸਤ ਸੰਗਤ ਮਿਲ ਗਈ। ਇਹ ਆਪਣੇ ਭਾਗਾਂ ਦੀ ਪਹਿਚਾਣ ਕਰਨੀ ਹੋਵੇ ਵੀ ਮੇਰੀ ਮਾੜੀ ਕਿਸਮਤ ਹੈ ਕਿ ਚੰਗੀ ਹੈ, ਬਸ ਇਹ ਸਮਝ ਲਓ ਜੇ ਸਤ ਸੰਗਤ ਪ੍ਰਾਪਤ ਹੈ ਤਾਂ ਕਿਸਮਤ ਚੰਗੀ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟ ਤੋਂ ਦੁਰਮਤ ਖੋਈ। ਭੈੜੀ ਮਤ ਇੱਥੇ ਨਾਸ ਹੁੰਦੀ ਹੈ, ਇਸ ਕਰਕੇ ਵੱਡੇ ਭਾਗਾਂ ਵਾਲੀ ਹੈ ਸੰਗਤ ਜਿਹੜੀ ਹੈ। ਜਿਹਨੂੰ ਸੰਗਤ ਮਿਲ ਗਈ ਵੱਡੇ ਭਾਗਾਂ ਵਾਲਾ ਹੈ। ਵੱਡ ਭਾਗੀ ਮਿਲ ਸੰਗਤੀ, ਜਾਂ ਵੱਡਾ ਭਾਗੀ ਨਾਮ ਭੱਜ ਜਾਣ ਦਾ, ਵੱਡਾਪਣ ਭੱਜ ਜਾਂਦਾ ਹੈ ਜਿਹੜੇ ਸੰਗਤ ਵਿੱਚ ਆ ਕੇ ਨਾਮ ਜਪਦੇ ਆ। ਵੱਡੇ ਭਾਗਾਂ ਵਾਲੇ ਸਤ ਸੰਗਤ 'ਚ ਮਿਲਣਾ ਕਰਦੇ ਹਨ ਜਿਹੜੇ। ਸੱਚਾ ਸ਼ਬਦ ਵਿਸਾਹੋ, ਕਹਿੰਦੇ ਮਹਾਰਾਜ ਸਤ ਸੰਗਤ, ਮਹਾਰਾਜ ਕਹਿੰਦੇ ਸੰਗਤ ਤਾਂ ਇਕੱਠ ਨੂੰ ਕਹਿੰਦੇ ਆ, ਪਰ ਸਤ ਸੰਗਤ ਨਹੀਂ ਹੈ ਉਹ। ਸੰਗਤ ਤਾਂ ਆ ਇਕੱਠ ਸਿਨੇਮਿਆਂ 'ਚ ਥੋੜਾ ਹੁੰਦਾ ਹੈ, ਡਰਾਮਿਆਂ 'ਚ ਥੋੜਾ ਹੁੰਦਾ ਹੈ, ਗਾਉਣ ਵਾਲਿਆਂ ਕੋਲ ਥੋੜਾ ਹੁੰਦਾ ਹੈ। ਉਹ ਸਤ ਸੰਗਤ ਨਹੀਂ ਹੈ, ਸੰਗਤ ਇਕੱਠ ਹੈ। ਤੇ ਇਸ ਕਰਕੇ ਜਿੱਥੇ ਸੱਚਾ ਸ਼ਬਦ ਵਿਸਾਹੋ, ਸੰਗਤ ਉਹ ਹੈ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਜਿੱਥੇ ਨਾਮ ਦਾ ਵਿਖਿਆਨ ਹੋ ਰਿਹਾ ਹੈ, ਉਹਨੂੰ ਸਤ ਸੰਗਤ ਕਿਹਾ ਜਾਂਦਾ ਹੈ। ਸਤਿਗੁਰੂ ਦੇ ਸ਼ਬਦ ਵਿਸਾਹੋ ਨਾਮ, ਸੱਚਾ ਸ਼ਬਦ ਦੁਆਰੇ ਬੋਲਿਓ ਜੀ। ਸੱਚਾ ਸ਼ਬਦ ਵਿਸਾਹੋ, ਉਹ ਸੱਚ ਕੌਣ ਹੈ? ਵਾਹਿਗੁਰੂ ਆਦਿ ਸੱਚ ਜੁਗਾਦ ਸੱਚ। ਉਹਦਾ ਸ਼ਬਦ ਕੀ ਹੈ? ਗੁਰਬਾਣੀ, ਗੁਰੂ ਦਾ ਉਪਦੇਸ਼। ਵਿਸਾਹੋ ਨਾਮ ਖਰੀਦਣਾ, ਸੰਗਤ ਦੇ ਕੀ ਕਰਨਾ? ਤਨ ਮਨ ਧਨ, ਇਹ ਆਪਣੀ ਰਾਸ ਦੇ ਕੇ, ਪੂੰਜੀ ਦੇ ਕੇ, ਤਨ ਮਨ ਧਨ ਦਾ ਧਨ, ਇਹ ਧਨ ਦੇ ਕੇ ਗੁਰੂ ਦੇ ਕੋਲੋਂ ਉਪਦੇਸ਼ ਪ੍ਰਾਪਤ ਕਰਨਾ। ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈਏ, ਹੁਕਮ ਦੀ ਖੇਡ ਵਿੱਚ ਆ ਜਾਣਾ। ਕਰ ਸੇਵਾ ਸੁਖ ਸਾਗਰ ਹੈ, ਸੁਖਾਂ ਦੇ ਸਾਗਰ ਸਮੁੰਦਰ ਸਤਿਗੁਰੂ ਜੀ ਨੇ ਕਹਿੰਦੇ ਗੁਰੂ ਘਰ ਦੀ ਸੇਵਾ ਕਰੋ। ਸੇਵਾ ਨੂੰ ਤਾਂ ਮਹਾਰਾਜ ਬਾਰ-ਬਾਰ ਕਹਿੰਦੇ, ਪਰ ਸੱਚੇ ਪਾਤਸ਼ਾਹ ਕੀ ਕਰੀਏ, ਸਾਡੇ ਤਾਂ ਨੇੜੇ ਨੂੰ ਨਹੀਂ ਜਾਂਦੀ ਤੇਰੀ ਗੱਲ। ਇਹ ਮੰਨਣ ਦੇ ਵਿੱਚ ਨਹੀਂ ਆ ਰਹੀ, ਸੁਣਨ ਦੇ ਵਿੱਚ ਆ ਰਹੀ ਹੈ। ਹੁਣ ਜਿਹੜਾ ਦਵਾਈ ਨੂੰ ਖਾ ਹੀ ਨਹੀਂ ਰਿਹਾ, ਦੱਸੋ ਉਹਨੂੰ ਬਿਮਾਰੀ ਕਿਵੇਂ ਹਟੂਗੀ? ਬਿਮਾਰੀ ਉਹਦੀ ਹਟੂ ਜਿਹੜਾ ਦਵਾਈ ਖਾ ਰਿਹਾ ਹੈ। ਤੇ ਇਸ ਕਰਕੇ ਵੈਦ ਨੂੰ ਦੋਸ਼ ਨਹੀਂ, ਦਵਾਈ ਨੂੰ ਦੋਸ਼ ਨਹੀਂ ਹੈ। ਤੋ ਦਵਾਈ ਦੋਸ਼ ਹੈ ਉਹ ਮਰੀਜ਼ ਜਿਹੜਾ ਦਵਾਈ ਨਹੀਂ ਖਾ ਰਿਹਾ। ਮਹਾਰਾਜ ਕਹਿੰਦੇ ਕਰ ਸੇਵਾ, ਸੇਵਕ ਪ੍ਰਭ ਆਪਣੇ ਜਿਹਨੇ ਮਨ ਕੀ ਇੱਛ ਬਜਾਈ। ਤੇ ਸੇਵਾ ਜਿਹੜੀ ਵੱਡਾ ਗੁਣ ਹੈ, ਉਹਦੀ ਸੇਵਾ ਟਹਿਲ ਕਰ ਹਰ ਵਕਤ ਜਦੋਂ ਵੀ ਮੌਕਾ ਮਿਲਦਾ ਹੈ। ਸਿਰ ਸਾਹਾ ਪਾਤਸ਼ਾਹ, ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਸ਼੍ਰੋਮਣੀ ਹੈ ਵਾਹਿਗੁਰੂ ਪਰਮੇਸ਼ਰ। ਚਰਨ ਕਮਲ ਕਾ ਆਸਰਾ, ਬੇਨਤੀ ਕਰੋ ਹੇ ਸਤਿਗੁਰੂ ਪ੍ਰਭੂ ਜੀ ਕਿਰਪਾ ਕਰੋ, ਆਪ ਜੀ ਦੇ ਚਰਨਾਂ ਕਮਲਾਂ ਦਾ ਹੀ ਆਸਰਾ ਹੈ ਸਾਨੂੰ। ਓਟ ਤੁਹਾਡੇ ਚਰਨਾਂ ਦੀ ਹੈ, ਰੇ ਮਨ ਓਟ ਲਿਹੋ। ਜਿਵੇਂ ਨਾਮ ਦੀ ਓਟ ਹੈ ਨਾ, ਸਤਿਗੁਰ ਆਇਓ ਸ਼ਰਨ ਤੁਹਾਰੀ, ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਮਹਾਰਾਜ, ਕਿਰਪਾ ਕਰੋ। ਤੁਸੀਂ ਪਾਤਸ਼ਾਹ ਦੇ ਪਾਤਸ਼ਾਹ, ਤੁਹਾਡੇ ਚਰਨਾਂ ਦਾ ਆਸਰਾ ਹੈ ਮੈਨੂੰ, ਓਟ ਹੈ ਮਹਾਰਾਜ। ਆ ਜਦੋਂ ਕਿਤੇ ਲੜਾਈਆਂ ਲੱਗਦੀਆਂ ਦੇਸ਼ਾਂ ਦੀਆਂ, ਇਹ ਫੌਜੀ ਮੋਰਚੇ ਪੱਟਦੇ ਆ। ਮੋਰਚਾ ਕੀ ਹੁੰਦਾ? ਧਰਤੀ ਦੇ ਵਿੱਚ ਉਹ ਇਸ ਤਰ੍ਹਾਂ ਮੋੜ ਘੋੜ ਜੇ ਪਾ ਕੇ ਐਨ ਬਲਾਂ ਵਾਲਾ ਟੋਆ ਪੱਟਦੇ ਆ। ਖਾਈ ਜਿਵੇਂ ਹੁੰਦੀ ਹੈ ਨਾ, ਉਹ ਬਲਾਂ ਵਾਲੀ ਪੱਟਦੇ, ਉਹਦੇ ਵਿੱਚ ਬਹਿੰਦੇ ਆ। ਉਹ ਓਟ ਹੈ। ਜਿਸ ਵੇਲੇ ਬਹੁਤ ਸਰਦੀ ਚੱਲਦੀ ਆ, ਕਿਤੇ ਠੱਕਾ ਵਗਦਾ ਤੇ ਕੰਧ ਦੇ ਓਲੇ ਹੁੰਦਾ ਬੰਦਾ, ਕਹਿੰਦਾ ਇਹ ਓਟ 'ਚ ਆ ਜਾ, ਗੜੇ ਪੈਂਦੇ ਆ। ਓਟ ਆਸਰੇ ਦਾ ਨਾਮ ਹੈ। ਜਿਨ੍ਹਾਂ ਨੇ ਚਰਨਾਂ ਕਮਲਾਂ ਦਾ ਆਸਰਾ ਵਾਹਿਗੁਰੂ ਦਾ ਲੈ ਲਿਆ, ਓਟ ਲੈ ਸੀ ਹੈ। ਦੂਜਾ ਨਾਹੀ ਠਾਉ, ਉਹਨੂੰ ਫਿਰ ਦੂਸਰਾ ਟਿਕਾਣਾ ਕੋਈ ਹੋਰ ਕੋਈ ਹੈ ਹੀ ਨਹੀਂ, ਆਸਰਾ ਇੱਕ ਵਾਹਿਗੁਰੂ ਦਾ ਹੈ। ਉਹਨੇ ਓਟ ਲੈਣੀ ਸੀ ਗੁਰੂ ਨਾਨਕ ਦੇ ਚਰਨਾਂ ਦੀ, ਲੈ ਲਈ, ਹੋਰ ਕੋਈ ਆਸਰਾ ਨਹੀਂ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਖਣਾ ਕੀਤੀ ਨਾ, ਧਾਨਕ ਰੂਪ ਰਹਾ ਕਰਤਾਰ, ਤੇ ਪਹਿਲਾਂ ਅਈਆਂ ਜਾਂ ਖੇਡਾਂ ਰਚੀਆਂ,
ਵੀ ਲੋਕ ਜਿਹੜੇ ਮੈਨੂੰ ਸਤਿਗੁਰੂ ਪਰਮੇਸ਼ਰ ਕਹਿੰਦੇ ਨੇ ਤੇ ਦੇਖਾਂ ਤਾਂ ਸਹੀ ਵੀ ਦੇਖਾ ਰੀਸੋ ਰੀਸ ਕਹਿੰਦੇ ਨੇ ਕਿ ਜਾਂ ਫਿਰ ਨਿਸ਼ਚਾ ਵੀ ਹੈ। ਨਿਸ਼ਚਾ ਪਰਖਿਆ, ਉਹ ਇਹੋ ਜਿਹਾ ਰੂਪ ਧਾਰਨ ਕਰ ਲਿਆ। ਅੱਧਿਆਂ ਨੂੰ ਹੋ ਗਿਆ ਵੀ ਮਹਾਰਾਜ ਦੇ ਤਾਂ ਪਤਾ ਨਹੀਂ ਦਿਮਾਗ 'ਚ ਫਰਕ ਪੈ ਗਿਆ। ਇਹੋ ਜਿਹੇ ਲੋਕ ਹੁੰਦੇ ਨੇ, ਮਹਾਰਾਜ ਨੂੰ ਸਮਝਣ ਲੱਗੇ, ਝੱਲੇ ਆਪ ਨੇ ਤੇ ਮਹਾਰਾਜ ਨੂੰ ਸਮਝਣ ਲੱਗ ਗਏ। ਜਿਹੜਾ ਆਵੇ ਕੌਣ ਹੈ ਤੂੰ, ਜਿਹਨੂੰ ਜਾਣਦੇ ਸੀ 20-20 ਸਾਲ ਦੇ, ਮੈਂ ਜੀ ਤੁਹਾਡਾ ਸਿੱਖ ਹਾਂ, ਠਾਹ ਦੇ ਕੇ ਸੋਟਾ ਮਾਰਨ। ਬਸ ਉਹ ਕਹਿੰਦੇ ਵੀ ਨਹੀਂ ਹੁਣ ਤਾਂ ਬੇਵਾਹ ਹੋ ਗਈ ਹੈ, ਹੁਣ ਤਾਂ ਡੰਡੇ ਮਾਰਨ ਲੱਗੇ, ਤਾਂ ਪਿਆਰ ਕਰਦੇ ਹੁੰਦੇ ਸੀ ਬਹੁਤ। ਫਿਰ ਕਹਿੰਦੇ ਲੰਗਰ ਬੰਦ ਕਰ ਦਿਓ। ਦੇਖਣਾ ਸੀ ਵੀ ਜ਼ਬਾਨ ਦੇ ਚਸਕੇ ਵਾਲੇ ਇਕੱਠੇ ਹੋਏ ਬਨ ਕਿ ਜਾਂ ਨਾਮ ਜਪਣ ਵਾਲੇ ਨੇ। ਲੰਗਰ ਇੱਕ ਟਾਈਮ ਕਰਤਾ, ਅੱਧੇ ਫਿਰ ਭੱਜ ਗਏ। ਮਾਰੇ ਕਹਿੰਦੇ ਹੁਣ ਦੂਏ ਦਿਨ ਕਰ ਦੋ, ਫਿਰ ਤੀਏ ਦਿਨ ਕਰਤਾ, ਫਿਰ 10ਵੇਂ ਦਿਨ ਤੱਕ ਲੈ ਗਏ। ਫਿਰ ਤਾਂ ਰਹਿ ਹੀ ਥੋੜੇ ਗਏ। ਕਹਿੰਦੇ ਭੁੱਖੇ ਮਰਨ ਥੋੜੀ ਆਏ ਆ, ਗੁਰੂ ਤਾਂ ਲੰਗਰ ਵੀ ਨਹੀਂ ਦਿੰਦਾ। ਗੁਰੂ ਦਾ ਅਪਜਸ ਕਰਨਾ ਸ਼ੁਰੂ ਕਰਤਾ। ਕਹਿੰਦੇ ਗੁਰੂ ਸੋਮ ਹੋ ਗਿਆ, ਲੰਗਰ ਦੇ ਵਿੱਚ ਹੱਥ ਘੁੱਟ ਗਿਆ। ਗੁਰੂ ਐਂ ਕਰਦਾ ਐਂ ਕਰਦਾ। ਮਾਰੇ ਕਹਿੰਦੇ ਆਹੀ ਦੇਖਣਾ ਸੀ ਤੁਹਾਡਾ ਨਿਸ਼ਚਾ ਕਿਹਾ ਜਾਏ। ਰਹਿ ਗਏ ਥੋੜੇ ਜਿਹੇ ਸਿੱਖ। ਮਹਾਰਾਜ ਨੇ ਕਿਹਾ ਵੀ ਇਹ ਨਹੀਂ ਜਾ ਰਹੇ, ਤਾੜਨਾ ਬਥੇਰੀ ਕਰ ਲਈ। ਉਹਨਾਂ ਨੇ ਕਹਿੰਦੇ ਤੂੰ ਕਾਹਦੇ ਵਾਸਤੇ ਆਇਆ? ਨਹੀਂ ਜੀ ਕਿਰਪਾ ਕਰੋ। ਕਹਿੰਦੇ ਚਲਾ ਪੈਸੇ ਲੈ ਜਾ। ਪੈਸੇ ਲੈ ਕੇ ਗਠੜੀ ਬਣ ਕੇ ਨੱਠ ਜਾ। ਉਹ ਨੱਠ ਗਿਆ। ਜੇ ਫੇਰ ਵੀ ਰਹਿ ਗਏ, ਪੈਸੇ ਨਹੀਂ ਚੱਕੇ, ਚਾਂਦੀ ਦੇ ਰੁਪਏ ਦੇਤੇ। ਚਾਂਦੀ ਦੇ ਰੁਪਏ ਲੈ ਕੇ ਨੱਠ ਗਏ, ਸੋਨੇ ਦੀਆਂ ਮੋਹਰਾਂ ਦੇਤੀਆਂ, ਨੱਠ ਗਏ। ਰਹਿ ਗਏ ਫਿਰ ਗਿਣਤੀ ਦੇ ਥੋੜੇ ਜਿਹੇ। ਤੇ ਉਸ ਵੇਲੇ ਗਿਣਤੀ ਦੇ 5 ਸਿੱਖ ਇਤਿਹਾਸ ਕਹਿੰਦੇ ਕਿ ਰਹਿ ਗਏ। ਮਹਾਰਾਜ ਕਹਿੰਦੇ ਵੀ ਗੁਰਤਾ ਗੱਦੀ ਦੇਣੀ ਹੈ ਇੱਕ ਨੂੰ, ਵੀ ਹੁਣ ਇਹਨਾਂ ਦਾ ਕੀ ਹਾਲ ਕਰੀਏ, ਵੀ ਇਹ ਨਹੀਂ ਪਿੰਡਾ ਛੱਡਦੇ। ਕੂਟਨ ਹਮਕੋ ਸਿੱਖ ਘਾਵੇ। ਮਹਾਰਾਜ ਠਾਹ ਦੇ ਕੇ ਸੋਟਾ ਕੁੱਟਾਂ ਖਾ ਕੇ, ਮਾਰਾਂ ਖਾ ਕੇ ਨਾਲ ਹੀ ਰਹੀ। ਭਾਈ ਸਧਾਰਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਲਹਿਣਾ ਜੀ, ਆ 4-5 ਸਿੱਖ ਨਹੀਂ ਗਏ। ਮਹਾਰਾਜ ਕਹਿੰਦੇ ਨਹੀਂ ਹਟਦੇ। ਕਹਿੰਦੇ ਨਹੀਂ ਮਹਾਰਾਜ ਥੋਤੋਂ ਤੁਹਾਡੇ ਚਰਨਾਂ ਦਾ ਹੀ ਆਸਰਾ ਹੈ, ਹੋਰ ਜਾ ਨਹੀਂ ਸਕਦੇ। ਆਸਰਾ ਹੀ ਨਹੀਂ ਤੂੰ ਕੋਈ ਦੂਜਾ, ਨਾ ਹੀ ਠਾਓ, ਸਾਡਾ ਟਿਕਾਣਾ ਕੋਈ ਨਹੀਂ ਹੈ, ਟਿਕਾਣਾ ਨਹੀਂ ਹੈ ਹੋਰ ਕੋਈ। ਕਹਿੰਦੇ ਅੱਛਾ। ਫਿਰ ਸਿੱਖ ਉਹ ਹੁੰਦਾ ਜਿਹੜਾ ਹੁਕਮ ਮੰਨੇ। ਕਹਿੰਦੇ ਮਹਾਰਾਜ ਮੰਨਾਂਗੇ। ਤੇ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ। ਮਹਾਰਾਜ ਨੇ ਮਾਇਆਵੀ ਸ਼ਕਤੀ ਦੇ ਨਾਲ ਖੇਡ ਰਚਦੀ। ਆਓ ਦੇਖੋ ਸਾਹਮਣੇ ਕੀ ਆਵੇ। ਕਹਿੰਦੇ ਜੀ ਦੇਖ ਲਿਆ। ਕੀ ਹੈ? ਹੁਣ ਦੇਖਣ ਨੂੰ ਮੁਰਦਾ ਲੱਗਦਾ ਸੀ, ਚਿੱਟਾ ਕਫਨ ਪਾਇਆ, ਚਿੱਟਾ ਦੁੱਧ ਵਰਗਾ ਕੱਪੜਾ, ਮੁਰਦਾ ਤਾਂ ਹੈ ਨਹੀਂ ਸੀ ਉਹ। ਇਹ ਖੇਡ ਸੀ, ਮਹਾਰਾਜ ਦੀ ਖੇਡ ਰਚ ਦਿੱਤੀ। ਕਹਿੰਦੇ ਜੀ ਮੁਰਦਾ ਹੈ। ਕਹਿੰਦੇ ਠੀਕ ਹੈ, ਹੁਣ ਮੇਰਾ ਵਚਨ ਮੰਨੋ, ਜਿਹੜਾ ਮੇਰਾ ਹੈ, ਮੇਰਾ ਹੁਕਮ ਮੰਨ ਕੇ ਮੁਰਦਾ ਖਾਵੇ ਜਾ ਕੇ। ਤੇ ਜਿਹੜੇ 4 ਸੀ ਉਹ ਵੀ ਫਿਰ ਦਰਖਤਾਂ ਦੇ ਓਹਲੇ ਹੋ ਗਏ। ਕਹਿੰਦੇ ਵੀ ਹੁਣ ਤਾਂ ਬੇਵਾਏ, ਹੁਣ ਤਾਂ ਨਹੀਂ ਇਹ ਕੰਮ ਹੋਣਾ। ਭਾਈ ਲਹਿਣਾ ਜੀ ਨਿਤਰੇ ਪਹੁੰਚ ਕੇ ਮਹਾਰਾਜ ਨੇ ਦੇਖਿਆ ਵੀ ਲੱਖਾਂ ਦੇ ਵਿੱਚੋਂ ਹੁਣ ਇੱਕ ਨਿਤਰਿਆ, ਗੁਰਤਾਗਦੀ ਇੱਕ ਨੂੰ ਦੇਣੀ ਸੀ। ਪੁੱਤਰ ਇਸ ਗੱਲ ਪਰਖਣਾ 'ਚ ਫੇਲ ਹੋ ਗਏ, ਸਿੱਖ ਫੇਲ ਹੋ ਗਏ। ਇੱਕੋ ਹੀ ਪਰਖਣਾ ਜਾ ਕੇ ਗੁਰਤਾਗਦੀ ਮਿਲਣੀ ਇੱਕ ਨੂੰ ਸੀ। ਇਹ ਵੀ ਖੇਡਾ ਮਹਾਰਾਜ ਦੀ। ਜਾ ਕੇ ਪ੍ਰਕਰਮਾ ਕਰਨ ਲੱਗੇ। ਮਹਾਰਾਜ ਕਹਿੰਦੇ ਲੈਣਿਆ। ਹਾਂ ਮਹਾਰਾਜ। ਕਹਿੰਦੇ ਚੱਕਰ ਕੱਟਣ ਨੂੰ ਕਿਹਾ ਤੈਨੂੰ, ਨਾਲੇ ਮੁਰਦੇ ਦੀਆਂ ਪ੍ਰਕਰਮਾਂ ਨਹੀਂ ਕਰੀਦੀਆਂ ਹੁੰਦੀਆਂ। ਕੀ ਕਰਦਾ? ਕਹਿੰਦਾ ਤੁਹਾਡੇ ਹੁਕਮ ਦੀ ਉਡੀਕ ਕਰਦਾ। ਕਹਿੰਦੇ ਮੈਂ ਤਾਂ ਹੁਕਮ ਕੀਤਾ ਵੀ ਖਾ। ਕਹਿੰਦਾ ਮਹਾਰਾਜ ਇਹ ਨਹੀਂ ਹੁਕਮ ਕਰਿਆ ਵੀ ਕਿਹੜੇ ਪਾਸਿਓਂ ਖਾਵਾਂ, ਕਿਤੇ ਤੁਹਾਡੇ ਵਚਨਾਂ ਦੀ ਬੇਅਦਬੀ ਨਾ ਹੋ ਜਾਏ। ਸਿਰ ਕੰਨੀ ਤੋਂ ਕਹੋ ਸਿਰ ਕੰਨੀ ਤੇ ਖਾਊਂ, ਪੈਰਾਂ ਕੰਨੀ ਤੇ ਕਹੋ ਪੈਰਾਂ ਕੰਨੀ ਤੇ ਖਾਊਂ, ਜੇ ਸੱਜੇ ਖੱਬੇ ਕਹੋ ਮਹਾਰਾਜ ਮੈਂ ਜਿੱਧਰੋਂ ਹੁਕਮ ਹੋਊਗਾ। ਕਹਿੰਦੇ ਸਿਰ ਤੋਂ ਪੈਰਾਂ ਤੱਕ ਤੇਰਾ ਅਸਥਾਨ ਪੈਰਾਂ ਵਾਲੇ ਪਾਸੇ ਹੈ। ਜਨਾਤੀ ਗੱਲ, ਨਿਮਰਤਾ ਵਾਲਾ ਪਾਸਾ ਤੇਰਾ। ਚਰਨਾਂ ਵੱਲ ਖੁੜ ਗਿਆ। ਤੇ ਭਾਈ ਗੁਰੂ ਕਿਤੇ ਮੁਰਦੇ ਖਿਲਾਉਂਦਾ ਹੈ, ਤੇ ਗੁਰੂ ਸਾਹਿਬ ਨੇ ਤਾਂ ਸਿੱਖਾਂ ਨੂੰ ਮਾੜੀਆਂ ਚੀਜ਼ਾਂ, ਮਾਸ ਸ਼ਰਾਬ ਤੋਂ ਵੀ ਵਰਜਿਆ। ਇੱਕ ਪਰਖਣਾ ਸੀ। ਕਹਿੰਦੇ ਜਦੋਂ ਭਾਈ ਸਾਹਿਬ ਨੇ ਕੱਪੜਾ ਚੱਕਿਆ ਤੇ ਹਾਵਲ ਕੜਾ ਪ੍ਰਸ਼ਾਦ ਦੀ ਸ਼ਕਲ ਬਣਾਈ ਹੋਈ ਮੁਰਦੇ ਦੀ, ਹੈਰਾਨ ਹੋ ਗਿਆ, ਛਕਣ ਲੱਗ ਗਿਆ। ਉਹ ਦੇਖ ਕੇ ਓਲੇ 'ਚ ਹੋ ਕੇ ਦੇਖਣ ਕਹੇ ਮੁਰਦਾ ਹੀ ਖਾਈ ਜਾਂਦਾ, ਇਹ ਲੈਣੇ ਨੂੰ ਕੀ ਹੋ ਗਿਆ? ਕੜਾ ਕਹਿੰਦੇ ਲੈਣਿਆ ਆ ਜਾ। ਆ ਗਏ, ਬਾਹਾਂ ਪਸਾਰ ਲੀਆਂ। ਕਹਿੰਦੇ ਮੇਰੀ ਛਾਤੀ ਨਾਲ ਲੱਗ ਜਾ ਛੇਤੀ। ਘੁੱਟ ਕੇ ਛਾਤੀ ਨਾਲ ਲਾ ਕੇ ਕਹਿੰਦੇ ਅੱਜ ਤੱਕ ਤੂੰ ਲੈਣਾ ਸੀ, ਤੈਨੂੰ ਪਹਿਲੇ ਦਿਨ ਕਿਹਾ ਸੀ ਤੂੰ ਲੈਣਾ ਤੇ ਮੈਂ ਦੇਣਾ। ਲੈ ਅੱਜ ਤੈਨੂੰ ਦੇਣਾ। ਅੰਗ ਪਰਸ ਕੇ ਅੰਗਦ ਬਣਿਆ, ਜਿਉਂ ਦੀਵੇ ਤੇ ਦੀਵਾ। ਮੇਰੇ ਅੰਗ ਪਰਸ ਕੇ ਤੂੰ ਅੱਜ ਤੋਂ ਬਾਅਦ ਲੈਣਾ ਨਹੀਂ ਤੈਨੂੰ ਕੋਈ ਕਹੇਗਾ, ਤੈਨੂੰ ਕਹਿਣਗੇ ਅੰਗਦ। ਅੰਗਦ ਬਣੀ, ਮੇਰੇ ਥਾਂ ਤੇ ਗੁਰੂ ਹੋਇਆ ਤੂੰ, ਤੈਨੂੰ ਗੁਰੂ ਅੰਗਦ ਕਹਿਣਗੇ। ਤੇ ਉੱਥੇ ਇੱਕ ਗੱਲ ਪੁੱਛੀ ਗੁਰਤਾਗਦੀ ਦੇਣ ਤੋਂ ਪਹਿਲਾਂ, ਫਿਰ ਵੀ ਇੱਕ ਪਰਖਣਾ ਕੀਤੀ। 10 ਕਸਵਟੀਆਂ ਲਾਈਆਂ ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਲੈਣਿਆ ਸਾਰੇ ਸਿੱਖ ਭੱਜ ਗਏ ਮੈਨੂੰ ਛੱਡ ਕੇ। ਆ ਜਿਹੜੇ ਸੀ ਇਹ ਵੀ ਓਹਲੇ ਹੋ ਗਏ ਦਰਖਤਾਂ ਦੇ, ਤੂੰ ਨਹੀਂ ਓਹਲੇ ਹੋਇਆ।
ਤੂੰ ਕਿਉਂ ਨਹੀਂ ਗਿਆ? ਅੱਖਾਂ ਤੇ ਹੰਝੂ ਵਗਣ, ਹੱਥ ਜੋੜ ਕੇ ਭਾਈ ਲੈਣਾ। ਕਹਿੰਦੇ ਮਹਾਰਾਜ ਜਿਹੜੇ ਚਲੇ ਗਏ ਉਹਨਾਂ ਦਾ ਕੋਈ ਟਿਕਾਣਾ ਹੋਊਗਾ, ਉਹ ਆਪਣੇ ਟਿਕਾਣੇ ਚਲੇ ਗਏ, ਮੇਰਾ ਤਾਂ ਟਿਕਾਣਾ ਹੀ ਕੋਈ ਨਹੀਂ ਤੇਰੇ ਚਰਨਾਂ ਤੋਂ ਬਿਨਾ। ਮੈਂ ਜਾਵਾਂ ਕਿੱਥੇ ਮਹਾਰਾਜ? ਪ੍ਰਭ ਤੁਧ ਨੂੰ ਛੋੜ ਜਾਈਐ ਕਹਿ ਧਰ, ਆਨ ਨਾ ਬੀਆ ਤੇਰੀ ਸਮਸਰ, ਚਰਨ ਕਮਲ ਕਾ ਆਸਰਾ। ਉਹਨਾਂ ਨੂੰ ਚਰਨਾਂ ਕਮਲਾਂ ਦਾ ਆਸਰਾ ਹੈ, ਦੂਜਾ ਨਹੀਂ ਠਾਓ। ਉਹ ਫਿਰ ਕਹਿੰਦੇ ਨੇ ਸਾਡਾ ਨਹੀਂ ਕੋਈ ਹੋਰ ਟਿਕਾਣਾ ਹੈ ਤੇਰੇ ਚਰਨਾਂ ਤੋਂ ਬਿਨਾ। ਮੈਂ ਧਰ ਤੇਰੀ ਪਾਰ ਬ੍ਰਹਮ, ਹੇ ਮੇਰੇ ਪਾਰਵੇਂ ਪਾਪਾਂ ਪੁੰਨਾਂ ਤੋਂ ਪਰੇ ਪਰਮੇਸ਼ਰ, ਮੈਨੂੰ ਤਾਂ ਤੇਰੀ ਧਰ ਕੀਏ ਟੇਕ ਹੈ ਮਹਾਰਾਜ, ਆਸਰਾ ਹੈ। ਤੇਰਾ ਤਾਣ ਰਹਾਓ, ਮੈਂ ਤੇਰੇ ਤਾਣ ਨਾ ਬਲਦ ਹੈ। ਗਾਵੇ ਕੋ ਤਾਣ ਹੋਵੇ, ਕਿਸੇ ਤਾਣ ਆਏ ਨਾ ਉੱਥੇ ਤਾਣ ਪੜ, ਤਾਣ ਨਾਮ ਬਲਦ ਹੈ। ਤੇਰੇ ਬਲ ਕਰਕੇ ਹੀ ਰਹੋ ਰਹਿੰਦੇ ਹਮਾਰਾ, ਤੇਰਾ ਹੀ ਤਾਣ ਦਿੱਤਾ ਹੋਇਆ ਬਲ। ਨਿਮਾਣਿਆ ਪ੍ਰਭ ਮਾਣ ਤੂੰ, ਇਹ ਤੂੰ ਤੇ ਵਿਸਰਾਮ ਭਾਈ ਜਾਣਨਾ ਜਿੱਥੇ ਲਾਇਆ ਹੈ ਭਾਈ ਸਾਹਿਬ ਨੇ। ਹੇ ਪ੍ਰਭੂ ਜੀ, ਤੂੰ ਨਿਮਾਣਿਆਂ ਦਾ ਮਾਣ ਹੈ। ਜਿਨ੍ਹਾਂ ਨੂੰ ਸੰਸਾਰ 'ਚ ਕੋਈ ਮਾਣ ਆਦਰ ਨਹੀਂ ਦਿੰਦਾ, ਉਹਨਾਂ ਨੂੰ ਆਪਣੀਆਂ ਬਖਸ਼ਾਂ ਕਰ ਦੇਣਾ। ਕਬੀਰ ਸਾਹਿਬ ਨੂੰ ਕੌਣ ਪੁੱਛਦਾ ਸੀ? ਭਾਈ ਨਿਰਾਦਰ ਕਰਦੇ ਸੀ ਲੋਕ, ਜਲਾਹਾ ਕਹਿੰਦੇ ਸੀ। ਰਵਿਦਾਸ ਨੂੰ ਚਮਾਰ ਤੱਕ ਲੋਕੀ ਨਖਿੱਧ ਨਾਮ ਬ੍ਰਾਹਮਣ ਲੈਂਦੇ ਸੀ। ਇਸ ਕਰਕੇ ਇਹ ਭਗਤਾਂ ਨੂੰ ਐਸੀ ਕਿਰਪਾ ਕੀਤੀ, ਰਾਜਿਆਂ ਮਹਾਰਾਜ ਨੂੰ ਝੁਕਾ ਦਿੱਤਾ, ਐਸਾ ਮਾਣ ਦਿੱਤਾ ਹੈ। ਗੁਰੂ ਅਮਰਦਾਸ ਨੇ, ਉਹ ਕੋੜੀ ਸੀ ਪ੍ਰੇਮਾ, ਤੇ ਉਹਦਾ ਵਿਆਹ ਵੀ ਕੀਤਾ, ਮੰਜੀ ਵੀ ਬਖਸ਼ੀ 22 ਮੰਜੀਆਂ ਚੋਂ, ਮੱਥੋ ਮੁਰਾਰੀ ਨਾਮ ਵੀ ਦਿੱਤਾ। ਨਿਮਾਣਿਆ ਪ੍ਰਭ ਮਾਣ ਤੂੰ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ। ਤੇਰਾ ਸੰਗ ਸਮਾਓ, ਤੇਰੇ ਸੰਗ ਤੇਰੇ ਨਾਲ ਸਮਾਓ, ਸਮਾ ਜਾਵਾਂ ਮਹਾਰਾਜ, ਹੋਰ ਕੋਈ ਟਿਕਾਣਾ ਨਹੀਂ ਹੈ। ਅਭੇਦ ਕਰ ਲਵੋ ਮੈਨੂੰ, ਸਮਾ ਜਾਵਾਂ, ਭੇਦ ਹੋ ਜਾਵਾਂ ਤੇਰੇ 'ਚ। ਹਰ ਜਪੀਏ ਆਰਾਧੀਐ, ਤੇ ਹਰੀ ਪਰਮੇਸ਼ਰ ਨੂੰ ਜਪਣਾ ਕਰੀਏ ਤੇ ਆਰਾਧਨਾ ਕਰੀਏ। ਆਠ ਪਹਿਰ ਗੋਵਿੰਦ, ਇਹ ਗੋ ਕਹੀਏ ਬਿੰਦ, ਜੋ ਗੋ ਪ੍ਰਿਥਵੀ ਦੀ ਬਿੰਦ ਕਹੀਏ ਰੱਖਿਆ ਕਰਨ ਵਾਲਾ। ਹਰ ਨਾਮ ਹੈ ਪਰਮੇਸ਼ਰ ਦਾ। ਇਸ ਕਰਕੇ ਉਹ ਪਰਮੇਸ਼ਰ ਜੀ ਐਸੀ ਕਿਰਪਾ ਕਰੋ ਕਿ ਅੱਠੇ ਪਹਿਰ ਆਪਦੇ ਨਾਮ ਨੂੰ ਰਸਨਾ ਨਾਲ ਤਾਂ ਜਪਦੇ ਰਹੀਏ, ਤੇ ਆਰਾਧੀਏ ਮਨ ਦੁਆਰਾ। ਆਰਾਧਨਾ ਮਨ ਦੁਆਰਾ ਹੁੰਦਾ, ਜਪਣਾ ਹੁੰਦਾ ਜੀਭ ਦੁਆਰਾ। ਅੱਠੇ ਪਹਿਰ ਤੈਨੂੰ ਚੇਤੇ ਕਰਦੇ ਰਹੀਏ। ਜੀ ਪ੍ਰਾਣ ਤਨ ਧਨ ਰੱਖੇ, ਹੇ ਪ੍ਰਭੂ ਆਪ ਜੀ ਨੇ ਸਾਰੇ ਜੀਵਾਂ ਨੂੰ ਜੀ ਸੂਖਮ ਸਰੀਰ, ਪ੍ਰਾਣ ਤਨ ਅਸਥੂਲ ਸਰੀਰ ਤੇ ਧਨ ਆਦਿਕ ਇਹ ਦੇ ਕਰਕੇ ਰੱਖਿਆ ਕੀਤੀ ਹੈ ਸਾਰਿਆਂ ਜੀਵਾਂ ਨੂੰ। ਕਰ ਕਿਰਪਾ ਰਾਖੀ ਜਿੰਦ, ਆਪ ਨੇ ਜੀਵਾਂ ਤੋਂ ਕਿਰਪਾ ਕਰਕੇ ਜੀਵਾਂ ਦੇ ਉੱਤੇ ਉਹਨਾਂ ਦੀ ਜਿੰਦ, ਚੇਤਨ ਸੱਤਾ ਉਹਨਾਂ ਦੇ ਵਿੱਚ ਰੱਖੀ ਹੋਈ ਹੈ। ਜਿਹਨੂੰ ਜਿੰਦ ਕਹਿੰਦੇ, ਜਿੰਦ ਨਿਕਲ ਗਈ, ਚੇਤਨ ਸੱਤਾ ਹੀ ਨਿਕਲੀ ਹੈ। ਕਿਰਪਾ ਕਰਕੇ ਜਿੰਦ ਬੁੱਧੀ ਨੂੰ ਸਾਡੀ ਨੂੰ ਵਿਕਾਰਾਂ ਵੱਲੋਂ ਰੱਖ ਲਓ ਮਹਾਰਾਜ, ਜਾਂ ਤੁਸੀਂ ਕਿਰਪਾ ਕਰਕੇ ਰੱਖੀ ਹੈ। ਨਾਨਕ ਸਗਲੇ ਦੁੱਖ ਉਤਾਰਿਆ ਨ, ਮਹਾਰਾਜ ਕਹਿੰਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੇ ਫਰਮਾਨ ਕਰਦੇ ਨੇ, ਜਿਹੜੇ ਭਗਤ ਜਨ ਸਿਮਰਨ ਕਰਨ ਵਾਲੇ ਨੇ, ਉਹਨਾਂ ਨੇ ਸਾਰੇ ਦੁੱਖ ਵਿਕਾਰਾਂ ਨੂੰ ਉਤਾਰਿਆ ਨ। ਉਤਾਰਨਾ ਹੁੰਦਾ ਜੇ ਜਿੱਥੇ ਕੋਈ ਕੋਠੇ ਤੇ ਚੜਿਆ ਹੋਵੇ ਉਹਨੂੰ ਕੀ ਕਹੀਦਾ? ਉਤਰਿਆ ਹੇਠਾਂ, ਇੱਥੇ ਖੜਾ ਰਹੇ ਕੋਠੇ ਤੇ। ਇਹ ਜਿਹੜੇ ਵਿਕਾਰ ਚੜੇ ਹੋਏ ਨੇ ਸਾਡੇ ਮਨ ਨੂੰ, ਉਤਾਰਿਆ ਨ, ਇਹਨਾਂ ਨੂੰ ਇੱਥੋਂ ਉਤਾਰਨਾ। ਨਿਮਰਤਾ ਵਾਲੀ ਧਰਤੀ ਤੇ ਲੈ ਕੇ ਆਇਆ। ਕਹਿੰਦੇ ਇਹ ਕਿਰਪਾ ਕਰਕੇ ਦੁੱਖ ਉਤਾਰ ਦਿੱਤੇ। ਸ਼ਬਦ ਸਪਰਸ਼ ਰੂਪ ਰਸਗੰਧ ਜਾਂ ਅਵਿਦਿਆ ਸਮਤਾ ਰਾਗ ਦਵੈਸ਼ ਅਭਿੰਨ ਵੇਸ਼, ਇਹ ਦੁੱਖ ਉਤਾਰ ਦਿੱਤੇ ਤੁਸੀਂ, ਕਾਮ ਕ੍ਰੋਧ ਆਦਿਕ। ਪ੍ਰਭ ਪਾਰ ਬ੍ਰਹਮ ਬਖਸ਼ਿੰਦ, ਤੇ ਹੇ ਪਰਮੇਸ਼ਰ ਤੇਰਾ ਪਾਰ ਉਰਾਰ ਨਹੀਂ ਹੈ, ਬਖਸ਼ਿਸ਼ਾਂ ਕਰਨ ਵਾਲਾ ਹੈ, ਬਖਸ਼ਿੰਦ ਬਖਸ਼ ਲੈਣਾ। ਜਦੋਂ ਬਖਸ਼ਣ ਲੱਗਦਾ ਫਿਰ ਨਹੀਂ, ਪਾਪ ਪੁੰਨ ਨਹੀਂ ਦੇਖਦਾ ਵੀ ਇਹਨੂੰ ਬਖਸ਼ਣਾ ਇਹਨੂੰ ਨਹੀਂ ਦਾ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਜਗ੍ਹਾ ਲਿਖਿਆ, ਕਹਿੰਦੇ ਜਦੋਂ ਮੈਂ ਪਰਮਾਤਮਾ ਬਾਰੇ ਪੜ੍ਹਿਆ ਸੁਣਿਆ ਕਿ ਉਹ ਭਗਤ ਵਛਲ ਹੈ, ਭਗਤ ਬਚਨ ਸੁਣ ਹੋਤ ਹੋ ਨਿਰਾਸ ਰਹਿਦਾ। ਕਹਿੰਦੇ ਮੇਰਾ ਤਾਂ ਮਨ ਮਰਝਾ ਗਿਆ। ਕਿਉਂ? ਕਿ ਤੂੰ ਭਗਤਾਂ ਦਾ ਹੀ ਪਿਆਰ ਹੈ, ਮੈਂ ਤਾਂ ਭਗਤਾਂ 'ਚ ਹਾਂ ਹੀ ਨਹੀਂ, ਮੇਰੇ ਤੋਂ ਭਗਤੀ ਨਹੀਂ ਹੁੰਦੀ ਅੱਠੇ ਪੈਰ, ਮੇਰਾ ਕੀ ਬਣੂਗਾ? ਕਹਿੰਦੇ ਮੈਂ ਉਦਾਸ ਹੋ ਗਿਆ ਬਹੁਤ। ਕਹਿੰਦੇ ਪੜ੍ਹਦਾ ਗਿਆ ਅੱਗੇ ਚੱਲ ਕੇ ਮੈਨੂੰ ਇੱਕ ਗੱਲ ਪ੍ਰਾਪਤ ਹੋ ਗਈ ਕਿ ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਕਹਿੰਦਾ ਮੈਨੂੰ ਖੁਸ਼ੀ ਚੜ੍ਹ ਗਈ। ਕਿਸੇ ਗਿਣਤੀ 'ਚ ਤਾਂ ਹਾਂ, ਪਾਪੀਆਂ 'ਚ ਤਾਂ ਹਾਂ ਹੀ ਨਾ। ਫਿਰ ਜੇ ਮੈਂ ਭਗਤਾਂ 'ਚ ਨਹੀਂ, ਪਾਪੀਆਂ 'ਚ ਤਾਂ ਹਾਂ। ਕਹਿੰਦੇ ਪਤਤ ਪਨੀਤ ਸੁਣ ਹੋ ਤੋ। ਕਹਿੰਦੇ ਜਦੋਂ ਮੈਂ ਇਹ ਸੁਣਿਆ ਸੀ ਭਗਤ ਬਚਲ ਸੁਣ ਹੋ ਤੋ ਨਿਰਾਸ ਰਹਿਦੇ, ਪਤਤ ਪਾਵਨ
ਸੁਨ ਆਸਾ ਉਰ ਧਾਰ ਹੋ। ਇੱਕ ਆਸਾ ਦੀ ਕਣੀ ਵੱਜ ਗਈ। ਪਾਪੀ ਦੋ ਤਰ੍ਹਾਂ ਦੇ ਹੁੰਦੇ ਨੇ, ਧਿਆਨ ਰੱਖਿਓ, ਸਮਾਪਤੀ ਦਾ ਸਮਾਂ ਹੋ ਚੱਲਿਆ। ਪਾਪੀ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਪਾਪੀ ਉਹ ਹੈ ਜਿਹੜਾ ਪਾਪ ਕਰਦਾ ਜਾਂਦਾ ਤੇ ਰੱਬ ਨੂੰ ਜਾਣਦਾ ਹੀ ਨਹੀਂ। ਇੱਕ ਪਾਪ ਤਾਂ ਕਰਦਾ, ਕਦੇ ਰੱਬ ਤੋਂ ਡਰਦਾ ਵੀ ਆ ਵੀ ਗਲਤ ਕੰਮ ਹੋ ਗਿਆ, ਹੈ ਪਾਪੀ, ਦੋਨੇ ਪਾਪੀ ਨੇ। ਇਹਨਾਂ ਦੇ ਵਿੱਚੋਂ ਜਿਹੜਾ ਰੱਬ ਦੀ ਹੋਂਦ ਨੂੰ ਨਹੀਂ ਜਾਣਦਾ ਉਹਦਾ ਤਾਂ ਕਦੇ ਭਲਾ ਹੋ ਹੀ ਨਹੀਂ ਸਕਦਾ ਕਿਸੇ ਜਨਮ 'ਚ। ਜਿਹੜਾ ਪਾਪ ਤਾਂ ਕਰ ਬੈਠਾ ਹੈ ਪਰ ਨਾਲ ਕਹਿੰਦਾ ਮਹਾਰਾਜ ਕਿਰਪਾ ਹੀ ਕਰਦੇ, ਮੇਰੇ ਪਾਪ ਨਿਵਰਤ ਕਰਦੇ, ਉਹਦੇ ਪਾਪ ਲੈਂਦੇ ਵੀ ਨਾ ਤੇ ਰੱਬ ਆਪਣੇ ਨਾਂ ਦੀ ਲਾਜ ਰੱਖਦਾ, ਉਹ ਪਤਿਤ ਪਾਵਨ ਹੈ। ਤੇ ਰੱਬ ਨੂੰ ਰਵਿਦਾਸ ਨੂੰ ਕਿਹਾ ਸੀ ਨਾ, ਕਹਿੰਦੇ ਤੇਰਾ ਤੇ ਮੇਰਾ ਫਰਕ ਕਿਉਂ ਨਹੀਂ ਹੈ, ਤੂੰ ਕਹਿੰਦਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਅੰਤਰ ਹੈ, ਕੀ ਅੰਤਰ ਹੈ? ਕਹਿੰਦੇ ਤੂੰ ਪਾਪੀ, ਮੈਂ, ਕਹਿੰਦੇ ਪ੍ਰਮਾਤਮਾ ਆਪ ਪਤਿਤ ਪਾਵਨ, ਜਿਹੜਾ ਨਾਮ ਤੇਰੇ ਕੋਲ ਹੈ ਨਾ ਸਾਡਾ ਦਿੱਤਾ ਹੋਇਆ। ਕਹਿੰਦੇ ਤੈਂ ਕਿਵੇਂ ਦਿੱਤਾ ਹੈ? ਕਹਿੰਦੇ ਅਸੀਂ ਪਾਪ ਕਰੇ ਤੈਂ ਪਾਪ ਨਿਵਰਤ ਕਰੇ ਤਾਂ ਤੈਨੂੰ ਪਤਿਤ ਪਾਵਨ ਨਾਮ ਦਿੱਤਾ ਹੈ। ਜੋ ਪੈ ਹਮਨਾ ਪਾਪ ਕਰੰਤਾ ਆਹੇ ਅਨੰਤਾ ਤੋ ਪਤਿਤ ਪਾਵਨ ਨਾਮ ਕੈਸੇ ਹੁੰਦਾ। ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਨਾਮ ਕਿਵੇਂ ਹੋ ਜਾਂਦਾ? ਇਹ ਸਾਧ ਸੰਗਤ ਜੀ ਮਨ ਨੂੰ ਸਮਝਾਉਣ ਦੇ ਤਰੀਕੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਆਓ ਅੱਜ ਦੀ ਕਥਾ ਜਿਹੜੀ ਹੈ ਸਤਿਗੁਰੂ ਦੀ ਕਿਰਪਾ ਦਾ ਸਦਕਾ ਇੱਥੇ ਸਮਾਪਤ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਕਰਨ। ਆਓ ਗਰੀਬ ਨਿਵਾਜ ਸਤਿਗੁਰੂ ਦਾ ਜੋ ਉਪਦੇਸ਼ ਹੈ, ਜ਼ਿੰਦਗੀ ਜਾ ਰਹੀ ਆਪਣੇ ਹੱਥੋਂ, ਇਹਨੂੰ ਕਮਾਓ, ਜੀਵਨ ਬਣਾਓ, ਉੱਚੇ ਗੁਣਾਂ ਦੇ ਸਹਿਤ ਹੋ, ਗੁਰਮੁਖਾਂ ਵਾਲੇ ਜੀਵਨ ਬਣਾਓ, ਗੁਰੂ ਦੀਆਂ ਖੁਸ਼ੀਆਂ ਵੀ ਹੋਣ ਤੇ ਤੁਹਾਡੇ ਮਾਤਾ ਪਿਤਾ ਜਿਨ੍ਹਾਂ ਨੇ ਤੁਹਾਨੂੰ ਪੜ੍ਹਨ ਵਾਸਤੇ ਭੇਜਿਆ ਉਹਨਾਂ ਨੂੰ ਵੀ ਮਾਣ ਹੋਵੇ ਸਾਡਾ ਬੱਚਾ ਕੁਝ ਸਿੱਖ ਕੇ ਆਇਆ ਹੈ। ਪੰਥ ਖਾਲਸੇ ਦੀ ਇਹ ਵਿਦਿਆ ਕਲਗੀਧਰ ਪਾਤਸ਼ਾਹ ਦੀ ਅੱਗੇ ਪ੍ਰਸਾਰਨ ਕਰੋਗੇ। ਗੁਰੂ ਕਿਰਪਾ ਕਰੇ, ਮਹਾਰਾਜ ਦੀਆਂ ਮਿਹਰਾਂ ਬਣੀਆਂ ਰਹਿੰਦੀਆਂ ਨੇ। ਸੇਵਾ ਸਿਮਰਨ ਦਾ ਧਿਆਨ ਰੱਖ ਕੇ ਚੱਲੀਏ ਜੀ। ਆਓ ਇੱਥੇ ਸਮਾਪਤੀ ਹੈ। ਜੀ ਪ੍ਰਾਣ ਤਨ ਧਨ ਰੱਖੇ, ਕਰ ਕਿਰਪਾ ਰਾਖੀ ਜਿੰਦ, ਨਾਨਕ ਸਗਲੇ ਦੁਖ ਉਤਾਰਿਆਨ, ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।